ਥੋੜਾ ਨਾਮ ਵਾਈਜ਼ ਲਿਖਣਾ ਕਿ ਸਰ ਕੱਲੇ ਕੱਲੇ ਹੋਂਗੇ ਵੈਸੇ ਲਿਖ ਲਾਂ ਜੀ? ਪਿਛਲੇ ਵਾਰ ਤਾਂ ਨਾਮ ਵਾਈਜ਼ ਲਿਖ ਲਏ ਸੀ ਜੀ ਮੈਂ। ਨਹੀਂ, ਜਿਵੇਂ ਪਿਛਲੀ ਵਾਰ ਲਿਖੇ ਸੀ ਵਧੀਆ ਸੀ, ਬਸ ਨਾਮ ਵਾਈਜ਼ ਦੀ ਕੋਈ ਲੋੜ ਨਹੀਂ। ਠੀਕ ਹੈ ਸਰ। ਮੇਨ ਪੁਆਇੰਟਸ ਲਿਖਿਓ, ਠੀਕ ਹੈ ਸਰ। ਠੀਕ ਹੈ ਜਿਹੜਾ ਆਪਣਾ ਰਿਕਾਰਡ ਬਣ ਕੇ ਰਹੇ, ਕੋਈ ਮਿਸ ਨਾ ਹੋ ਜੇ ਇੰਪੋਰਟੈਂਟ ਪੁਆਇੰਟ। ਠੀਕ ਹੈ ਸਰ। गुड मॉर्निंग परवीन जी। वेरी गुड मॉर्निंग सर। अमृतसर ग्रुप ਦੇ ਜੀ परवीन मैडम। ਇਹਨਾਂ ਦੀ ਵੀਡੀਓ ਆਫ ਹੈ ਨਾ? ਹਾਂਜੀ, ਅੱਜ ਪਹਿਲੀ ਵਾਰੀ ਆਏ ਨੇ, ਆਬਜ਼ਰਵ ਕਰਨਾ ਹੈ। ਮੈਂ ਕਿਹਾ ਕਰੋ, ਕੋਈ ਗੱਲ ਨਹੀਂ, ਆਓ ਦੇਖੋ। ਬਹੁਤ ਅੱਛਾ। ਗੁੱਡ ਮਾਰਨਿੰਗ ਮੈਮ, ਵੈਲਕਮ। वेरी गुड मॉर्निंग सर। सर 9 o'clock, लेट्स स्टार्ट। ਹਾਂਜੀ, ਇੱਕ ਮਿੰਟ ਹੋਰ ਨਿਸ਼ਾਨ ਜੀ, ਬਸ सर राइट जी। ਇੱਕ ਮਿੰਟ ਹੋਰ ਵੇਟ ਕਰ ਲਿਓ। ਜ਼ੂਮ ਨੇ ਪੰਕਚੁਅਲ ਕਰਤਾ ਸਭ ਨੂੰ। ਹਾਂਜੀ, ਪੰਕਚੁਅਲ ਕਈ ਤਾਂ ਪਹਿਲਾਂ ਹੀ ਸੀਗੇ, ਆਪਾਂ ਪਹਿਲਾਂ ਹੀ ਸੀਗੇ। ਹਾਂਜੀ, ਜ਼ੂਮ ਨੇ ਹੋਰ ਕਰਤਾ ਹੈ। ਜ਼ੂਮ मतलब बिल्कुल एग्जैक्टली प्रिसाइज कर ਦਿੰਦਾ। ਸਰਪ੍ਰੀਤ ਸਿੰਘ ਜੀ ਆਏ ਨੇ। ਹਰਪ੍ਰੀਤ ਵੈਲਕਮ। ਕਿੱਥੋਂ? ਸਰਪ੍ਰੀਤ ਜੀ ਅਨਮਿਊਟ ਕਰਿਓ। ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰਪ੍ਰੀਤ ਕਿੱਥੋਂ? ਮੈਂ ਜਲਾਲਾਬਾਦ ਈਸਟ ਪਿੰਡ ਹੈ ਜੀ, ਡਿਸਟ੍ਰਿਕਟ ਮੋਗਾ ਚ। ਮੋਗਾ ਗਰੁੱਪ ਦੇ ਹਾਂ। ਹਾਂਜੀ ਹਾਂਜੀ ਸਰ। ਬਹੁਤ ਜੀ ਆਇਆਂ ਨੂੰ। ਤੁਸੀਂ ਮੇਨ ਪੁਆਇੰਟ ਜ਼ਰੂਰ ਪਲੀਜ਼ ਲਿਖ ਲਿਓ, ਨੋਟ ਕਰ ਲਿਓ, ਆਪਾਂ ਬਾਅਦ ਚ ਡਿਸਕਸ ਕਰਾਂਗੇ। ਨੋ ਪ੍ਰੋਬਲਮ ਸਰ। ਹਾਂਜੀ ਸਰ। ਮੇਨ ਪੁਆਇੰਟ ਮੀਟਿੰਗਸ ਦੇ ਲਿਖ ਲਿਓ, ਬਸ ਬਾਅਦ ਚ ਡਿਸਕਸ ਕਰਾਂਗੇ ਜੋ ਜਿਹਨੇ ਜੋ ਮੇਨ ਪੁਆਇੰਟ ਦਿੱਤਾ, ਇੰਪੋਰਟੈਂਟ। ਕੋਈ ਗੱਲ ਨਹੀਂ ਸਰ। ਲੋਕੇਸ਼ ਜੀ। ਹਾਂਜੀ ਜੀ। ਬਸ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸ਼ੁਰੂ ਕਰਿਓ, ਮੈਂ ਇੱਕ ਦੋ ਸੈਂਟੈਂਸ ਬੋਲਾਂ ਜਿਹੜੇ ਮੈਂ ਬੋਲਦਾ ਹੁੰਨਾ ਜੀ। ਮਹਾਰਿਸ਼ੀਆਂ ਤੇ ਮਹਾਂਗੁਰੂਆਂ ਦੇ ਵਾਰਿਸ ਅਣਖੀ ਪੰਜਾਬੀਓ, ਮੈਂ ਖਾਸ ਤੌਰ ਤੇ ਆਪ ਸਭ ਨੂੰ ਦੇਵਤੇ ਮੰਨਦਾ ਹਾਂ। ਆਓ ਅਸੀਂ ਮਿਲ ਕੇ ਆਪਣੇ ਮਹਾਨ ਪੁਰਖਿਆਂ ਦੀ ਖਾਤਰ ਅਤੇ ਆਉਣ ਵਾਲੇ ਬੱਚਿਆਂ ਦੀ ਖਾਤਰ ਇੱਕ ਨਵੇਂ ਨਰੋਏ ਬੁਲੰਦ ਪੰਜਾਬ ਬਣਾਉਣ ਲਈ ਯਤਨ ਆਰੰਭ ਕਰੀਏ। ਮੈਂ ਲੋਕੇਸ਼ ਜੀ ਨੂੰ ਬੇਨਤੀ ਕਰਦਾ ਵੀ 2 ਮਿੰਟ ਲੈ ਕੇ ਗੱਲ ਸ਼ੁਰੂ ਕਰ ਲਈਏ। नमस्कार सभी को। नमस्कार। एक बहुत अच्छा जी इनिशिएशन, काफी लगभग 2 महीने हो गए हैं हम लोग कर रहे हैं। तो इसमें आज का जो टॉपिक रखा है वो फिजिकली मीटिंग्स और आगे कांटेक्ट कैसे बढ़ाना है, ऑर्गेनाइजेशन में वर्क को प्रैक्टिकल शेप कैसे देनी है हमें। आज इस पर विचार सभी ने अपने यहाँ हम रखेंगे और कोशिश करें कि एक मिशन को अपने को कैसे सक्सेस में लेके जाना है, कि मिशन की तरफ हमारी डिवोशन कैसे बढ़े, उसके लिए हम कितना टाइम लगा सकते हैं, कितना काम कर सकते हैं। तो अपना अपना विचार इस चीज पे आज हम रखें, ताकि जो पंजाब है वो एक भारत जो हमारा देश है इसमें एक अग्रणी प्रदेश रहा है हमेशा से। तो उस और अब जो धीरे धीरे कुछ कमियां आई हैं तो उसको हमें कैसे दूर करना है, कैसे इस पंजाब को दोबारा ग्लोरी पे दोबारा एक पुरानी जो एक इसकी पहचान थी ऋषियों मुनियों की, यहाँ वेदों की रचना हुई है इस पर, यहाँ श्री गुरु ग्रंथ साहब जी की रचना हुई है। तो इतना जो ज्ञान का अथाह भंडार रहा है इस धरती पर, तो उस धरती से हम प्रेरणा लेते हुए क्यों ना इस धरती के लिए कुछ काम करें, इस महाभूमि के लिए कुछ काम करें। यही मेरा तो रहेगा सभी से आग्रह भी।
सभी इसी के लिए जुड़े हैं, सभी का इसके लिए मेरा शुक्रिया भी है। तो मैं इतना ही वही आज की ये बात। बहुत अच्छा लोकेश जी। मैं ਸਾਡੇ ਮਹਾਂਪੁਰਸ਼ ਜੁੜੇ ਨੇ ਸਾਡੇ ਨਾਲ, ਮਹਾਰਿਸ਼ੀ ਜਿਨ੍ਹਾਂ ਨੇ ਦੁਨੀਆ ਭਰ ਚ ਖੇਤੀ ਤੇ ਜੈਵਿਕ ਖੇਤੀ ਤੇ ਬਹੁਤ ਅੱਛਾ ਬੜਾ ਵੱਡਾ ਨਾਮ ਹੈ। ਸਰਦਾਰ ਰਾਜਵੀਰ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣਾ ਲੈਕਚਰ ਸ਼ੁਰੂ ਕਰਨ। ਹਾਂਜੀ ਪਿਆਰੇ ਸਾਥੀਓ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਕੁਝ ਬੋਲਣ ਦਾ ਮੌਕਾ ਦਿੱਤਾ ਜਾਂ ਤੁਹਾਡੇ ਨਾਲ ਜੋੜਿਆ। ਮੈਂ ਪਿਛਲੇ 20 ਸਾਲ ਤੋਂ ਇਸੇ ਕੰਮ ਤੇ ਲੱਗਿਆ, ਬਲਕਿ 1995 ਤੋਂ। ਉਦੋਂ ਮੈਂ ਇੱਕ ਐਜੂਕੇਸ਼ਨ ਡੈਲੀਗੇਸ਼ਨ ਦੇ ਤੌਰ ਤੇ ਇੰਗਲੈਂਡ ਗਿਆ ਸੀ। ਉੱਥੇ ਵੀ ਅਸੀਂ ਇਹੀ ਗੱਲ ਸੀ ਕਿ ਐਜੂਕੇਸ਼ਨ ਦਾ ਕੀ ਕੀਤਾ ਜਾਵੇ। ਮੇਰਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਸਾਡੀ ਐਜੂਕੇਸ਼ਨ ਪ੍ਰੋਡਕਟਿਵ ਹੋਣੀ ਚਾਹੀਦੀ ਹੈ। ਨੰਬਰ 1, ਅਸੀਂ ਜੋ ਸਟੇਟ ਦੀ ਐਜੂਕੇਸ਼ਨ ਹੈ ਜਾਂ ਸਾਡੇ ਸਿਸਟਮ ਚੱਲ ਰਹੇ ਨੇ ਉਹਨਾਂ ਨੂੰ ਨਿੰਦਣ ਦੀ ਬਜਾਏ ਅਸੀਂ ਇੱਕ ਪੈਰਲਲ ਕੰਮ ਸ਼ੁਰੂ ਕਰੀਏ ਜਿਹੜਾ ਹੋਣਾ ਚਾਹੀਦਾ ਸੀ। ਉਹ ਗੁਰਕੁਲ ਤੇ ਆਧਾਰਿਤ ਹੋਵੇ। ਐਨੀਸ਼ੈਂਟ ਸਾਨੂੰ ਕੰਟੀਨਿਊਟੀ ਲੱਭਣੀ ਪਊਗੀ, ਕਿਉਂਕਿ ਸਾਡਾ ਦੇਸ਼ ਕਰਮ ਦਾ ਦੇਸ਼ ਹੈ ਤੇ ਕਰਮ ਦੇ ਉੱਤੇ ਜਦ ਅਸੀਂ ਕੰਮ ਕਰਾਂਗੇ ਤਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਅਸੀਂ ਯਾਦ ਕਰੀਏ, ਜੋ ਲਿਖਦੇ ਨੇ ਕਿ ਕਿਰਤੀ ਸੋਤੇ ਸਿੱਧ ਉੱਥੇ ਪਹੁੰਚ ਜਾਂਦਾ ਹੈ ਜਿੱਥੇ 7 ਜਨਮਾਂ 'ਚ ਰਿਸ਼ੀ ਨਹੀਂ ਪਹੁੰਚ ਸਕਦਾ। ਸੋ ਅਲਟੀਮੇਟ ਮਨੁੱਖ ਦਾ ਮੋਕਸ਼ ਤੇ ਇਸ ਪਲੈਨਟ ਨੂੰ ਸੁੰਦਰ ਬਣਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਜੇ ਦੇਖੀਏ ਤਾਂ ਪਲੈਨਟ ਦੇ ਉੱਤੇ ਇਸ ਟਾਈਮ ਇੱਕ ਜੋ ਬੱਚਾ ਪੈਦਾ ਹੁੰਦਾ ਉਹਦੇ ਹਿੱਸੇ 3 ਹੈਕਟੇਅਰ ਜ਼ਮੀਨ ਆਉਂਦੀ ਹੈ, ਜਿਹਦੇ ਚੋਂ ਸਿਰਫ 10% ਕਲਟੀਵੇਟ ਕੀਤੀ ਜਾ ਸਕਦੀ ਹੈ। ਬਾਕੀ ਸਾਡੇ ਘਰਾਂ ਦੀਆਂ ਜ਼ਰੂਰਤਾਂ, ਰਸਤਿਆਂ ਦੀਆਂ, ਜਾਂ ਕੋਈ ਜਗ੍ਹਾ ਹੀ ਐਸੀ ਹੈ ਜਿੱਥੇ ਕੁਛ ਨਹੀਂ ਹੋ ਸਕਦਾ। ਸੋ ਜਿਹੜੀ 10% ਦੇ ਹਿਸਾਬ ਨਾਲ ਤਾਂ 3000 ਗਜ ਜਗ੍ਹਾ ਬਣਦੀ ਹੈ। ਹਰ ਆਦਮੀ ਦਾ ਇਹ ਦਾਇਤਵ ਬਣਦਾ ਹੈ ਕਿ ਉਹ 3000 ਗਜ ਜਗ੍ਹਾ ਨੂੰ ਸੁੰਦਰ ਬਣਾਵੇ ਤੇ ਉੱਥੇ ਸੁੰਦਰ ਚੀਜ਼ ਪੈਦਾ ਕਰੇ। ਬਿਮਾਰੀਆਂ ਆਪੇ ਹੀ ਦੂਰ ਹੋ ਜਾਣਗੀਆਂ ਜੇ ਸਾਡਾ ਭੋਜਨ ਸ਼ੁੱਧ ਹੋ ਜਾਊਗਾ। ਹੁਣ ਆ ਜਾਂਦੀ ਹੈ ਗੱਲ ਐਜੂਕੇਸ਼ਨ ਤੇ। ਐਜੂਕੇਸ਼ਨ ਦੇ ਵਿੱਚ ਜੋ ਸਾਡੀ ਪੁਰਾਣੀ ਐਜੂਕੇਸ਼ਨ ਸੀ, ਜਿਹਨੂੰ ਅਸੀਂ ਵੈਦਿਕ ਐਜੂਕੇਸ਼ਨ ਵੀ ਕਹਿੰਦੇ ਆ, ਜਿਹਨੂੰ ਬਾਬਾ ਨਾਨਕ ਨੇ ਵੀ ਦੁਹਰਾਇਆ। 40 ਸਾਲ ਦੀ ਉਦਾਸੀ ਬਾਅਦ ਉਹਨਾਂ ਨੇ ਪ੍ਰੈਫਰ ਕੀ ਕੀਤਾ? ਕਰਤਾਰਪੁਰ ਖੇਤੀ। ਖੇਤੀ ਇਹ ਨਹੀਂ ਕਿ ਮੈਂ ਕਰਦਾ, ਆਪਾਂ ਸਾਰੇ, ਸਾਡੀ ਐਜੂਕੇਸ਼ਨ ਤੋਂ ਪ੍ਰੋਡਕਟੀਵਿਟੀ ਅਸੀਂ ਖਤਮ ਕਰਤੀ। ਜੇ ਪ੍ਰੋਡਕਟੀਵਿਟੀ ਹੈ ਤਾਂ ਇਸ ਤਰ੍ਹਾਂ ਦੀ ਹੈ ਜਿਹਨੂੰ ਅਸੀਂ ਸਰਵਿਸ ਇੰਡਸਟਰੀ ਤਾਂ ਕਹਿ ਸਕਦੇ ਹਾਂ, ਬਟ ਅਸੀਂ ਪੈਦਾ ਕੁਛ ਨਹੀਂ ਕਰਦੇ। ਮੈਂ ਚਿਨਮਇਆ ਮਿਸ਼ਨ ਨਾਲ ਕੰਮ ਕਰਦਾ, ਉਹਨਾਂ ਦੇ ਬੱਚਿਆਂ ਦੀ ਇੱਕ ਪੇਰੇਅਰ ਹੈ, ਉਹਦੀ ਦੂਸਰੀ ਲਾਈਨ ਹੈ, ਮੈਂ ਉਹਨਾਂ ਉਸ ਤੋਂ ਡਬਲ ਪੈਦਾ ਕਰੂੰਗਾ ਜਿੰਨਾ ਮੈਂ ਅੱਜ ਕੰਜ਼ਿਊਮ ਕਰੂੰਗਾ। ਜੇ ਸਾਡੀ ਐਜੂਕੇਸ਼ਨ 'ਚ ਇਹ ਗੱਲ ਆ ਜੇ, ਮੈਂ ਉਹਨਾਂ ਦੇ ਸਕੂਲ ਹੈ ਇੰਟਰਨੈਸ਼ਨਲ ਸਕੂਲ ਕੋਇੰਬਟੂਰ, ਉੱਥੇ ਜਾਂਦਾ ਰਹਿਣਾ ਲੈਕਚਰ ਵਗੈਰਾ ਦੇਣ, ਉਹ ਦੇਖ ਕੇ ਹੁੰਦਾ ਕਿ ਜੇ ਸਾਡੇ ਬੱਚਿਆਂ ਨੂੰ ਇਸ ਜਿਹਨੂੰ ਅਸੀਂ ਇਨਫੋਰਮਲ ਐਜੂਕੇਸ਼ਨ ਕਹਾਂਗੇ, ਤੇ ਅਸੀਂ ਛੋਟੇ ਛੋਟੇ ਸਕੂਲ ਪਿੰਡਾਂ ਦੇ ਵਿੱਚ, ਕਿਉਂਕਿ ਬੜੀ ਦੁਵਿਧਾ ਵਾਲੀ ਸਥਿਤੀ ਹੈ ਕਿ ਸਾਰੇ ਇੰਡੀਆ ਦੇ ਵਿੱਚ ਫਾਰਮਰ ਸਕੂਲ ਕਿਤੇ ਨਹੀਂ ਹੈ। 80% ਪਬਲਿਕ ਐਗਰੀਕਲਚਰ ਨਾਲ ਜੁੜੀ ਹੋਈ ਹੈ, ਤੇ ਅਸੀਂ ਉਹ ਸਕੂਲ ਸਿਲੇਬਸਾਂ 'ਚ ਆਉਣਗੇ, ਕੋਈ ਦਿੱਕਤ ਨਹੀਂ, ਪਰ ਸਾਨੂੰ ਪਿੰਡਾਂ ਦੇ ਵਿੱਚ कनेक्शन वीक हो गया, तो डिस्कनेक्ट हो। कोई ना, वेट कर दें। सर अनम्यूट करियो सर। ਮਾਡਰਨ ਟੈਕਨੋਲੋਜੀ ਦਾ ਇਹੀ ਪ੍ਰੋਬਲਮ ਹੈ ਕਿ ਕਿੱਥੇ ਜਾ ਕੇ ਸੋ ਅਸੀਂ ਖੇਤਾਂ ਦੇ ਵਿੱਚ, ਮੈਂ ਖੇਤਾਂ ਦੀ ਇਕੱਲੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਸਾਡੇ ਘਰਾਂ ਦੇ ਵਿੱਚ ਵੀ ਕਿਚਨ ਗਾਰਡਨ, ਰੂਫਟਾਪ ਗਾਰਡਨ ਜਾਂ ਗਮਲਿਆਂ ਦੇ ਵਿੱਚ
ਅਸੀਂ ਉਹ ਚੀਜ਼ਾਂ ਸਿਖਾਈਏ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਹੈਲਥ ਦੀ ਜ਼ਰੂਰਤ ਹੈ। ਤੇ ਡਾਕਟਰ ਐਲਬਰਟ ਹਾਰਵਰਡ ਲਿਖਦੇ ਨੇ, ਸੋਇਲ ਹੈਲਥ ਇਜ਼ ਦਾ ਹਿਊਮਨ ਹੈਲਥ। ਜਿਹੇ ਜੀ ਸਾਡੀ ਧਰਤੀ ਦੀ ਸਿਹਤ ਹੋਊਗੀ, ਉਹੇ ਜਿਹਾ ਸਾਡਾ ਵਾਤਾਵਰਨ ਹੋਊਗਾ, ਉਹੇ ਜਿਹਾ ਸਾਡਾ ਪੌਣ ਪਾਣੀ ਹੋਊਗਾ, ਉਹੇ ਜੀ ਸਾਡੀ ਹੈਲਥ ਹੋਊਗੀ। ਸਾਨੂੰ ਅੱਜ ਹਸਪਤਾਲਾਂ ਨਾਲੋਂ ਜ਼ਿਆਦਾ ਇਹ ਛੋਟੇ ਛੋਟੇ ਸਕੂਲਾਂ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਵਿੱਚ ਅਸੀਂ ਟ੍ਰੈਡੀਸ਼ਨਲ ਐਗਰੀਕਲਚਰ, ਕਿਉਂਕਿ ਇਹਦੇ ਵਿੱਚੋਂ ਐਥਿਕ ਵੀ ਗੁੰਮ ਕਰਤਾ ਅਸੀਂ। ਜੋ ਅਸੀਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਅਸੀਂ ਉਲਾਂਭਾ ਦਿੰਦੇ ਹਾਂ ਬੱਚਿਆਂ ਨੂੰ ਕਿ ਜੀ ਉਹ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ। ਨਹੀਂ, ਮੈਂ ਇਹ ਮੰਨਦਾ ਕਿ ਸਾਡੀ ਐਜੂਕੇਸ਼ਨ 'ਚ ਕਿਤੇ ਕਮਜ਼ੋਰੀ ਹੈ, ਅਸੀਂ ਉਹ ਲੈ ਗਏ ਤੇ ਉਹ ਹੁਣ ਸਿੱਧਾ ਸਕੂਲ ਦੀਆਂ ਸਿਲੇਬਸਾਂ 'ਚ ਅਸੀਂ ਇੱਕੋ ਦਿਨ ਨਹੀਂ ਐਂਟਰ ਕਰ ਸਕਦੇ, ਉਹਨੂੰ ਦੇਰ ਲੱਗੂਗੀ। ਉਹਦਾ ਇੱਕ ਸੋਲੂਸ਼ਨ ਹੈ ਮੇਰੇ ਕੋਲੇ, ਉਹ ਇਹ ਹੈ ਕਿ ਅਸੀਂ ਛੋਟੇ ਛੋਟੇ ਸਕੂਲ ਟਾਈਪ ਅਸੀਂ ਇਹ ਬਣਾਉਣੇ ਸ਼ੁਰੂ ਕੀਤੇ ਨੇ, ਆਰਗੈਨਿਕ ਸੈਂਟਰ। ਉਹ ਸੈਂਟਰ ਦੇ ਵਿੱਚ ਫਿਰ ਅਸੀਂ ਕੁਝ ਪਿੰਡ ਅਡਾਪਟ ਕਰੀਏ, ਜਿਹੜੇ ਪਿੰਡ ਦੇ ਵਿੱਚ ਅਸੀਂ ਇਹ ਛੋਟੇ ਛੋਟੇ ਜਿਹੜੀ ਨੀਡ ਹੈ ਉਹਨਾਂ ਦੀ, ਹੁਣ ਉਹਨੂੰ ਹਲ ਚਲਾਉਣਾ ਸਿਖਾਉਣਾ ਹੈ। ਪਰ ਤੁਹਾਨੂੰ ਇਹ ਹੈਰਾਨੀ ਹੋਊਗੀ ਕਿ ਕਿਉਂਕਿ ਮੈਂ ਸਾਰਾ ਇੰਡੀਆ ਘੁੰਮ ਚੁੱਕਿਆ, ਹਜੇ ਤੱਕ ਟਰੈਕਟਰ ਚਲਾਉਣਾ ਕੋਈ ਨਹੀਂ ਸਿਖਾਉਂਦਾ। 10 ਲੱਖ ਦਾ ਟਰੈਕਟਰ ਜ਼ਰੂਰ ਮਿਲ ਜਾਂਦਾ, ਉਹਦੇ ਉੱਤੇ ਕਿਹੜਾ ਇੰਪਲੀਮੈਂਟ ਲੱਗੂ ਉਹ ਕੰਪਨੀਆਂ ਦੱਸ ਦਿੰਦੀਆਂ ਨੇ, ਲੇਕਿਨ ਕਿਸਾਨ ਨੂੰ ਕੋਈ ਨਹੀਂ ਪੁੱਛਦਾ। ਇੱਕ ਐਸੀ ਚੀਜ਼ ਹੈ ਜਿਹੜੀ ਬੈਡ ਕੰਡਕਟਰ ਜਿਹਨੂੰ ਅਸੀਂ ਕਹਿੰਦੇ ਹਾਂ, ਬੈਡ ਕੰਡਕਟਰ ਦਾ ਮਤਲਬ ਸਮਝੋ, ਜਿਹੜੀ ਪਾਸ ਨਹੀਂ ਹੋਣ ਦੇ ਰਹੀ। ਜਿਹੜੇ ਪਿੰਡਾਂ ਦੇ ਆਈਡੀਏ ਬੱਚਿਆਂ ਦੇ ਵਿੱਚ, ਕਿਸਾਨਾਂ ਦੇ ਕੋਲ ਆਈਡੀਆ ਨੇ ਬਹੁਤ ਤਕੜੇ, ਪਰ ਉਹ ਸਾਡੀਆਂ ਯੂਨੀਵਰਸਿਟੀਆਂ ਤੱਕ ਨਹੀਂ ਪਹੁੰਚਦੇ, ਇਸ ਕਰਕੇ ਉਹ ਇੰਪਲੀਮੈਂਟ ਨਹੀਂ ਹੁੰਦੇ ਤੇ ਉਹ ਇਸ ਤਰ੍ਹਾਂ ਹੀ ਬਜ਼ੁਰਗ ਮਰ ਜਾਂਦੇ ਨੇ। ਮੈਂ ਬੜੇ ਪਿੰਡਾਂ ਦੇ ਵਿੱਚ ਦੇਖਦਾ ਇਸ ਤਰ੍ਹਾਂ ਦਾ ਉਹਨਾਂ ਦੇ ਕੋਲੇ ਜ਼ਖੀਰਾ ਪਿਆ। ਅਸੀਂ ਇਕੱਲੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣੀ, ਉਹਨਾਂ ਤੋਂ ਐਜੂਕੇਸ਼ਨ ਲੈਣੀ ਵੀ ਹੈ, ਰਿਵਰਸੀਬਲ ਐਜੂਕੇਸ਼ਨ ਹੈ ਇਹ। ਤੋਂ ਮੈਂ ਬੇਨਤੀ ਕਰਦਾ, ਅਸੀਂ ਕੁਝ ਸੈਂਟਰ 45 ਦੇ ਕਰੀਬ ਹੋਰ ਵੀ ਬਣਾਵਾਂਗੇ ਕਿ ਅਸੀਂ ਕੁਝ ਪਿੰਡਾਂ ਨੂੰ ਪਹਿਲਾਂ ਲੈ ਲਈਏ ਤੇ ਉਹ ਤੁਸੀਂ ਸਿਲੈਕਟ ਕਰਕੇ ਦੇ ਦਿਓ, ਕੰਮ ਸਾਡਾ। ਅਸੀਂ ਉੱਥੇ ਐਜੂਕੇਸ਼ਨ ਵੀ ਦਿਆਂ, ਅਸੀਂ ਉੱਥੇ ਪੈਦਾ ਕਰਨਾ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਮਾਰਕੀਟ ਕਰਨੇ ਵੀ। ਕਿਉਂਕਿ ਅੱਜ ਕੀ ਹੋ ਰਿਹਾ ਹੈ ਕਿ ਅਸੀਂ ਮਾਰਕੀਟ ਦੇ ਨਾਂ ਤੇ ਡਰਾਈ ਜਾਂਦੇ ਕਿਸੇ ਵੀ ਕੰਮ ਨੂੰ। ਕੋਈ ਸਟਾਰਟਅਪ ਕਰਦਾ ਹੈ ਜੀ, ਮਾਰਕੀਟ ਕਿੱਥੇ ਕਰੇਗਾ? ਅਰੇ ਤੁਸੀਂ ਸੋਨਾ ਪੈਦਾ ਕਰੋ, ਵਿਕਤਾ ਉਹ ਆਪੇ ਜਾਓ। ਗ੍ਰਾਹਕ ਨੂੰ ਚੀਜ਼ ਨਹੀਂ ਮਿਲ ਰਹੀ। ਮੇਰੇ ਯਾਦ ਹੈ ਅਨਿਲ ਮਾਧਵ ਦਵੇ ਜੋ এনवायरमेंट ਮਿਨਿਸਟਰ, ਉਹਨਾਂ ਦੀ ਗੱਲ ਮੈਨੂੰ ਕਹਿੰਦੇ, ਰਾਜਵੀਰ ਕਿੰਨਾ ਵਿਡੰਬਣਾ ਹੈ ਕਿ ਗਾਹਕ ਨੂੰ ਚੀਜ਼ ਨਹੀਂ ਮਿਲਦੀ, ਵੇਚਣ ਵਾਲੇ ਦੀ ਵਿਕਦੀ ਨਹੀਂ। ਮੈਂ ਕਿਹਾ ਜੀ ਵੇਚਣ ਵਾਲਾ ਕਚਰਾ ਪੈਦਾ ਕਰਦਾ, ਫਿਰ ਉਹਦੇ 'ਚ ਐਡ ਦੀ ਸਹਾਇਤਾ ਲੈਂਦਾ। ਆਪਾਂ ਇਹਨੂੰ ਚੱਕ ਕੇ ਸੋਨਾ ਪੈਦਾ ਕਰਨਾ ਸਿੱਖੀਏ ਔਰ ਸਿਖਾਈਏ ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਡੀ ਲੇਡੀਜ਼ ਨੂੰ। ਉਹਨਾਂ ਕੋਲੇ ਬਹੁਤ ਪਿਆਰੇ ਹੁਨਰ ਨੇ। ਪੰਜਾਬ ਕਰਕੇ ਜਾਣਿਆ ਜਾਂਦਾ ਸੀ, ਪਟਾ ਸਿਲਕ ਇੱਥੋਂ ਦੀ ਮਸ਼ਹੂਰ ਸਿਲਕ ਸੀ। ਕਿੱਥੇ ਗੁੰਮ ਗਈ? ਕਿੱਥੇ ਗੁੰਮ ਗਿਆ ਤੂਤਾਂ ਵਾਲਾ ਖੂਹ? ਕਿੱਥੇ ਗਈਆਂ ਤੂਤੀਆਂ ਵੀਰੋ? ਆਪਾਂ ਰਲ ਕੇ, ਕਿਉਂਕਿ ਕੋਈ ਕਿਤੇ ਮਰਜ਼ੀ ਪੇਟੈਂਟ ਕਰਾ ਲੇ। ਕੋਈ ਕਹਿੰਦਾ ਜੀ ਨਿੰਮ ਕਿਸੇ ਨੇ ਪੇਟੈਂਟ ਕਰਾ ਲਿਆ, ਕੋਈ ਕਹਿੰਦਾ ਸ਼ਹਿਤੂਤ ਕਿਸੇ ਨੇ। ਅਰੇ ਨਹੀਂ, ਕੁਛ ਨਹੀਂ ਹੁੰਦਾ। ਜਿਹੜਾ ਸੋਨਾ ਪੈਦਾ ਪੰਜਾਬ ਨੇ ਕਰਨਾ, ਉਹ ਪੰਜਾਬ ਨੇ ਹੀ ਕਰਨਾ ਹੈ। ਉਹ ਪੇਟੈਂਟ ਕਿੰਨਾ ਕਰਾ ਲਓ, ਹੋ ਪੰਜਾਬ ਚ ਆ ਕੇ। ਕਿਉਂਕਿ ਪੰਜਾਬ ਦੀ ਜੋ ਧਰਤੀ ਹੈ, ਇਹ ਸਪਤ ਸਿੰਧੂ ਦੀ ਧਰਤੀ ਹੈ। ਇੱਥੇ ਸੰਗੋਲ ਵੀ ਸੀ ਔਰ ਇੱਥੇ ਮਹਾਰਾਜਾ ਰਣਜੀਤ ਸਿੰਘ ਵੀ ਹੋਇਆ। ਇੱਥੇ ਬਹੁਤ ਕੁਛ ਹੋ ਚੁੱਕਿਆ, ਪਰ ਅਸੀਂ ਇਹਨੂੰ ਸਿਰਫ ਪਛਾਣਨਾ ਹੈ। ਐਜੂਕੇਸ਼ਨ ਦਾ ਮਤਲਬ ਹੀ ਹੈ ਕਿ ਆਪਣਾ ਮੂਲ ਪਛਾਣ। ਤੋਂ ਆਪਣਾ ਮੂਲ ਪਛਾਣਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਛੋਟੇ ਛੋਟੇ ਸਕੂਲ, ਛੋਟੇ ਛੋਟੇ ਸਿਲੇਬਸ ਬਣਾ ਕੇ ਉਹਨਾਂ ਕੰਮਾਂ ਉੱਤੇ ਸਿਖਾਈਏ ਤੇ ਸਾਡੇ ਕਲਚਰ ਨੂੰ ਜਿਉਂਦਾ ਕਰੀਏ, ਸਾਡੀ ਵਿਰਾਸਤ ਨੂੰ ਜਿਉਂਦਾ ਕਰੀਏ। ਅਸੀਂ ਤਾਂ ਆਪਣੇ ਕੱਪੜਿਆਂ ਤੋਂ ਮੁਨਕਰ ਹੋਏ ਫਿਰਦੇ। ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਸਾਨੂੰ ਐਜੂਕੇਸ਼ਨ ਬਹੁਤ ਵੱਡਾ ਰੋਲ ਪਲੇ ਕਰੂ, ਪਰ ਅਸੀਂ ਸਿਲੇਬਸ ਵਾਲੀ ਐਜੂਕੇਸ਼ਨ 'ਚ ਇਹ ਚੀਜ਼ਾਂ ਪਾਉਣ ਤੇ ਦੇਰ ਲੱਗੂ ਬਹੁਤ ਜ਼ਿਆਦਾ। ਕਿਉਂਕਿ ਜਿਹੜਾ 100 ਸਾਲ 'ਚ ਆਪਣਾ ਸਿਸਟਮ ਵਿਗੜਿਆ, ਉਹ ਇੱਕ ਦਿਨ 'ਚ ਸੁਧਰਨਾ ਨਹੀਂ। ਹਾਂ, ਜ਼ੀਰੋ ਤੋਂ ਸੁਧਾਰਨਾ ਬਹੁਤ ਆਸਾਨ ਹੈ। ਜੇ ਆਪਾਂ ਕਹੀਏ ਨਾ ਚੱਲਦੇ ਸਿਸਟਮ ਨੂੰ ਆਪਾਂ ਸੁਧਾਰੀਏ, ਨਹੀਂ, ਅਸੀਂ ਜ਼ੀਰੋ ਤੋਂ ਚੱਲੀਏ ਪਿੰਡਾਂ ਦੇ ਵਿੱਚ। ਕਿਉਂਕਿ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ
ਮੈਂ ਕਹਿੰਦਾ ਨਹੀਂ, ਉਹ ਡਿਵੈਲਪਮੈਂਟ ਸਿਕਨੈਸ ਤੋਂ ਬਚ ਰਹੇ, ਉਹ ਬਚੇ ਹੋਏ ਲੋਕਾਂ ਨੂੰ ਅਸੀਂ ਨਾਲ ਰਲਾਈਏ ਜਿਹੜਿਆਂ ਨੂੰ ਅਸੀਂ ਲੈਸ ਪ੍ਰਿਵਿਲੇਜਡ ਕਹਿੰਦੇ ਆ। ਸੋ ਮੇਰਾ ਤਾਂ ਇੰਨੇ ਵਿਚਾਰ ਹੈ, ਬਾਕੀ ਕਿਉਂਕਿ ਸ਼ਾਰਟ ਟਰਮ ਹੈ ਔਰ ਮੈਨੂੰ ਲੱਗਦਾ ਮੈਂ ਜ਼ਿਆਦਾ ਟਾਈਮ ਲੈ ਰਿਹਾ, ਸੋ ਨਹੀਂ। ਕਿਸੇ ਦਾ ਕੋਈ ਸਵਾਲ ਹੋਵੇ ਜਦ ਮਰਜੀ ਜਿਸ ਤਰ੍ਹਾਂ ਮਰਜੀ ਪੁੱਛੋ, ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਧੰਨਵਾਦ। ਬਹੁਤ ਮਿਹਰਬਾਨੀ। ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰੂੰਗਾ ਥੋੜੀ ਦੇਰ ਬਾਅਦ ਡਾਕਟਰ ਗਾਂਧੀ ਜੀ ਨੂੰ ਸੁਣ ਲਈਏ, ਉਹ ਤੋਂ ਬਾਅਦ ਤੁਸੀਂ ਦੁਬਾਰਾ ਪਲੀਜ਼ ਆਪਣੇ ਜਿਹੜੇ ਪ੍ਰਵਚਨ ਨੇ ਜਾਰੀ ਰੱਖਿਓ। ਠੀਕ, ਥੈਂਕ ਯੂ ਸਰ। ਡਾਕਟਰ ਸਾਡੇ ਜਿਹੜੇ, ਮੈਂ ਅਕਸਰ ਦੁਨੀਆ 'ਚ ਫੀਲ ਕੀਤਾ ਵੀ ਸਾਡੇ ਦੇਸ਼ ਦੇ ਬੈਸਟ MP ਜਿਨ੍ਹਾਂ ਨੇ ਲੋਕਾਂ ਨਾਲ ਜੜ੍ਹਾਂ ਨਾਲ ਜੁੜ ਕੇ ਬਹੁਤ ਸੇਵਾ ਕਰਨ ਦਾ ਯਤਨ ਕੀਤਾ, ਸੱਚੇ ਦਿਲੋਂ ਯਤਨ ਕੀਤਾ, ਤੇ ਸਾਰਾ ਪੰਜਾਬ, ਸਾਰਾ ਪੰਜਾਬੀ ਜਗਤ, ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ। ਮਹਾਰਿਸ਼ੀ ਡਾਕਟਰ ਗਾਂਧੀ सर अनम्यूट कर लो। डॉक्टर गांधी प्लीज अनम्यूट योरसेल्फ, अनम्यूट कर लो सर। हाँ जी। ਭਾਰਦਵਾਜ ਸਾਹਿਬ ਨੇ ਬੜਾ ਵੱਡੀ ਗੱਲਾਂ ਕੀਤੀਆਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ। ਅਸਲ 'ਚ ਸਮੇਂ ਦੇ ਨਾਲ ਸਿਆਸਤ ਵਿੱਚ, ਸਮਾਜਿਕ ਜੀਵਨ ਵਿੱਚ, ਕਿੱਤਾਮੁਖੀ ਜੀਵਨ ਵਿੱਚ ਨਿਗਾਰ ਹੀ ਇੰਨਾ ਆ ਗਿਆ ਕਿ ਜੇ ਕੋਈ ਬੰਦਾ ਸਹਿਜ ਰੂਪ 'ਚ ਵੀ ਆਪਣੇ ਕਿੱਤੇ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਆਵਾਜ਼ ਤੇਜ਼ ਕਰੋ। ਮੈਂ ਕਿਹਾ ਭਾਰਦਵਾਜ ਸਾਹਿਬ ਨੇ ਮੇਰੇ ਬਾਰੇ ਬਹੁਤ ਗੱਲਾਂ ਕੀਤੀਆਂ ਹੈਗੀਆਂ। ਅਸਲ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ। ਅਸਲ ਸਮੇਂ ਦੇ ਨਾਲ ਸਿਆਸੀ ਜੀਵਨ ਵਿੱਚ, ਸਮਾਜਿਕ ਜੀਵਨ ਵਿੱਚ, ਕਿੱਤਾਮੁਖੀ ਜੀਵਨ ਵਿੱਚ ਇੰਨਾ ਨਿਗਾਰ ਆ ਗਿਆ ਕਿ ਜੇ ਕੋਈ ਬੰਦਾ ਸਹਿਜ ਰੂਪ 'ਚ ਵੀ ਆਪਣੇ ਫਰਜ਼ਾਂ ਪ੍ਰਤੀ ਜਾਂ ਆਪਣੇ ਕਿੱਤੇ ਪ੍ਰਤੀ ਸੁਹਿਰਦ ਹੈਗਾ, ਤਾਂ ਉਹ ਬੰਦਾ ਆਮ ਬੰਦਾ ਹੁੰਦਾ ਹੋਇਆ ਵੀ ਸਪੈਸ਼ਲ ਲੱਗਣ ਲੱਗ ਪੈਂਦਾ। ਉਹ ਖੇਤਰ ਚਾਹੇ ਸਿਆਸਤ ਦਾ ਹੋਵੇ, ਚਾਹੇ ਖੇਤਰ ਡਾਕਟਰੀ ਦਾ ਹੋਵੇ, ਚਾਹੇ ਖੇਤਰ ਸਮਾਜਿਕ ਜੀਵਨ 'ਚ ਵਿਚਰਨ ਦਾ ਹੋਵੇ। ਤੇ ਮੈਂ ਸਮਝਦਾ ਕਿ ਇਹ 'ਚ ਕੋਈ ਵਿਸ਼ੇਸ਼ ਗੱਲ ਨਹੀਂ ਹੈਗੀ ਹੈ। ਮੈਂ ਜੋ ਕਿੱਤਾ, ਆਪਣੇ ਕਿੱਤੇ ਦੇ ਤੌਰ ਤੇ ਸਮਾਜਿਕ ਜ਼ਿੰਦਗੀ ਜੀਂਦਿਆਂ, ਲੋਕਾਂ 'ਚ ਵਿਚਰਦਿਆਂ ਜੋ ਮੈਂ ਆਪਣੇ ਆਪ ਨੂੰ ਕੰਡਕਟ ਕੀਤਾ ਹੈਗਾ, ਜੋ ਆਪਣੇ ਫਰਜ਼ ਨਿਭਾਏ ਨੇ ਇੱਕ ਮਨੁੱਖ ਹੋਣ ਦੇ ਨਾਤੇ, ਉਹ ਮੈਂ ਸਮਝਦਾ ਕਿ ਉਹ ਮੇਰਾ ਫਰਜ਼ ਸੀਗਾ, ਤੇ ਉਹ 'ਚ ਕੋਈ ਵਿਸ਼ੇਸ਼ ਮੇਰੀ ਕੋਈ ਪ੍ਰਾਪਤੀ ਨਹੀਂ ਹੈਗੀ ਹੈ। ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜੋ ਤੁਸੀਂ ਇਹ ਸਾਰੇ ਵਿਅਕਤੀ, ਮੇਰੇ ਦੋਸਤ, ਬੜੇ ਸੂਝਵਾਨ, ਗਿਆਨਵਾਨ ਤੇ ਆਪਣੇ ਆਪਣੇ ਤਰੀਕਿਆਂ ਨਾਲ, ਮੌਲਿਕ ਤਰੀਕਿਆਂ ਨਾਲ ਜੋ ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਸੋਚਦੇ ਹੈਗੇ ਹੈ, ਇਹ ਬਹੁਤ ਹੀ ਇੱਕ ਵੈਲਕਮ ਸਟੈਪ ਹੈ, ਇੱਕ ਬਹੁਤ ਹਾਂ ਪੱਖੀ ਇੱਕ ਕਦਮ ਹੈਗਾ ਹੈ। ਔਰ ਬੜੇ ਲੰਮੇ ਸਮੇਂ ਤੋਂ ਭਾਰਦਵਾਜ ਸਾਹਿਬ ਤੇ ਉਹਨਾਂ ਦੀ ਟੀਮ ਇਸ ਪਾਸੇ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈਗੀ ਹੈ। ਹਾਲਾਂਕਿ ਮੇਰੀਆਂ ਇਹਨਾਂ ਦੇ ਕੋਸ਼ਿਸ਼ਾਂ ਦੇ ਨਾਲ ਕਈ ਵਾਰ ਗੱਲਬਾਤ ਵੀ ਹੋਈ ਹੈ ਕਿ ਜ਼ਿਆਦਾ ਆਦਰਸ਼ਵਾਦੀ ਮਤਲਬ ਇੱਕ ਕੋਸ਼ਿਸ਼ਾਂ ਹੈਗੀਆਂ ਇਹਨਾਂ ਦੀਆਂ ਅੱਜ ਦੀਆਂ ਹਕੀਕਤਾਂ ਦੇ ਨਾਲ, ਜਦੋਂ ਇਹ ਕਹਿ ਦਿੰਦੇ ਹੈਗੇ ਹੈ ਕਿ ਵੀ ਕੋਈ ਨੈਗੇਟਿਵ ਗੱਲ ਨਹੀਂ ਕਰਨੀ, ਕਿਉਂਕਿ ਜਦੋਂ ਤੁਸੀਂ ਪੁਰਾਣੇ ਦਾ ਕ੍ਰਿਟੀਕ ਨਹੀਂ ਪੇਸ਼ ਕਰਦੇ, ਪੁਰਾਣੇ ਦੀ ਇੱਕ ਨੰਗੇ ਧੜ ਹੋ ਕੇ ਪੜਚੋਲ ਨਹੀਂ ਕਰਦੇ, ਉਹਨੂੰ ਅੰਡਰ ਸਕਰੂਟਨੀ ਨਹੀਂ ਲਾਉਂਦੇ, ਉਦੋਂ ਤੱਕ ਨਵਾਂ ਸਿਰਜਿਆ ਹੀ ਨਹੀਂ ਜਾ ਸਕਦਾ। ਦਰੁਸਤ ਗਲਤ ਨੂੰ ਬੇਕਿਰਕ ਹੋ ਕੇ ਉਹਨੂੰ ਐਕਸਪੋਜ਼ ਕੀਤੇ ਬਗੈਰ ਨਵੇਂ ਜਿਹੜਾ ਇੱਕ ਸਿਹਤਮੰਦ ਚੀਜ਼ ਹੈ ਉਹਦੀ ਸਿਰਜਣਾ ਨਹੀਂ ਹੋ ਸਕਦੀ ਹੈਗੀ ਹੈ। ਸੋ ਮੈਂ ਸਮਝ, ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਹੋਰਾਂ ਸਰਦਾਰ ਸਾਹਿਬ ਨੇ ਖੇਤੀਬਾੜੀ ਬਾਰੇ ਜੋ ਆਪਣਾ ਸੰਕਲਪ ਪੇਸ਼ ਕੀਤਾ ਹੈਗਾ, ਇਹਦੇ 'ਚ ਵੀ ਪੁਰਾਣੇ ਦਾ ਕ੍ਰਿਟੀਕ ਪਿਆ ਹੈਗਾ ਹੈ, ਔਰ ਜੋ ਅੱਜ ਹੋ ਰਿਹਾ ਉਹਦਾ ਵੀ ਕ੍ਰਿਟੀਕ ਪਿਆ ਹੈਗਾ ਹੈ। ਸੋ ਇੱਕ ਤਾਂ ਮੈਨੂੰ ਇਸੀ ਗੱਲ ਤੇ ਥੋੜਾ ਜਿਹਾ ਹਮੇਸ਼ਾ ਹੀ ਓਪਰਾ ਲੱਗਦਾ ਮੀਟਿੰਗ 'ਚ ਬੋਲਣਾ ਕਿ ਵੀ ਵਿਦਆਊਟ ਕ੍ਰਿਟੀਕ ਤੁਸੀਂ, ਚਾਹੇ ਮਸਲਾ ਐਜੂਕੇਸ਼ਨ ਦਾ, ਚਾਹੇ ਉਹ ਐਗਰੀਕਲਚਰ ਦਾ ਹੈਗਾ ਹੈ, ਚਾਹੇ ਉਹ ਸਮਾਜਿਕ ਜੋ ਕਦਰਾਂ ਕੀਮਤਾਂ ਦਾ ਨਿਗਾਰ ਆਇਆ ਹੈਗਾ ਹੈ, ਸਮਾਜ 'ਚ ਨਿਗਾਰ ਆਇਆ ਉਹਦਾ ਹੈ, ਸਿਆਸਤ ਨਿਗਾਰ ਆਇਆ ਉਹਦਾ ਹੈਗਾ, ਉਹਦੇ ਤੇ ਬਿਲਕੁਲ ਇੱਕ ਰੁਥਲੈਸ ਬੇਕਿਰਕੀ ਨਾਲ ਉਹਦਾ ਕ੍ਰਿਟੀਕ ਪੇਸ਼ ਕਰਨਾ, ਜਾਂ ਉਹਨੂੰ ਮਤਲਬ ਅੰਡਰ ਲੈਂਸ ਸਕਰੂਟਨਾਈਜ਼ ਕੀਤਿਓਂ ਬਗੈਰ ਕੋਈ ਵੀ ਨਵਾਂ ਸਿਹਤਮੰਦ, ਨਾ ਕੋਈ ਪ੍ਰਬੰਧ, ਨਾ ਵਿਦਿਅਕ ਪ੍ਰਬੰਧ, ਨਾ ਸਿਹਤ ਪ੍ਰਬੰਧ, ਨਾ ਸਿਆਸੀ ਪ੍ਰਬੰਧ, ਨਾ ਸਮਾਜਿਕ ਪ੍ਰਬੰਧ, ਉਹ ਸਿਰਜਿਆ ਹੀ ਨਹੀਂ ਜਾ ਸਕਦਾ। ਇਤਿਹਾਸ ਤੋਂ ਪ੍ਰੇਰਨਾ ਲਈ ਜਾ ਸਕਦੀ ਹੈਗੀ ਹੈ, ਵਿਰਸੇ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ, ਵਿਰਸੇ ਦੀਆਂ ਚੰਗੀਆਂ ਗੱਲਾਂ ਅਪਣਾਈਆਂ ਜਾ ਸਕਦੀਆਂ, ਪਰ ਸਾਰਾ ਵਿਰਸਾ ਚੰਗਾ ਨਹੀਂ ਹੁੰਦਾ ਹੈਗਾ। ਕਈ ਵਿਰਸੇ ਕੂੜੇ ਦੇ ਢੇਰ ਤੇ ਵਗਾ ਮਾਰਨ ਜੋਗੇ ਹੁੰਦੇ ਆ। ਮਿਸਾਲ ਦੇ ਤੌਰ ਤੇ ਰਾਮਚਰਿਤਮਾਨਸ ਜਿਹੜੀ ਰਮਾਇਣ ਹੈਗੀ ਹੈ, ਤੁਲਸੀਕ੍ਰਿਤ ਰਮਾਇਣ ਹੈਗੀ ਹੈ, ਉਹਦੇ ਸੁੰਦਰ ਕਾਂਡ 'ਚ ਇੱਕ ਦੋਹਾ ਹੈਗਾ ਕਿ ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਜਿਹੜਾ ਇਹ ਵਿਰਸਾ ਹੈਗਾ, ਇਹ ਸੁੱਟਣ ਵਾਲਾ ਵਿਰਸਾ, ਛੱਡਣ ਵਾਲਾ ਵਿਰਸਾ ਹੈਗਾ। ਇਸ ਤਰ੍ਹਾਂ ਹੀ ਦ੍ਰੋਣਾਚਾਰਿਆ ਦਾ ਜਿਹੜਾ ਉਹਨਾਂ ਜੋ ਅੰਗੂਠਾ ਮੰਗਿਆ ਹੈਗਾ ਏਕਲਵਯ ਦਾ, ਉਹ ਜਿਹੜਾ
ਵਰਗ ਦੇ ਅਧਿਆਪਨ ਦੇ ਕਿੱਤੇ ਤੇ ਇੱਕ ਬਹੁਤ ਵੱਡਾ ਕਲੰਕ ਹੈ ਇਤਿਹਾਸ ਦਾ। ਉਹ ਵਿਰਸਾ ਵਗਾ ਮਾਰਨ ਵਾਲਾ ਵਿਰਸਾ ਹੈਗਾ। ਸੋ ਵਿਰਸਾ ਹਮੇਸ਼ਾ ਚੰਗਾ ਨਹੀਂ ਹੁੰਦਾ, ਵਿਰਸੇ 'ਚ ਬੜਾ ਕੁਝ ਪਛੜਾਪਨ, ਬੜਾ ਕੁਝ ਨੂੰ ਠੀਕ ਕਰਨ ਵਾਲਾ ਹੁੰਦਾ। ਔਰ ਸਮੇਂ ਦੇ ਹਾਣ ਦਾ ਇੱਕ ਨਵਾਂ ਵਿਰਸਾ, ਇੱਕ ਨਵੀਂ ਰਵਾਇਤ, ਨਵਾਂ ਤਰੀਕੇ ਜ਼ਿੰਦਗੀ, ਤਰਜ਼ੇ ਜ਼ਿੰਦਗੀ ਅਪਣਾਉਣ ਦਾ ਲੋੜ ਪੈਂਦੀ ਹੈ। ਉਹ ਤੋਂ ਬਗੈਰ ਜ਼ਿੰਦਗੀ ਅੱਗੇ ਤੁਰ ਨਹੀਂ ਸਕਦੀ ਹੈਗੀ ਹੈ। ਇਹ ਜਿਹੜੀਆਂ ਗੱਲਾਂ ਨੇ ਇਹ ਜ਼ਿੰਦਗੀ ਦੇ ਹਰ ਪੱਖ ਤੇ ਸਮੇਤ ਵਿੱਦਿਆ ਤੇ ਲਾਗੂ ਹੁੰਦੀਆਂ ਹੈਗੀਆਂ। ਜੇ ਆਪਾਂ ਜਿਹੜੀ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਦੀ ਗੱਲ ਕਰਦੇ ਹੈਗੇ ਆ, ਮੈਂ ਸਮਝਦਾ ਕਿ ਇਸ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਨੂੰ ਜਿਹੜੀ ਸਮਾਜਿਕ ਦਰਜਾਬੰਦੀ ਹੈ, ਜਿਹੜੀ ਕਿ ਮਨੂਵਾਦ ਨੇ ਕੀਤੀ ਹੋਈ ਹੈਗੀ ਹੈ, ਕਿਉਂਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜੀ ਵਿੱਦਿਆ ਹੈਗੀ ਹੈ ਇੱਕ ਏਕਾਧਿਕਾਰ ਸੀਗਾ ਸਵਰਨ ਜਾਤਾਂ ਦਾ, ਖਾਸ ਤੌਰ ਤੇ ਬ੍ਰਾਹਮਣ ਵਰਗ ਦਾ। ਉਹ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਹੁਣ ਤੱਕ ਉਹ ਲਾਗੂ ਹੋ ਗਿਆ। ਇੱਥੇ ਤੱਕ ਸਾਡਾ ਅਧਿਆਪਕ ਵੀ ਸਾਡਾ ਉਸ ਤੋਂ ਮੁਕਤ ਨਹੀਂ ਹੋਏ। ਮੈਂ ਕਈਆਂ ਅਧਿਆਪਕਾਂ ਨੂੰ ਕਹਿੰਦੇ ਸੁਣਿਆ ਕਿ ਇਹਨਾਂ ਜਿਹੜਾ ਝੜਮਾਂ ਨੂੰ ਨਾ ਪੜਾਓ, ਇਹ ਕੱਲ ਨੂੰ ਸਾਡੇ ਹੈਡਮਾਸਟਰ ਬਣ ਜਾਣਗੇ। ਜਿਹੜੀ ਇਦਾਂ ਦੀ ਜਿਹੜੀ ਬਿਮਾਰ ਮਾਨਸਿਕਤਾ ਹੈਗੀ ਹੈ, ਜਿਹੜੀ ਮਨੂਵਾਦੀ ਮਾਨਸਿਕਤਾ ਹੈਗੀ ਹੈ, ਉਹ ਸਾਡੇ ਅਧਿਆਪਕਾਂ ਤੱਕ ਪਈ ਹੈਗੀ ਹੈ। ਸਮਾਜ ਦੇ ਵਿੱਚ ਬੁਰੀ ਤਰ੍ਹਾਂ ਜੋ ਸੰਸਕਾਰਾਂ ਦੇ ਲੈਵਲ ਤੇ ਹੈ ਉਹ ਪਈ ਹੈਗੀ ਹੈ। ਜੋ ਜਿਹੜਾ ਐਕਸਕਲੂਸਿਵ ਰਾਈਟ ਸੀ ਐਜੂਕੇਸ਼ਨ ਦਾ, ਜਿਹੜਾ ਕਿਸੇ ਵੇਲੇ ਬ੍ਰਾਹਮਣਾਂ ਕੋਲ ਸੀਗਾ, ਉਹ ਹੌਲੀ ਹੌਲੀ ਹੁਣ ਇਸ ਵੇਲੇ ਇੰਡੀਅਨ ਐਲੀਟ ਕਲਾਸ ਕੋਲ ਹੈਗਾ ਹੈ। ਚਾਹੇ ਉਹ ਅੱਜ ਮਤਲਬ ਆਰਥਿਕ ਤੌਰ ਤੇ ਜਿਹੜੇ ਸੰਪੰਨ ਵਰਗ ਹੈਗੇ ਆ, ਉਹ ਪੈਸੇ ਦੇ ਜ਼ੋਰ ਤੇ ਜਿਹੜੇ ਮਰਜ਼ੀ ਮੈਡੀਕਲ ਕਾਲਜ, ਜਿਹੜੇ ਮਰਜ਼ੀ ਇੰਜੀਨੀਅਰਿੰਗ ਕਾਲਜ, ਜਿਹੜੇ ਮਰਜ਼ੀ MBA, ਜਿੱਥੇ ਮਰਜ਼ੀ ਯੂਨੀਵਰਸਿਟੀ ਵਿੱਚ ਉਹ ਉੱਥੇ ਆਪਣੀ ਉਹਨਾਂ ਦੀ ਸੀਟ ਨਹੀਂ ਹੈਗੀ ਪੈਸੇ ਦੇ ਜ਼ੋਰ ਤੇ, ਭਾਵੇਂ ਉਹ ਬੱਚੇ ਕਿਸੇ ਟੈਸਟ 'ਚ ਬੈਠਣ, ਭਾਵੇਂ ਉਹ ਨਾ ਬੈਠਣ ਹੈਗਾ। ਸੋ ਜਿਹੜਾ ਵਿੱਦਿਆ ਦਾ ਇਹ ਜਿਹੜਾ ਸਮਾਜਿਕ ਦਰਜਾਬੰਦੀ ਹੈ, ਜਿਹੜੀ ਸੋਸ਼ਲ ਹਿਰਾਰਕੀਕਲ, ਜਿਹੜੀ ਇੱਕ ਵਾਂਝਾ ਵਰਗ ਕੀਤਾ ਹੋਇਆ ਬਹੁਤ ਵੱਡਾ, ਜਿਹਦਾ ਪਹਿਲੇ ਇਤਿਹਾਸਕ ਤੌਰ ਤੇ ਵੀ ਦਰੁਸਤ ਹੈ, ਮੌਜੂਦਾ ਤੌਰ ਤੇ ਵੀ ਦਰੁਸਤ ਹੈਗਾ। ਜਿਹੜੇ ਬੱਚੇ ਜਿਨ੍ਹਾਂ ਨੂੰ 50% ਤੋਂ ਉੱਪਰ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੈਗੇ ਆ, ਜਿਨ੍ਹਾਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਹੈਗੀ ਹੈ, ਜਿਨ੍ਹਾਂ ਨੂੰ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਨੈਸ਼ਨਲ ਸ਼ੇਮ ਹੈਗੀ ਹੈ ਕਿ 60% ਇੰਡੀਅਨ ਬੱਚਿਆਂ ਦੀ ਗਰੋਥ ਸਟੰਟਡ ਹੈਗੀ ਹੈ। ਸਟੰਟਡ ਗਰੋਥ ਵਾਲਾ ਬੱਚਾ, ਮੈਲਨਰਿਸ਼ ਬੱਚਾ, ਜਿਹਨੂੰ ਪੂਰੇ ਐਲੀਮੈਂਟਸ, ਵਿਟਾਮਿਨਸ, ਮਿਨਰਲਸ ਜਾਂ ਉਹਨੂੰ ਮਾਈਕਰੋਨਿਊਟ੍ਰੀਐਂਟ ਨਹੀਂ ਮਿਲਦੇ ਹੈਗੇ ਆ, ਉਹ ਬੱਚਾ ਜ਼ਿੰਦਗੀ ਦੀ ਹਰ ਦੌੜ 'ਚ ਪਛੜਦਾ ਹੈਗਾ ਹੈ। ਉਹਦੀ ਸਿੱਖਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਮਤਲਬ ਘੱਟ, ਬਾਕੀ ਬੱਚਿਆਂ ਦਾ ਘੱਟ ਹੁੰਦੀ ਹੈ। ਉਹਨੂੰ ਬਿਮਾਰੀਆਂ ਜਲਦੀ ਪਕੜਦੀਆਂ ਹੈਗੀਆਂ, ਉਹਦੇ ਸਕੂਲ ਆਵਰਸ ਖਰਾਬ ਹੁੰਦੇ ਹੈਗੇ ਆ, ਔਰ ਜ਼ਿੰਦਗੀ 'ਚ ਬਹੁਤ ਜਲਦੀ ਉਹ ਬਿਮਾਰੀਆਂ 'ਚ ਗਰਸ ਕੇ ਉਹ ਆਪਣੀ ਵਿੱਦਿਆ ਵਿੱਚ ਛੱਡਣੀ ਪੈਂਦੀ ਹੈ, ਜਾਂ ਉਹਨੂੰ ਮੌਤ ਦੇ ਮੂੰਹ 'ਚ ਵੀ ਜਾਣਾ ਪੈਂਦਾ ਹੈਗਾ। ਸੋ ਜਿਹੜੀ ਇਹ ਸਮਾਜਿਕ ਹਿਰਾਰਕੀ ਹੈ, ਇੱਕ ਤਾਂ ਉਹਦੀ ਮੈਂ ਗੱਲ ਕਰਨੀ ਚਾਹੁੰਦਾ। ਦੂਜਾ ਜਿਹੜੀ ਇਕਨੋਮਿਕ ਹਿਰਾਰਕੀਕਲ ਹੈਗੀ ਹੈ, ਉਹਦੀ ਮੈਂ ਜ਼ਿਕਰ ਕੀਤਾ ਕਿਵੇਂ ਮਤਲਬ ਉੱਚ ਵਰਗ ਨੂੰ, ਜਿਹੜੀ ਸੰਪੰਨ ਵਰਗ ਹੈਗੀ ਹੈ, ਉਹਨੂੰ ਅੱਜ ਦੇ ਸਮੇਂ 'ਚ ਹਿੰਦੁਸਤਾਨ 'ਚ ਨਹੀਂ, ਸਾਰੀ ਤੀਜੀ ਦੁਨੀਆ ਦੇ ਮੁਲਕਾਂ 'ਚ, ਦੂਜੀ ਦੁਨੀਆ ਦੇ ਮੁਲਕਾਂ, ਜੀਵਨ ਪਹਿਲੇ ਦੁਨੀਆ ਮੁਲਕਾਂ ਵਿੱਚ ਵੀ ਇਹ ਜਿਹੜੀ ਇਹ ਹਿਰਾਰਕੀ ਹੈਗੀ ਹੈ, ਹਿਰਾਰਕੀਕਲ ਜਿਹੜੀ ਸਟਰਕਚਰ ਹੈ ਸੋਸਾਇਟੀ ਦੀ, ਉਹਨੇ ਬਹੁਤ ਸਾਰੇ ਲੋਕਾਂ ਨੂੰ ਵਿੱਦਿਆ ਤੋਂ ਵਾਂਝੇ ਕੀਤਾ ਹੋਇਆ ਹੈਗਾ, ਉਹਨਾਂ ਨੂੰ ਗਿਆਨ ਤੋਂ ਵਾਂਝੇ ਕੀਤਾ ਹੋਇਆ। ਇੱਥੇ ਤੱਕ ਮੋਦੀ ਸਾਹਿਬ ਤਾਂ ਲੈ ਕੇ ਆ ਗਏ ਕਿ ਸਕਿੱਲ ਇੰਡੀਆ। ਇਹਦਾ ਮਤਲਬ ਹੈ ਕਿਸੇ ਗਰੀਬ ਦੇ ਬੱਚੇ ਨੂੰ ਉਹ ਕਹਿੰਦੇ ਯੋਗਾ ਕਰੋ, ਯੂਨੀਵਰਸਿਟੀ ਯੋਗਾ ਕਰੋ, ਬਣਾਓ, ਜਿਹੜਾ ਦਿਮਾਗ ਦੇ ਪੂਰੇ ਕਵਾੜ ਖੋਲਣੇ ਹੈਗੇ ਹਾਇਰ ਐਜੂਕੇਸ਼ਨ ਨਾਲ, ਉਹ ਤੋਂ ਬਹੁਤ ਸਾਰੇ ਬੱਚਿਆਂ ਨੂੰ ਪਾਸੇ ਕਰ ਦਿੱਤਾ ਗਿਆ ਸਕਿੱਲ ਇੰਡੀਆ ਦੇ ਨਾਂ ਤੇ। ਇਹ ਵੀ ਆਪਾਂ ਨੇ ਵਿੱਦਿਆ ਸਾਡੇ ਵਾਸਤੇ, ਵਿੱਦਿਆ ਜੋ ਲੋਕ ਵਿੱਦਿਆ ਦੇ ਖੇਤਰ 'ਚ ਕੰਮ ਕਰਨਾ ਚਾਹੁੰਦੇ, ਜੋ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਸੋਚਣ ਦਾ ਵਿਸ਼ਾ ਹੈਗਾ। ਔਰਤਾਂ ਬਾਰੇ, ਔਰਤਾਂ ਨੂੰ ਸਦੀਆਂ ਤੋਂ ਨਹੀਂ, ਹਜ਼ਾਰਾਂ ਸਾਲਾਂ ਤੋਂ ਵਿੱਦਿਆ ਤੋਂ ਵਾਂਝੇ ਰੱਖਿਆ ਗਿਆ, ਔਰ ਹੁਣ ਵੀ ਜੋ ਸਮਾਜ ਦਾ ਨਜ਼ਰੀਆ ਹੈਗਾ ਲੜਕੀਆਂ ਦੀ ਵਿੱਦਿਆ ਬਾਰੇ, ਖਾਸ ਤੌਰ ਤੇ ਪੰਜਾਬ ਚਲੋ ਜੇ ਘੱਟ ਹੋਊਗਾ, ਜਿਹੜੀ ਬਿਮਾਰੂ ਸਟੇਟਸ ਹੈ, ਜਿਹੜੀ ਕਾਊ ਬੈਲਟ ਹੈ, ਜਿਹੜੀ ਹਿੰਦੂ ਬੈਲਟ ਹੈਗੀ ਹੈ, ਚਾਹੇ ਮੱਧ ਪ੍ਰਦੇਸ਼ ਹੈ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਯੂਪੀ ਹੈ, ਚਾਹੇ ਬਿਹਾਰ ਹੈਗਾ, ਚਾਹੇ ਹੋਰ ਜਿਹੜੀਆਂ ਪਛੜੀਆਂ ਮਤਲਬ ਇਹ ਰਾਜ ਹੈਗੇ ਆ, ਉਹਨਾਂ ਜੋ ਔਰਤਾਂ ਦੀ ਵਿੱਦਿਆ ਬਾਰੇ ਜੋ ਨਜ਼ਰੀਆ ਸਮਾਜ ਦਾ ਹੈਗਾ ਹੈ, ਔਰ ਜੋ ਸਰਕਾਰਾਂ ਦੀ ਜੋ ਨਲੈਕੀ ਹੈਗੀ ਹੈ, ਜੋ ਪਹਿਲ ਕਦਮੀ ਹੈ ਨਹੀਂ ਹੈ, ਉਹ ਵੀ ਬਹੁਤ ਵੱਡਾ ਵਿਸ਼ਾ ਹੈ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਵਾਸਤੇ। ਪੰਜਾਬ ਵਿੱਚ ਵੀ ਜੇ ਤੁਸੀਂ ਕਹੋ ਕਿ ਬਹੁਤ ਕੁਝ ਠੀਕ ਹੈਗਾ, ਬਹੁਤ ਕੁਝ ਠੀਕ ਨਹੀਂ ਹੈਗਾ ਹੈ। ਬਹੁਤ ਸਾਰੇ ਲੋਕ ਆਪਣੀਆਂ ਕੁੜੀਆਂ ਨੂੰ 10ਵੀਂ ਤੋਂ ਬਾਅਦ ਕਾਲਜ ਭੇਜਣ ਤੋਂ ਝਿਜਕਦੇ ਹੈਗੇ ਆ, ਕੁਝ ਇਸ ਕਰਕੇ ਵੀ ਕਿ ਬਗਾਨਾ ਧਨ ਹੈ, ਕਾਹਨੂੰ ਪੈਸੇ ਲਾਣੇ, ਮੁੰਡੇ ਦੇ ਪੈਸੇ ਲਾਓ ਜਿਹੜਾ ਸਾਡਾ ਵਾਰਸ ਹੈਗਾ ਆ। ਤੇ ਕੁਝ ਲੋਕੀ ਇਸ ਦਰੋਂ ਕਿ ਸਮਾਜ ਦਾ ਮਾਹੌਲ ਖਰਾਬ ਹੈਗਾ, ਇਹਨੂੰ ਇੱਜ਼ਤ ਨਾਲ ਜੋੜ ਕੇ ਜਾਂ ਚਿੱਟੀ ਪੱਗ ਨਾਲ ਜੋੜ ਕੇ ਵੀ ਉਹ ਇਹਨੂੰ ਮਤਲਬ ਜਿਹੜੀ ਲੜਕੀਆਂ ਦੀ ਵਿੱਦਿਆ ਹੈਗੀ ਆ ਉਹਨੂੰ ਨਿਰੁਤਸਾਹਿਤ ਕਰਦੇ ਆ, ਉਹਨੂੰ ਡਿਸਕਰੇਜ ਕਰਦੇ ਹੈਗੇ ਆ। ਸੋ ਜਿਹੜਾ ਸੋਸ਼ਲ ਹਿਰਾਰਕੀ, ਇਕਨੋਮਿਕ ਹਿਰਾਰਕੀ, ਜੈਂਡਰ ਹਿਰਾਰਕੀ,
ਹਾਇਰਾਰਕੀਕਲ ਪੈਟਰਨ ਹੈਗਾ ਹੈ, ਔਰ ਜੋ ਟਰਾਂਸਜੈਂਡਰ ਹੈਗੇ ਜਿੰਨੇ ਆਪਾਂ ਜਿਹੜੇ ਜਿਹਨੂੰ ਆਪਾਂ ਖੁਸਰੇ ਕਹਿੰਦੇ ਹੈਗੇ ਆ, ਜਾਂ ਮੈਂ ਹੋਰ ਇੱਕ ਸ਼ਬਦ ਹੈਗਾ ਹਿੰਦੀ ਦਾ ਬੜਾ ਪਿਆਰਾ ਮੈਨੂੰ ਭੁੱਲ ਜਾਂਦਾ ਹੈਗਾ, ਉਹਨਾਂ ਨਾਲ ਜੋ ਵਤੀਰਾ ਹੈਗਾ ਆ, ਜੋ ਉਹਨਾਂ ਨੂੰ ਬਿਲਕੁਲ ਹੀ ਵਾਂਝਾ 100% ਬਾਹਰ ਕੱਢਿਆ ਹੋਇਆ ਵਿਦਿਆ ਚੋਂ, ਔਰ ਉਹ ਮਜ਼ਾਕ ਦੇ ਪਾਤਰ ਬਣਾਇਆ ਗਿਆ। ਹਾਲਾਂਕਿ ਉਹ ਪੂਰੇ ਸੂਰੇ ਮਨੁੱਖ ਨੇ, ਉਹ ਜ਼ਿੰਦਗੀ 'ਚ ਪੂਰੀਆਂ ਪ੍ਰਾਪਤੀਆਂ ਕਰ ਸਕਦੇ ਆ, ਕੁਝ ਵੀ ਬਣ ਸਕਦੇ ਹੈਗੇ ਆ। ਸੋ ਇਹ ਸਾਰਿਆਂ ਜੇ ਤੁਸੀਂ ਫਰੇਮਵਰਕ ਨੂੰ ਦੇਖੋਗੇ ਤਾਂ ਪੁਰਾਣੇ ਸਿਸਟਮ ਦਾ ਕ੍ਰਿਟੀਕ ਪੇਸ਼ ਕੀਤਿਓਂ ਬਗੈਰ, ਪੁਰਾਣੇ ਸਿਸਟਮ ਦੀਆਂ ਕਮਜ਼ੋਰੀਆਂ ਤੇ ਉਂਗਲਾਂ ਰੱਖਿਓ ਬਗੈਰ ਜਿਹੜਾ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਹੈ ਉਹ ਸੰਭਵ ਨਹੀਂ ਹੈਗਾ ਹੈ। ਆਪਾਂ ਇੱਕਾ ਦੁੱਕਾ ਜਿਹੜੇ ਸੁਧਾਰਵਾਦੀ ਕਦਮ ਤਾਂ ਚੁੱਕ ਸਕਦੇ ਆ, 1-2 ਬੱਚਿਆਂ ਦੀ ਜ਼ਿੰਦਗੀ ਦਾ 100,000 ਬੰਦਿਆਂ ਦੀ ਜ਼ਿੰਦਗੀ 'ਚ ਤਾਂ ਫਰਕ ਪਾ ਸਕਦੇ ਹੈਗੇ ਆ, ਪਰ ਜਿਹੜੀ ਸੋਸਾਇਟੀ ਦੀ ਜਿਹੜੀ ਸਮੁੱਚੀ ਕਾਇਆਕਲਪ ਹੈਗੀ ਹੈ ਉਹ ਪੋਸੀਬਲ ਨਹੀਂ ਹੈਗੀ ਹੈ। ਸੋ ਮੈਂ ਸਮਝਦਾ ਕਿ ਭਾਰਦਵਾਜ ਸਾਹਿਬ ਦੀ ਇੱਛਾ ਬਹੁਤ ਤੀਬਰ ਇੱਛਾ ਹੋਣ ਦੇ ਬਾਵਜੂਦ ਇਹਨਾਂ ਨਾਲ ਅੱਗ ਹੈਗੀ ਹੈ ਕਿ ਮੈਂ ਪੰਜਾਬ ਨੂੰ ਕਿਵੇਂ ਪੰਜਾਬ ਦੀ ਮਦਦ ਕਰਾਂ, ਸੰਗਤਾਂ ਕਰਸੇ ਪੰਜਾਬ ਨੂੰ ਜਿਹੜਾ ਹਰ ਪਾਸੇ ਜ਼ਿੰਦਗੀ ਦੇ ਹਰ ਖੇਤਰ 'ਚ ਪਛੜਿਆ ਜਾ ਰਿਹਾ, ਉਹ ਪੰਜਾਬ ਜਿਹਦਾ ਸ਼ਾਨਾ ਮੱਤਾ ਇਤਿਹਾਸ ਹੈ, ਸ਼ਾਨਾ ਮੱਤਾ ਵਿਰਸਾ ਹੈਗਾ, ਸ਼ਾਨਾ ਮੱਤੀ ਵਿਰਾਸਤ ਹੈਗੀ ਹੈ, ਬਾਬੇ ਨਾਨਕ ਦਾ ਬੁੱਲੇ ਸ਼ਾਹ ਦਾ ਮਤਲਬ ਸੁਲਤਾਨ ਬਾਹੂ ਦਾ ਪੰਜਾਬ, ਬਾਬੇ ਨਾਨਕ ਦਾ ਪੰਜਾਬ, ਬੁੱਲੇ ਸ਼ਾਹ ਦਾ ਪੰਜਾਬ, ਵਾਰਿਸ ਸ਼ਾਹ ਦਾ ਪੰਜਾਬ, ਉਹ ਪੰਜਾਬ ਅੱਜ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿੱਦਿਆ ਹੋਵੇ, ਸਿਹਤ ਹੋਵੇ, ਜਾਂ ਖੇਤੀਬਾੜੀ ਹੋਵੇ, ਜਾਂ ਨੌਜਵਾਨਾਂ ਦੀ ਜੋ ਜ਼ਿੰਦਗੀ ਹੈ ਉਹਦਾ ਮਾਮਲਾ ਹੋਵੇ, ਜਾਂ ਕਦਰਾਂ ਕੀਮਤਾਂ ਸੋਸ਼ਲ ਵੈਲਿਊਜ਼ ਦਾ ਮਾਮਲਾ ਹੋਵੇ, ਝੂਠ ਬੋਲਣਾ, ਘੱਟ ਤੋਲਣਾ, ਜਾਂ ਮਤਲਬ ਜੋ ਵੀ ਵਿਗਾੜ ਹੈ, ਮਿਲਾਵਟਾਂ ਕਰਨੀਆਂ ਹੈਗੀਆਂ, ਤੇ ਹਰ ਪਾਸੇ ਠੱਗੀ ਠੋਰੀ ਦਾ ਜੋ ਇੱਕ ਕਲਚਰ ਪੈਦਾ ਹੋ ਚੁੱਕਿਆ ਹੈਗਾ, ਇਹ ਜਿਹੜਾ ਹੈ ਨਾ ਇਹਨੂੰ ਸਾਰੇ ਕੁਝ ਜੋ ਕੰਸਰਨ ਹੈਗਾ ਆ ਗਰੁੱਪਬਾਜੀ, ਹਾਂਜੀ ਗਰੁੱਪਬਾਜੀ, ਉਹ ਜਿਹੜਾ ਕੰਸਰਨ ਹੈ ਉਹਨਾਂ ਦਾ ਉਹ ਬਹੁਤ ਭਾਰਦਵਾਜ ਸਭਾ ਦਾ ਬੜੀ ਤੀਬਰ, ਮੈਨੂੰ ਕਈ ਵਾਰ ਮਿਲੇ ਨੇ, ਉਹਨਾਂ ਅੰਦਰ ਅੱਗ ਹੈਗੀ ਹੈ। ਔਰ ਮੈਂ ਇਹਦਾ ਸਨਮਾਨ ਕਰਦਾ ਹੋਇਆ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਉੱਪਰ ਲਿਖ ਦਿੰਦੇ ਆ ਕਿ ਵੀ ਕੋਈ ਕ੍ਰਿਟਿਕ ਕੋਈ ਪਰਚੋਲਵੀਂ ਗੱਲ ਨਾ ਹੋਵੇ, ਕੋਈ ਅਨੋਇੰਗ ਗੱਲ ਨਾ ਹੋਵੇ। ਯੂ ਹੈਵ ਟੂ ਬੀ ਵੈਰੀ 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 ਕਰੂਡ ਐਂਡ ਵੈਰੀ ਨੇਕਡ in taking on the system old and the new. old ਚੋਂ ਸਾਰਾ ਜੋ ਗੰਦਮੰਦ ਦਾ ਕੱਢ ਕੇ ਬਾਹਰ ਮਾਰਨ ਵਾਲਾ ਹੈਗਾ, ਉਹ ਚੋਂ ਜੋ ਸੁਨੱਖਾ ਹੈਗਾ ਹੈ, ਜੋ ਸੁਥਰਾ ਹੈਗਾ ਹੈ, ਜੋ ਹੈਲਦੀ ਹੈਗਾ ਉਹ ਰਿਟੇਨ ਕਰਨ ਵਾਲਾ ਹੈਗਾ, ਤੇ ਨਵੇਂ ਜੋ ਹੈਲਦੀ ਹੈ ਉਹ ਰਿਟੇਨ ਕਰਨ ਵਾਲਾ, ਨਵੇਂ ਜੋ ਗੰਦਮੰਦ ਆ ਉਹ ਬਾਹਰ ਸੁੱਟਣ ਵਾਲਾ ਹੈਗਾ। ਇਹਨਾਂ ਦੋਹਾਂ ਦੇ ਸੁਮੇਲ ਨਾਲ ਹੀ ਪੰਜਾਬ ਦਾ ਜਿਹੜਾ ਮੈਸਿਵ ਜਿਹੜਾ ਐਜੂਕੇਸ਼ਨ ਰੈਵੋਲੂਸ਼ਨ ਹੈ ਉਹ ਪੂਰਾ ਹੋ ਸਕਦਾ ਹੈਗਾ। ਇੱਕ ਮੈਂ ਇਹ ਤੁਹਾਡੇ ਨਾਲ ਇਹ ਜਿਹੜੀ ਗੱਲ ਸੀਗੀ ਬਹੁਤ ਜ਼ਰੂਰੀ ਤਰ੍ਹਾਂ ਮੈਂ ਸਮਝਦਾ ਸੀ ਕਿ ਕਰਨੀ ਚਾਹੀਦੀ ਹੈ। ਮੈਂ ਫਿਰ ਰਿਪੀਟ ਕਰ ਦਿੰਦਾ ਕਿ ਸੋਸ਼ਲ ਹਾਇਰਾਰਕੀਕਲ ਪੈਟਰਨ, ਜਿਹੜਾ ਦੂਜਾ ਹੈਗਾ ਆ ਉਹ ਹੈਗਾ ਆ ਕਿ ਜਿਹੜਾ ਪੋਲੀਟੀਕਲ ਹਾਇਰਾਰਕੀਕਲ ਪੈਟਰਨ, ਇਕਨੋਮਿਕ ਹਾਇਰਾਰਕੀਕਲ ਪੈਟਰਨ, ਜਿਹੜੀ ਜੈਂਡਰ ਹਾਇਰਾਰਕੀਕਲ ਪੈਟਰਨ, ਇਹਨਾਂ ਤਿੰਨਾਂ ਨੂੰ ਭਜਾਇਓ ਬਗੈਰ, ਇਹਨਾਂ ਤਿੰਨਾਂ ਨੂੰ ਸ਼ਿਕਸਤ ਦਿੱਤੋਂ ਬਗੈਰ, ਇਹਨਾਂ ਤਿੰਨਾਂ ਲੜਿਓ ਬਗੈਰ ਜਿਹੜਾ ਮੈਸਿਵ ਜਿਹਨੂੰ ਆਪਾਂ ਕਹਿੰਦੇ ਪਬਲਿਕ ਐਟ ਲਾਰਜ ਉਹਨੂੰ ਫਾਇਦਾ ਦੇਣ ਵਾਸਤੇ, ਉਹਦੀ ਜ਼ਿੰਦਗੀ 'ਚ ਕੋਈ ਸਾਰਥਕ ਤਬਦੀਲੀ ਕਰਨ ਵਾਸਤੇ ਇਹਨਾਂ ਤਿੰਨਾਂ ਨੂੰ ਲੜਿਓ ਬਗੈਰ ਜਿਹੜੀ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਆ ਪੂਰਾ ਨਹੀਂ ਹੋ ਸਕਦਾ ਹੈਗਾ। ਸੋਸ਼ਲ ਪੋਲੀਟੀਕਲ ਜਿਹੜਾ ਜੈਂਡਰ ਹਾਇਰਾਰਕੀ ਤੇ ਪੋਲੀਟੀਕਲ ਹਾਇਰਾਰਕੀ ਵੀ, ਇਹ ਸਾਰਿਆਂ ਨੂੰ ਮਤਲਬ ਸਾਰਿਆਂ ਦੇ ਮਤਲਬ ਤੁਹਾਨੂੰ ਅਟੈਕ ਕਰਨਾ ਪੈਣਾ ਹੈਗਾ, ਸਾਰਿਆਂ ਨੂੰ ਤੁਹਾਨੂੰ ਹੈਡ ਔਨ ਲੈਣਾ ਪੈਣਾ ਹੈਗਾ। ਔਰ ਮੈਂ ਦੂਜੇ ਕੋ ਪੈਂਦਾ ਕਿ ਵਿਰਸਾ ਸਾਰਾ ਸੰਭਣ ਵਾਲਾ ਨਹੀਂ ਹੁੰਦਾ, ਕੁਝ ਵਿਰਸਾ ਕੂੜੇ ਢੇਰ ਤੇ ਸੁੱਟਣ ਵਾਲਾ ਹੈਗਾ, ਬੈਕਵਰਡ ਹੈਗਾ, ਉਹਨੂੰ ਜੋ ਹੈਗਾ ਸਾਰਾ ਗ੍ਰਹਿਣ ਕਰਨ ਵਾਲਾ ਨਹੀਂ ਹੈਗਾ। ਉਹ ਜੋ ਮਾੜੇ ਪੱਖ ਨੇ, ਜਿਵੇਂ ਜਿਹੜੀ ਸਰਮਾਇਆਦਾਰੀ ਹੈਗੀ ਹੈ, ਕੈਪੀਟਲਿਸਟ ਸਿਸਟਮ ਹੈ, ਉਹ ਜਿੰਨਾ ਉਹ ਰੂਥਲੈਸ ਹੈ, ਜਿੰਨਾ ਉਹ এনवायरमेंट ਨੂੰ ਤਬਾਹ ਕਰ ਰਿਹਾ, ਜਿੰਨਾ ਉਹ ਦੁਨੀਆ ਦੇ ਗਲੋਬ ਨੂੰ ਹੀ ਤਬਾਹ ਕਰ ਰਿਹਾ ਹੈਗਾ, ਸਾਡੀ ਜ਼ਿੰਦਗੀਆਂ ਨੂੰ ਤਬਾਹ ਕਰ ਰਿਹਾ ਹੈਗਾ, ਉਹ ਸਾਰਾ ਵਗਾਹ ਮਾਰਨ ਵਾਲਾ ਜਿਹੜੀ ਗ੍ਰੇਟਾ ਥੁਨਬਰਗ ਹੈਗੀ, ਜਿਹੜੀ ਸਵੀਡਿਸ਼ ਕੁੜੀ ਹੈ, ਜੋ ਨਾ ਯੂਐਨ ਦੀ ਅਸੈਂਬਲੀ ਸਪੀਚ ਦਿੱਤੀ ਸੀਗੀ, ਬਹੁਤ ਸ਼ਾਨਦਾਰ ਸਪੀਚ ਸੀ। ਮੈਂ ਸਭ ਨੂੰ ਸੁਣਨ ਦੀ ਬੇਨਤੀ ਕਰਦਾ ਗ੍ਰੇਟਾ ਥੁਨਬਰਗ ਦੀ ਸਪੀਚ ਨੂੰ। ਉਹਨਾਂ ਕਿਹਾ ਕਿ ਸਾਨੂੰ ਸਾਡੇ ਵਾਸਤੇ ਕੁਝ ਨਹੀਂ ਛੱਡ ਰਹੇ, ਸਾਡੀ ਦੁਨੀਆ, ਸਾਡਾ ਭਵਿੱਖ ਤਬਾਹ ਕਰਨ ਲੱਗੇ ਤੁਸੀਂ। ਜਿਹੜੇ ਦੁਨੀਆ ਭਰ ਦੇ ਸਿਆਸਤਦਾਨ ਹੈਗੇ, ਦੁਨੀਆ ਭਰ ਦੇ ਪੋਲੀਟੀਕਲ ਸਿਸਟਮ ਹੈਗੇ ਆ, ਉਹ ਤਾਂ ਜਸਟ ਆਫ ਦੀ ਟਰੈਕ ਰੈਫਰੈਂਸ ਸੀਗਾ। ਦੂਜਾ ਹੈਗਾ ਕਿ ਵਿਦਿਆ ਵੀ ਕਿਹੋ ਜਿਹੀ ਹੋਵੇ। ਵਿਦਿਆ ਇੱਕ ਤਾਂ ਅਕਾਦਮਿਕ ਵਿਦਿਆ ਹੈਗੀ ਹੈ, ਤੁਸੀਂ ਡਾਕਟਰ ਬਣਾ ਲਓ, ਇੰਜੀਨੀਅਰ ਬਣਾ ਲਓ, ਹੋਰ ਕੁਝ ਬਣਾ ਲਓ, ਉਹ ਬੱਚੇ ਬਣੀ ਜਾਣਗੇ ਹੈਗਾ, ਪਰ ਉਹ ਬੱਚੇ ਕੀ ਬਣ ਰਹੇ ਨੇ, ਬੱਚੇ ਨਿੱਜੀ ਜ਼ਿੰਦਗੀ ਕੀ ਬਣਦੇ ਨੇ, ਜਦ ਤੱਕ ਉਹ ਬੱਚਿਆਂ 'ਚ ਜਾਤ ਹੰਕਾਰ ਹੈਗਾ, ਧਰਮ ਹੰਕਾਰ ਹੈਗਾ ਹੈ, ਲਿੰਗ ਹੰਕਾਰ ਹੈਗਾ ਹੈ, ਔਰ ਦੇਸ਼ ਹੰਕਾਰ ਹੈਗਾ ਹੈ, ਉਦੋਂ ਤੱਕ ਆਪਾਂ ਕਹਿੰਦੇ ਕਿ ਜਿਹੜੀ ਐਜੂਕੇਸ਼ਨ ਰੈਵੋਲੂਸ਼ਨ ਹੈ ਉਹ ਪੂਰਾ ਨਹੀਂ, ਅਧੂਰਾ ਹੈਗਾ ਹੈ।
ਜਿਹੜਾ ਜਾਤ ਹੰਕਾਰ ਹੈ ਜੋ ਅੱਜ ਵੀ ਸਾਡੇ ਵਿੱਚ ਸੰਸਕਾਰਾਂ ਦੇ ਲੈਵਲ ਤੇ ਇੰਨੀ ਪੀਢੀ ਜਕੜ ਹੈਗੀ ਹੈ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਬਜ਼ੁਰਗਾਂ ਤੱਕ, ਉਹਨੂੰ ਮਤਲਬ ਅਜੇ ਤੱਕ ਨਹੀਂ ਟੁੱਟ ਸਕਿਆ। ਬੜੇ ਸਮਾਜ ਸੁਧਾਰਕ ਆਏ ਨੇ, ਬੜਾ ਕੋਸ਼ਿਸ਼ ਕੀਤੀ ਹੈ ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਕਿ ਵੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਬੋ, ਸਭੇ ਸਾਂਝੀ ਵਾਲਸ ਦਾਇਨ ਕੋਈ ਨਾ ਦਿਸਿਓ ਬਾਹਰਾ ਜੀਓ, ਰੰਗਰੇਟੇ ਗੁਰੂ ਕੇ ਬੇਟੇ, ਸੰਗਤ ਲੰਗਰ ਪੰਗਤ ਦੀ ਪ੍ਰਥਾ ਸ਼ੁਰੂ ਕਰਕੇ ਬਹੁਤ ਇੱਕ ਇਨਕਲਾਬੀ ਕਦਮ ਚੁੱਕ ਕੇ ਸਿੱਖ ਧਰਮ ਨੇ, ਪਰ ਅਖੀਰ ਨੂੰ ਆ ਕੇ ਸਿੱਖ ਧਰਮ ਦਾ ਵੀ ਬ੍ਰਾਹਮਣੀਕਰਨ ਹੋ ਗਿਆ, ਉਹਦਾ ਵੀ ਮੁਕੰਮਲ ਤੌਰ ਤੇ ਉਹ ਖਾਧਾ ਗਿਆ ਹੈਗਾ, ਹੜੱਪਿਆ ਗਿਆ ਹੈਗਾ। ਜਿਹੜਾ ਮਨੂਵਾਦੀ ਸੱਭਿਆਚਾਰ ਹੈ, ਮਨੂਵਾਦੀ ਜਿਹੜਾ ਕਰਮਕਾਂਡੀ ਜਿਹੜਾ ਕਲਚਰ ਹੈਗਾ, ਉਹਨੂੰ ਵੀ ਖਤਮ ਕਰ ਦਿੱਤਾ ਹੈਗਾ। ਔਰ ਜਾਂ ਤਾਂ ਬ੍ਰਾਹਮਣੀਕਰਨ ਮੁਕੰਮਲ ਹੋ ਚੁੱਕਿਆ ਹੈਗਾ ਜਾਂ ਮੁਕੰਮਲ ਹੋਣ ਦੇ ਨੇੜੇ ਤੇੜੇ ਹੈਗਾ ਹੈ। ਜਿਵੇਂ ਪੰਜਾਬ 'ਚ ਹਰ ਪਿੰਡ 'ਚ ਗੁਰਦੁਆਰੇ ਹੈ, 3-3 ਗੁਰਦੁਆਰੇ, ਦਲਿਤਾਂ ਦਾ ਅਲੱਗ ਹੈਗਾ, ਜੱਟਾਂ ਦਾ ਅਲੱਗ ਹੈ, ਰਾਮਗੜ੍ਹੀ ਅਲੱਗ ਹੈ, 3-3 ਸ਼ਮਸ਼ਾਨ ਘਾਟਾਂ ਜੱਟਾਂ ਦੀ ਅਲੱਗ ਹੈ, ਦਲਿਤਾਂ ਦੀ ਅਲੱਗ ਹੈਗੀ ਹੈ। ਇਵੇਂ ਧਰਮਸ਼ਾਲਾ ਹੈਗੀਆਂ, ਇਹ ਬਾਜੀਗਰਾਂ ਦੀ ਧਰਮਸ਼ਾਲਾ, ਜੱਟਾਂ ਦੀ ਧਰਮਸ਼ਾਲਾ। ਜਿਹੜਾ ਇਹ ਐਜੂਕੇਸ਼ਨ ਹੈਗੀ ਹੈ, ਉਹ ਬੱਚੇ ਨੂੰ ਕੱਲੀ ਅਕਾਦਮਿਕ ਐਜੂਕੇਸ਼ਨ ਨਾਲ ਨਹੀਂ, ਬਲਕਿ ਜਿਹੜੀ ਸੋਸ਼ਲ ਐਜੂਕੇਸ਼ਨ ਹੈ, ਉਹਨੂੰ ਰੈਵੋਲੂਸ਼ਨਾਈਜ਼ ਕਰਨ ਦੇ ਮਨ ਨੂੰ, ਉਹਨੂੰ ਡੈਮੋਕ੍ਰੈਟ ਬਣਾਉਣਾ, ਉਹਨੂੰ ਧਰਮ ਨਿਰਪੱਖ ਬਣਾਉਣਾ, ਉਹਨੂੰ ਦੇਸ਼ਾਂ ਦੀ ਜਿਹੜੀ ਹੰਕਾਰ ਹੈ, ਦੇਸ਼ ਹੰਕਾਰ, ਜਿਹਦਾ 2 ਸੰਸਾਰ ਜੰਗਾਂ ਲਾਈਆਂ ਹਿਟਲਰ ਦੇ ਦੇਸ਼ ਹੰਕਾਰ ਨੇ ਕਿ ਮੇਰੀ ਜਰਮਨ ਕੌਮ ਮਹਾਨ ਹੈ, ਮੇਰਾ ਆਰੀਅਨ ਕੌਮ ਮਹਾਨ ਹੈਗਾ। ਉਹਨੇ 5 ਕਰੋੜ ਆਬਾਦੀ ਤਬਾਹ ਕੀਤੀ ਦੁਨੀਆ ਦੀ ਪਹਿਲੀ ਸੰਸਾਰ ਜੰਗ 'ਚ, ਤੇ 1.5 ਕਰੋੜ ਆਬਾਦੀ ਕੀਤੀ ਦੂਜੀ ਸੰਸਾਰ ਜੰਗ 'ਚ। ਜਿਹੜਾ ਦੇਸ਼ ਹੰਕਾਰ ਹੈ, ਜਿਹੜਾ ਹਿੰਦੁਸਤਾਨ 'ਚ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਭਾਰਤ ਦੇਸ਼ ਮਹਾਨ ਹੈਗਾ, ਸਾਡਾ ਦੇਸ਼ ਮਹਾਨ ਹੈਗਾ, ਬਾਕੀ ਦੇਸ਼ ਮਹਾਨ ਨਹੀਂ ਹੈ। ਮੇਰਾ ਕਹਿਣਾ ਹੈ ਕਿ ਬੱਚਿਆਂ ਦਾ ਸਮਝ ਆਉਣੀ ਚਾਹੀਦੀ ਹੈ ਕਿ ਸਾਰੀ ਦੁਨੀਆ ਮਹਾਨ ਹੈ। ਸਾਰੇ ਪਾਕਿਸਤਾਨ ਉਨਾ ਹੀ ਮਹਾਨ ਹੈ ਜਿੰਨਾ ਹਿੰਦੁਸਤਾਨ ਮਹਾਨ ਹੈ, ਇਥੋਪੀਆ ਉਨਾ ਹੀ ਮਹਾਨ ਹੈ ਜਿੰਨਾ ਅਮਰੀਕਾ ਮਹਾਨ ਹੈਗਾ ਹੈ, ਬੰਗਲਾਦੇਸ਼ ਉਨਾ ਹੀ ਮਹਾਨ ਹੈ ਜਿੰਨਾ ਯੂਰਪ ਮਹਾਨ ਹੈਗਾ ਹੈ। ਸੋ ਸਾਰੇ ਦੇਸ਼, ਸਾਰੇ ਧਰਮ, ਸਾਰੀਆਂ ਜਾਤਾਂ ਔਰ ਸਾਰੇ ਲਿੰਗ, ਇਹ ਸਾਰੇ ਸੁਨੱਖੇ ਹੈਗੇ ਆ। ਜੇ ਸੁਨੱਖਾ ਕੋਈ ਚੀਜ਼ ਨਹੀਂ ਹੈਗੀ ਹੈ ਤਾਂ ਮੌਜੂਦਾ ਸੰਸਾਰ ਪ੍ਰਬੰਧ ਜਿਹਦਾ ਭਾਰਤੀ ਪ੍ਰਬੰਧ ਇੱਕ ਹਿੱਸਾ ਹੈਗਾ, ਇਹ ਸੁਨੱਖਾ ਨਹੀਂ, ਇਹ ਕਰੂਪ ਹੈਗਾ। ਇਹਨਾਂ ਸਾਰੇ ਸਮਾਜ ਨੂੰ ਵੀ ਕਰੂਪ ਕੀਤਾ ਹੋਇਆ ਹੈਗਾ ਹੈ। ਸੋ ਜਿਹੜੀ ਇਹ ਵਿਦਿਆ ਹੈਗੀ ਹੈ, ਇਹ ਸਾਡੀ ਅਕਾਦਮਿਕ ਵਿਦਿਆ ਦੇ ਨਾਲ ਨਾਲ ਇਸ ਵਿਦਿਆ ਦਾ ਸੰਚਾਰ ਕਰਨਾ, ਬੱਚਿਆਂ ਨੂੰ ਇੱਕ 21ਵੀਂ ਸਦੀ ਦੇ ਨਾਗਰਿਕ ਬਣਾਉਣਾ, ਵਿਗਿਆਨ ਦੇ ਨਾਗਰਿਕ ਬਣਾਉਣਾ, ਉਹਨਾਂ ਦਾ ਰਵੱਈਆ ਹੈਗਾ ਉਹ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨਾ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨਵੇਂ ਦੇ ਉਹਦੇ ਬਾਬੇ ਨਾਨਕ ਦੇ ਸਨੇਹ ਤੇ ਲੈ ਕੇ ਆਉਣਾ ਹੈਗਾ, ਔਰ ਉਹਨਾਂ ਨੂੰ ਸੰਸਾਰ ਵਿਆਪੀ ਦ੍ਰਿਸ਼ਟੀਕੋਣ, ਵਰਲਡ ਆਊਟਲੁੱਕ ਉਹਨਾਂ ਡਿਵੈਲਪ ਕਰਨਾ ਕਿ ਸਾਰੇ ਇੱਕ ਧਰਤੀ ਦੇ ਵਾਸੀ ਹੈ, ਅਸੀਂ ਸਾਰੇ ਬਰਾਬਰ ਹੈਗੇ ਆ, ਚਾਹੇ ਕਾਲੇ ਆ, ਚਾਹੇ ਗੋਰੇ ਆ, ਚਾਹੇ ਦਲਿਤ ਹੈਗੇ, ਚਾਹੇ ਬ੍ਰਾਹਮਣ ਹੈਗੇ ਆ, ਚਾਹੇ ਔਰਤਾਂ ਨੇ, ਚਾਹੇ ਮਰਦ ਨੇ, ਚਾਹੇ ਉਹ ਬਲੈਕ ਹੈ, ਚਾਹੇ ਉਹ ਮਤਲਬ ਹੋਰ ਕੋਈ ਮਤਲਬ ਰੰਗ ਨਸਲ ਦੇ ਜਿੰਨੇ ਭੇਦ ਹੈਗੇ ਆ, ਉਹਨਾਂ ਦੇ ਉੱਪਰ ਬੱਚਿਆਂ ਲੈ ਕੇ ਜਾਣਾ ਪਊਗਾ, ਤਾਂ ਆਪਾਂ ਕਹਾਂਗੇ ਸੁਨੱਖਾ, ਸੁਥਰਾ ਤੇ ਤੰਦਰੁਸਤ ਸਮਾਜ ਇਹ ਬਣ ਰਿਹਾ ਹੈਗਾ। ਇੱਕ ਮੇਰਾ ਪੁਆਇੰਟ ਇਹ ਸੀਗਾ, ਜੇ ਮੈਸਿਵ ਐਜੂਕੇਸ਼ਨ ਦੀ ਆਪਾਂ ਗੱਲ ਕਰਨੀ ਆ ਤਾਂ ਇਹਨਾਂ ਪੁਆਇੰਟਾਂ ਤੇ ਅਟੈਕ ਕੀਤੇ ਬਗੈਰ, ਬੱਚਿਆਂ ਨੂੰ ਸਿੱਖਿਅਤ ਕੀਤੇ ਬਗੈਰ ਪੁਰਾਣੇ ਵਿਰਸੇ ਦੀ ਮਦਦ ਲੈ ਕੇ ਸਕਦੀ ਹੈਗੀ ਹੈ। ਪਰ ਜਿਵੇਂ ਪਹਿਲਾਂ ਜ਼ਿਕਰ ਕੀਤਾ, ਪੁਰਾਣਾ ਵਿਰਸਾ ਸਾਰਾ ਸਾਂਭਣ ਵਾਲਾ ਨਹੀਂ ਹੁੰਦਾ, ਬਹੁਤ ਕੁਝ ਵਿਰਸਾ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ। ਅਧਿਆਪਕ ਕਿਤੇ ਦੇ ਕਲੰਤ ਕਿ ਦਰੋਣਾਚਾਰਿਆ ਨੇ ਉਸ ਸ਼ਿਸ਼ ਦੀ, ਜਿਹੜਾ ਉਹਨੂੰ ਗੁਰੂ ਮੰਨ ਕੇ ਪੱਥਰ ਦੀ ਇੱਕ ਮੂਰਤੀ ਬਣਾ ਕੇ, ਮਿੱਟੀ ਦੀ ਮੂਰਤੀ ਪੂਜਾ ਬਣ ਕੇ ਉਹਨਾਂ ਧਨੁਰ ਵਿਦਿਆ ਸਿੱਖੀ ਹੈ। ਉਤੋਂ ਉਹਨਾਂ, ਕਿਉਂਕਿ ਅਰਜੁਨ ਉਹਦੇ ਸਵਰਨ ਜਾਤੀ ਦਾ ਸਿਸ਼ ਸੀਗਾ, ਉਤੋਂ ਅੱਗੇ ਨਾ ਲੰਘ ਜਾਵੇ, ਉਸ ਇੱਕ ਲਵੇ ਦਾ ਅੰਗੂਠਾ ਮੰਗ ਲਿਆ। ਸੋ ਜਿਹੜੀਆਂ ਸੰਸਕਾਰਾਂ, ਇਹ ਸੰਸਕਾਰ ਨੇ ਜੋ ਸੰਸਕਾਰਾਂ ਸਾਡੇ 'ਚ ਜਿਹੜੀ ਜਕੜ ਹੈਗੀ ਹੈ, ਉਹਨੂੰ ਤੋੜਨ ਦੀ ਲੋੜ ਹੈ ਬੱਚਿਆਂ 'ਚ। ਅੱਜ ਜਦੋਂ ਅਸੀਂ ਕਹਿੰਦੇ ਹੈਗੇ ਆ ਕਿ ਮੈਂ ਫਲਾਨਾ ਢਿੱਲੋਂ, ਫਲਾਨਾ ਸ਼ਰਮਾ, ਫਲਾਨਾ ਭਾਰਦਵਾਜ, ਫਲਾਨਾ ਗਰੇਵਾਲ, ਫਲਾਨਾ ਸੰਧੂ, ਤਾਂ ਆਪਾਂ ਅਚੇਤ ਰੂਪ 'ਚ ਇਹ ਕਹਿੰਦੇ ਸਮਾਜ ਨੂੰ ਸੁਨੇਹਾ ਦਿੰਦੇ ਆ ਕਿ ਮੈਂ ਚਮਾਰ ਹੈ ਨਹੀਂ, ਮੈਂ ਚੂੜਾ ਹੈ ਨਹੀਂ। ਇਹ ਮਾਨਸਿਕਤਾ ਹੈਗੀ ਹੈ, ਇਹ ਤੋਂ ਖਹਿੜਾ ਛਡਾਉਣ ਦੀ ਲੋੜ ਹੈਗੀ ਹੈ। ਜੇ ਬਾਬੇ ਨਾਨਕ ਨੂੰ ਜੇ ਕੋਈ ਭੋਰਾ ਵੀ ਬੰਦਾ ਮੰਨਦਾ ਹੈਗਾ ਤਾਂ ਉਹਨੂੰ ਬਾਬਾ ਨਾਨਕ ਦੀ ਸਿੱਖਿਆਵਾਂ ਤੇ, ਜਿਨ੍ਹਾਂ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ, ਜਾਂ ਬਾਕੀ ਜੋ ਜਿਵੇਂ ਭਾਈ ਲਹਿਣੇ ਨੂੰ ਗੜ ਲਾਇਆ ਹੈਗਾ, ਜਿਵੇਂ ਉਹਨਾਂ ਨੇ ਸਾਰੇ ਸਮਾਜ ਦੀ ਬਰਾਬਰੀ ਦੀ ਗੱਲ ਕੀਤੀ ਹੈ, ਜਿਵੇਂ ਖੇਤੀ ਦੀ ਗੱਲ ਕੀਤੀ ਹੈ, ਕਿਰਤ ਦੀ ਗੱਲ ਕੀਤੀ ਹੈ, ਵੰਡ ਛਕਣ ਦੀ ਗੱਲ ਕੀਤੀ ਹੈਗੀ ਹੈ, ਉਹਨਾਂ ਸਾਰਿਆਂ ਦੇ ਉੱਤੇ ਆਪਾਂ ਨੂੰ ਉਹ ਜਿਹੜੇ ਪੋਜ਼ਿਟਿਵ ਪੱਖ ਹੈ ਆਪਣੇ ਵਿਰਸੇ ਦੇ, ਉਹ ਤਿਆਰ ਕਰਨੇ ਚਾਹੀਦੇ ਹੈਗੇ ਆ। ਜਿਹੜੇ ਵਿਰਸੇ ਦੇ ਮਾੜੇ ਪੱਖ ਹੈਗੇ ਆ, ਜਿਵੇਂ ਪਹਿਲਾਂ ਜ਼ਿਕਰ ਕੀਤਾ ਸੁੰਦਰਕਾਂਡ ਰਮਾਇਣ ਵਿੱਚ ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ, ਇਹ ਸਭ ਧਾਰਨ ਕੇ ਅਧਿਕਾਰੀ, ਏਦਾਂ ਦੇ ਹੋਰ ਵੀ ਬਹੁਤ ਸਾਰੇ ਧਰਮਾਂ 'ਚ ਬਹੁਤ ਕੁਝ ਪਿਆ ਹੈਗਾ, ਜਿਹਨੂੰ ਜੀ ਤੋਂ ਆਪਾਂ ਨੂੰ ਖਹਿੜਾ ਛਡਾਉਣਾ ਚਾਹੀਦਾ ਹੈਗਾ। ਸੋ ਇੱਕ ਮੇਰਾ ਪੁਆਇੰਟ ਇਹ ਸੀਗਾ ਵਿਦਿਆ ਦੇ ਬਾਰੇ। ਦੂਜਾ, ਜਿਹੜਾ ਵਿਦਿਆ ਤੇ ਸਿਹਤ ਹੈਗੀ ਹੈ, ਇਹ ਦੋ ਜਿਹੇ ਸਤੰਭ ਹੈਗੇ ਆ, ਵਿਦਿਆ ਤੇ ਸਿਹਤ ਤੇ ਘੱਟ ਗਿਣਤੀਆਂ, ਇਹ ਜਿਹੜੇ 3-4 ਪੈਰਾਮੀਟਰ ਹੈ ਜਿਹੜੇ ਕਿਸਮ ਦੀ ਮੁਲਕ ਦੀ ਸਿਹਤ, ਉੱਥੇ ਦੀ ਡੈਮੋਕ੍ਰੇਸੀ ਦੀ ਸਿਹਤ ਦਾ ਬੜੇ ਵੱਡੇ ਸੂਚਕ ਹੈਗੇ, ਇੰਡੈਕਸ ਹੈਗੇ ਆ। ਤੁਸੀਂ ਕਿਸੇ ਮੁਲਕ ਦੀ ਜਮਹੂਰੀਅਤ ਦਾ ਇੰਡੈਕਸ ਮਾਪਣਾ ਹੋਵੇ ਤਾਂ ਉੱਥੇ ਔਰਤਾਂ ਦੀ ਦਰਜਾਬੰਦੀ ਕੀ ਹੈ ਸਮਾਜ ਵਿੱਚ, ਉੱਥੋਂ ਦੇ ਦਲਿਤਾਂ ਦੀ, ਉੱਥੋਂ ਦੀ ਮਤਲਬ ਕਾਲਿਆਂ ਦੀ ਦਰਜਾਬੰਦੀ ਕੀ ਹੈ, ਜਾਂ ਦਲਿਤਾਂ ਦੀ ਦਰਜਾਬੰਦੀ ਕੀ ਹੈ, ਜਾਂ ਫਿਰ ਉੱਥੋਂ ਦੀ ਘੱਟ ਗਿਣਤੀਆਂ ਦੀ ਜਿਹੜਾ ਸਟੇਟਸ ਹੈ ਉਹ ਕੀ ਹੈ। ਉਹ 3 ਮਾਪਦੰਡ
ਮਾਪਦੰਡ ਨੇ ਕਿਸੇ ਮੁਲਕ ਦੀ ਜਮਹੂਰੀਅਤ ਦੇ ਪਰਪੱਕ ਹੋਣ ਦੇ, ਉਹਦੀ ਹੈਲਦੀ ਜਮਹੂਰੀਅਤ ਹੋਣ ਦੇ, ਵਾਈਬ੍ਰੈਂਟ ਜਮਹੂਰੀਅਤ ਹੋਣ ਦੇ ਜੇ ਕੋਈ ਮਾਪਦੰਡ ਦੇਖਣੇ ਹੋਵੇ। ਸੋ ਇਹਨਾਂ ਤਿੰਨਾਂ ਮਾਪਦੰਡਾਂ 'ਚ ਦੇਖਿਆ ਜਾਵੇ ਤਾਂ ਭਾਰਤੀ ਜਮਹੂਰੀਅਤ ਵਿੱਚ ਇਹ ਤਿੰਨੇ ਔਰਤਾਂ ਦਾ ਦਰਜਾ, ਦਲਿਤਾਂ ਦਾ ਦਰਜਾ ਔਰ ਘੱਟ ਗਿਣਤੀਆਂ ਨੂੰ ਜੋ ਮੁਸਲਮਾਨਾਂ ਨਾਲ ਪਿਛਲੇ 17 ਸਾਲਾਂ ਤੋਂ ਹੋ ਰਿਹਾ, ਜੋ ਸਿੱਖਾਂ ਨਾਲ ਦਿੱਲੀ 'ਚ ਹੋਇਆ ਹੈਗਾ ਹੈ, ਜੋ ਗੁਜਰਾਤ ਦੀਆਂ 'ਚ ਮੁਸਲਮਾਨਾਂ ਨਾਲ ਹੋਇਆ ਹੈਗਾ, ਜੋ ਭਵੰਡੀ 'ਚ ਹੋਇਆ ਹੈਗਾ, ਜੋ ਬਾਬਰੀ ਮਸਜਿਦ ਤੇ ਹੋਇਆ ਹੈਗਾ, ਕਿਵੇਂ ਹਿੰਦੂ ਰਾਸ਼ਟਰ ਦੇ ਅਲੰਬਰਦਾਰ ਹੈਗੇ ਜਿਹੜੇ ਭਾਰਤ ਦੀਆਂ ਸਾਰੀਆਂ ਵਿਭਿੰਨਤਾਵਾਂ ਨੂੰ, ਚਾਹੇ ਉਹ ਨਸਲੀ ਵਿਭਿੰਨਤਾਵਾਂ ਹੈਗੀਆਂ, ਚਾਹੇ ਕੌਮੀ ਵਿਭਿੰਨਤਾਵਾਂ ਹੈਗੀਆਂ, ਚਾਹੇ ਉਹ ਭਾਸ਼ਾਈ ਵਿਭਿੰਨਤਾਵਾਂ ਹੈਗੀਆਂ, ਇਲਾਕਾਈ ਵਿਭਿੰਨਤਾਵਾਂ, ਸੱਭਿਆਚਾਰਕ ਵਿਭਿੰਨਤਾਵਾਂ ਹੈਗੀਆਂ, ਉਹ ਨਸਲੀ ਵਿਭਿੰਨਤਾਵਾਂ ਹੈਗੀਆਂ ਨਾਰਥ ਈਸਟ ਦੀਆਂ, ਉਹਨਾਂ ਸਾਰਿਆਂ ਨੂੰ ਦਰੜ ਕੇ ਮੇਸ ਕੇ ਇੱਕ ਆਤਮਕ ਭਾਰਤ ਬਣਾਉਣ ਦੀ ਜੋ ਕੋਸ਼ਿਸ਼ ਹੈਗੀ ਹੈ, ਇੱਕ ਰੰਗ ਚ ਰੰਗਣ ਦੀ ਕੋਸ਼ਿਸ਼ ਹੈ, ਜਿਹੜਾ ਭਾਰਤ ਰੂਪੀ ਗੁਲਦਸਤਾ ਹੈਗਾ ਜਿਹਦੀ ਖੂਬਸੂਰਤੀ ਇਸ ਗੱਲ ਚ ਹੈਗੀ ਹੈ ਇਹ ਚ ਅਲੱਗ-ਅਲੱਗ ਰੰਗਾਂ ਦੇ ਫੁੱਲ ਹੈ, ਉਸ ਗੁਲਦਸਤੇ ਸਾਰੇ ਫੁੱਲਾਂ ਨੂੰ ਮਧੋਲ ਕੇ ਉਹਨੂੰ ਇੱਕੋ ਹੀ ਫੁੱਲਾਂ ਵਿੱਚ ਇੱਕੋ ਭਗਵੇਂ ਰੰਗ ਦੇ ਫੁੱਲ ਜੋ ਪਾਣਾ ਚਾਹੁੰਦੇ ਹੈਗੇ ਆ, ਉਹਨਾਂ ਦੇ ਖਿਲਾਫ ਜੇ ਆਪਾਂ ਆਪਣੇ ਬੱਚਿਆਂ ਨੂੰ, ਆਪਣੀ ਨਵੀਂ ਪੀੜ੍ਹੀ ਨੂੰ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਰਾਹੀਂ ਉਹਨਾਂ ਸਿੱਖਿਅਤ ਨਹੀਂ ਕਰਦੇ ਹੈਗੇ ਆ, ਤਾਂ ਮੈਂ ਸਮਝਦਾ ਕਿ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਇੰਜੀਨੀਅਰ ਦਾ ਪੈਦਾ ਕਰ ਦੂਗਾ, ਡਾਕਟਰ ਵੀ ਪੈਦਾ ਕਰ ਦੂਗਾ, ਚੰਗੇ ਬਿਊਰੋਕਰੈਟ ਵੀ ਪੈਦਾ ਕਰ ਦੂਗਾ, ਚੰਗੇ ਪੁਲਿਸਮੈਨ ਵੀ ਜਾਂ IAS ਬਿਊਰੋਕਰੈਟ ਵੀ ਪੈਦਾ ਕਰ ਦੂਗਾ, ਪਰ ਚੰਗੇ ਮਨੁੱਖ ਨਹੀਂ ਪੈਦਾ ਕਰ ਸਕਦਾ ਜਿਹੜੇ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣ, ਗਰੀਬਾਂ ਵਾਸਤੇ ਸੰਵੇਦਨਸ਼ੀਲ ਹੋਣ, ਜਿਹੜੇ ਦੱਬੇ ਕੁਝ ਲੋਕ ਉਹਨਾਂ ਵਾਸਤੇ एनवायरमेंट वास्ते एनवायरमेंट की अन्नी लुट ना करन, ਜਿਹੜੇ ਕਰਦੇ ਨੇ ਉਹਦਾ ਵਿਰੋਧ ਕਰਨ ਜੋਗੇ ਹੋਣ, ਜ਼ੁਲਮ ਅੱਗੇ ਖੜਨ ਜੋਗੇ ਹੋਣ, ਤਾਂ ਮੈਂ ਸਮਝਦਾ ਕਿ ਸਾਡਾ ਜਿਹੜਾ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਹੈਗਾ ਉਹ ਉਹਨੂੰ ਅਸੀਂ ਪੂਰਾ ਸਮਝਾਂਗੇ। ਤੀਜੀ ਗੱਲ ਹੈ ਟੀਚਰਸ ਦੀ। ਟੀਚਰ ਦੇਖੋ, ਟੀਚਰ ਮੈਂ ਤੁਹਾਨੂੰ ਐਲਾਨੀਆਂ ਕਹਿਣਾ, ਸਾਰੀ ਤੁਹਾਡੀ ਮੀਟਿੰਗ ਵਿੱਚ ਭਰਾਵਾਂ ਦੀ ਮੀਟਿੰਗ ਤੇ ਮੇਰੇ ਨਾਲ ਬਹੁਤ ਸੂਝਵਾਨ ਹੈਗੇ ਹੈ। ਮੈਂ ਡਾਕਟਰ ਗਾਂਧੀ ਜੋ ਵੀ ਹੈ, ਚਾਹੇ ਬਤੌਰ ਡਾਕਟਰ ਹੈ, ਬਤੌਰ ਸੋਸ਼ਲ ਵਰਕਰ ਹੈ, ਬਤੌਰ ਸਿਆਸਤਦਾਨ ਹੈ, ਮੈਂ ਆਪਣੇ ਟੀਚਰਾਂ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਵਾਲ ਕਰਦਾ ਕਿ ਮੈਂ ਜੋ ਅੱਜ ਹੈਗਾ ਹੈ, मैं अपने टीचर मास्टर भगत सिंह पिंड बामन माजरा जिला रोपड़, मास्टर गुरचरण सिंह पिंड बजरूड़ जिला रोपड़, मास्टर स्वर्ण सिंह मेरे इंग्लिश टीचर से पिंड कोटकतूही जिला हुशियारपुर, उन्होंने दी जो योगदान हैगा वो मैं सारी उम्र नहीं दे सकता। मैं नतमस्तक है तुहाडे सामने उन्होंने सामने, क्योंकि टीचर रुतबा हैगा वो समाज किसा रुतबा, जिवें कोई पूछे कि डॉक्टर गांधी अध्यापकों ते डॉक्टरां उत्तम किता केड़ा, डॉक्टरी अध्यापक मैं बिना सोचे समझे कहूंगा कि अध्यापन उत्तम किता हैगा, क्योंकि सारे कित्तियां दी मां हैगी है। इत्थों डॉक्टर बनने, इत्थों इंजीनियर बनने, बनने, इत्थों पुलिस अफसर बनने, इत्थों मिलिटरी अफसर बनने, इत्थों समाज सेवी बनने, इत्थों सियासतदान बनने है। सो अध्यापन का किता उत्तम किता है। सो जिहदा मतलब अपने हिंदुस्तान जो हशर है, जो अध्यापकों को जो तनख्वाह दी जानियां, जो उनका समाजिक रुतबा घटाया गया है, जो उन्होंने एक मंगते बनाया गया है, सरकारी रहमो करम ते छड्डिया गया है, और उन्होंने जिस तरह दोनों दर्जाबंदी समाज घटा के कर दी गई हैगी है, तो वो जो ठेका शब्द उन्होंने लाता कि मास्टर ठेके ते भर्ती, ब्यूरोक्रेट ठेके ते भर्ती क्यों नहीं है, कैप्टन अपना मुख्यमंत्री मंत्री ठेके ते क्यों नहीं है, IAS अफसर ठेके ते क्यों नहीं है। सो जिन्नियां सर्विस ऑर्गेनाइजेशन हैगियां, चाहे अध्यापक ने, चाहे नर्सा ने, चाहे डॉक्टर ने, वो सारे ठेके ते ने, और जेडे लोकां नूं लुट्टण पुट्टण या पैसे पुट्टण दे महकमे है, एक्साइज होया, इनकम टैक्स होया या ब्यूरोक्रेट होए, ये सारे पक्कियां भर्तियां पेंशन वालियां पोस्टां हैगियां। सो अध्यापन जिथे जिन्हां मुल्कां ने तरक्की कीती है, रेवोल्यूशन कीते ने, मैसिव एजुकेशन रेवोल्यूशन कीते ने, उन्हां मुल्कां च अध्यापकां दी तनख्वाह बहुत ज्यादा हैगी है, बड़ा सम्मानयोग रुतबा हैगा। फ्रांस विच कोर्ट विच जे किसी बंदे नूं कुर्सी मिलती है, एक बंदे नूं, तां अध्यापक हैगा, जज कहंदा ओए तुहाडा टीचर बैठा आके कोर्ट च, इन्हां कुर्सी लैके दिओ। सो साडे मुल्क दा जो टीचर है, जो टीचरां ने दुर्दशा कीती है, ठेका शब्द वरत के जिन्नियां घट तनख्वाह उजरतां दित्तियां जांदियां अध्यापक वर्ग नूं, वो बड़ी तरसयोग हालत हैगी है। सो मैं कहना सब तो वध तनख्वाह ईवन पंजाब दे चीफ सैकटरी तो वध तनख्वाह पंजाब दे प्राइमरी स्कूल टीचर दी होनी चाहिदी हैगी, क्योंकि प्राइमरी स्कूल जिहा थां हैगा जिथे बच्चे दे मन विच विद्या प्रति जिज्ञासा पैदा करनी है, उत्सुकता पैदा करनी है, शौक पैदा करना हैगा ज्ञान वास्ते, उन्होंने रोशन दिमाग करना शुरू करना हैगा। सब तो बड़ा काम प्राइमरी टीचर का हैगा। फिर उस तो बाद लैंग्वेजेस वगैरह आई जानियां, फिर सैकंड बड़ा काम यूनिवर्सिटी टीचर्स का हैगा। सो प्राइमरी एजुकेशन यूनिवर्सिटी जो पट्ठा बैठा होया हैगा, उसदे चलदियां एक मैसिव जिहड़ा एजुकेशन रेवोल्यूशन है वो संभव नहीं हैगा, और मौजूदा सिस्टम का कंप्लीट क्रिटिक पेश कीते बगैर, कंप्लीट नंगे धड़ बिल्कुल जिहनूं कहंदे ब्रूटल ढंग नाल इहदी चीर फाड़ कीते बगैर तुसीं नवां चंगा सुनक्खा ते सेहतमंद सिस्टम नहीं सिर सकदे, मैसिव एजुकेशन रेवोल्यूशन पूरा नहीं कर सकदे हैगे। कि मेरे वास्ते जिहड़ी एजुकेशन है इट इज अ पॉलिटिकल क्वेश्चन,
not a question of doing good work, good people or good intention. ਤੁਹਾਡੀ ਕਿੰਨੀਆਂ ਇੰਟੈਂਸ਼ਨ ਚੰਗੀਆਂ ਕਿਉਂ ਨਾ ਹੋਣ, ਤੁਹਾਡੀ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋਵੋ, ਤੁਹਾਡੀ ਪੰਜਾਬ ਬਾਰੇ ਕਿੰਨੀ ਵੀ ਭਾਵਨਾ ਸੁਹਿਰਦ ਕਿਉਂ ਨਾ ਹੋਵੇ, ਜਦ ਤੱਕ ਤੁਸੀਂ ਸਿਸਟਮ ਦਾ ਕ੍ਰਿਟੀਕ ਨਹੀਂ ਪੇਸ਼ ਕਰਦੇ, ਇਹਦੇ ਕਮੀਆਂ ਤੇ ਉਂਗਲ ਨਹੀਂ ਰੱਖਦੇ ਹੈਗੇ ਆ। 1.5% ਬਜਟ ਹੈ ਸਿਹਤ ਦਾ, ਜੇ GDP ਦਾ 1.5% ਕੋਈ ਬਜਟ ਹੁੰਦਾ ਹੈਗਾ? ਜਿੱਥੇ ਦੇਸ਼ ਦਾ ਭਵਿੱਖ ਹੈ, ਅਸੀਂ ਸਾਡੇ ਟੀਚਰ ਦੇਸ਼ ਦਾ ਭਵਿੱਖ ਹੈਗੇ ਆ, ਸਾਡੇ ਟੀਚਰ ਦੇਸ਼ ਦੇ ਮਤਲਬ ਭਵਿੱਖ ਨਿਰਮਾਤਾ ਹੈਗੇ ਆ, ਉਹਨਾਂ ਦਾ ਹਸ਼ਰ ਕੀਤਾ ਸਾਡਾ, ਉਹ ਸਾਡੀ ਚਿੰਤਾ ਦਾ ਵਿਸ਼ਾ ਨਹੀਂ ਹੈਗਾ। ਤਾਂ ਤੁਸੀਂ ਆਪਾਂ ਕਦੀ ਵਿੱਦਿਆ ਨਹੀਂ ਸੁਧਾਰ ਸਕਦੇ। ਬੱਚਿਆਂ ਦੇ ਮਾਮਲੇ ਜੋ ਸਿਹਤ ਦਾ ਸਵਾਲ ਹੈਗਾ, ਜੋ ਨਿਊਟ੍ਰੀਸ਼ਨ ਦਾ ਸਵਾਲ ਹੈਗਾ, ਜੋ ਸਟੰਟਡ ਗਰੋਥ ਹੈਗੀ ਹੈ, ਜੋ ਮੈਲ ਨਰਿਸ਼ਡ ਹੈਗਾ ਹੈ, ਜੋ ਮਾਵਾਂ ਮੈਲ ਨਰਿਸ਼ ਬੱਚੇ ਜੰਮ ਰਹੀਆਂ ਹੈਗੀਆਂ, ਜੋ ਉਹਨਾਂ ਦੀ ਜੋ ਮਾਨਸਿਕ ਹਾਲਤ ਹੈ, ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ, ਔਰ ਜਾਤ ਪਾਤ ਦੇ ਨਾਲ ਜੋੜ ਕੇ, ਔਰਤਾਂ ਦੇ ਜਿਹੜਾ ਦੋਮ ਦਰਜੇ ਰੁਤਬਾ ਨਾਲ ਜੋੜ ਕੇ ਜੋ ਉਹਦੀ ਸਮਾਜਿਕ ਸਿਹਤ ਹੈਗੀ ਹੈ, ਉਹ ਸਾਰਾ ਕੁਝ ਅਧਿਆਪਕ ਦੇ ਘੇਰੇ ਚ ਆਉਂਦਾ, ਐਜੂਕੇਸ਼ਨ ਦੇ ਘੇਰੇ ਚ ਆਉਂਦਾ ਹੈਗਾ। ਸੋ ਵਿਦਿਆ ਦਾ ਜਿਹੜਾ ਘੇਰਾ, ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਘੇਰਾ ਬਹੁਤ ਵਸੀਹ ਹੈਗਾ, ਬਹੁਤ ਵਿਸ਼ਾਲ ਹੈਗਾ। ਇਸ ਨੂੰ ਇਸੇ ਸੰਦਰਭ ਵਿੱਚ ਦੇਖਿਆ ਜਾ ਸਕਦਾ। ਮੇਰੇ ਕੋਲ ਗੱਲਾਂ ਤਾਂ ਕਹਿਣ ਨੂੰ ਬਹੁਤ ਨੇ, ਪਰ ਸਮੇਂ ਦੀ ਗੰਭੀਰ ਘਾਟ ਕਰਕੇ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ। ਫਿਰ ਕਿਸੇ ਖੁੱਲੇ ਮੌਕੇ ਮੈਂ ਇਸ ਮਾਮਲੇ ਤੇ ਲੰਮਾ ਸਮਾਂ ਬੋਲ ਸਕਦਾ। ਮੈਂ ਖੁਦ ਇੱਕ ਮਾਸਟਰ ਦਾ ਪ੍ਰਾਇਮਰੀ ਸਕੂਲ ਅਧਿਆਪਕ ਦਾ ਪੁੱਤਰ ਹੈਗਾ, ਕਿਉਂਕਿ ਮੇਰੀ ਪੇਂਡੂ ਬੈਕਗ੍ਰਾਉਂਡ ਹੈ, ਪੇਂਡੂ ਪਿਛੋਕੜ ਹੈਗਾ। ਸੋ ਜਿੰਨਾ ਮੈਨੂੰ ਅਹਿਸਾਸ ਹੈਗਾ ਕਿ ਅਧਿਆਪਕ ਦਾ ਕੀ ਰੋਲ ਹੈ, ਵਿਦਿਆ ਦਾ ਕੀ ਰੋਲ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੇਰੇ ਪਿਤਾ ਜੀ 1920 ਚ, ਯਾਨੀ ਅੱਜ ਤੋਂ ਪੂਰੇ 100 ਸਾਲ ਪਹਿਲਾਂ, ਇੱਕ ਥਾਣਾ ਨਾਂ ਦਾ ਪਿੰਡ ਹੈਗਾ ਜ਼ਿਲ੍ਹਾ ਰੋਪੜ ਚ, ਉੱਥੇ ਸਕੂਲ ਟੀਚਰ ਲੱਗੇ। ਸਾਡਾ ਇਲਾਕਾ ਪੰਜਾਬ ਦਾ ਸਭ ਤੋਂ ਪਿਛੜਾ ਇਲਾਕਾ ਸਾਹਿਬ, ਉੱਥੇ ਉਹਨਾਂ ਨੇ ਸਕੂਲ ਚ ਪਿੰਡ ਦੇ ਚੌਧਰੀਆਂ ਦੀ ਮੁਖਾਲਫਤ ਦੇ ਬਾਵਜੂਦ ਉਹਨਾਂ ਨੇ ਸਕੂਲ ਡਿਸਟ੍ਰਿਕਟ ਬੋਰਡ ਦਾ ਖਿਲਾਇਆ। ਉਹ ਪਿੰਡ ਜਿਹੜਾ ਟੋਟਲ ਅਨਪੜ੍ਹ ਸੀਗਾ, ਜਿੱਥੇ ਸਿਰਫ 2 ਚੌਧਰੀਆਂ ਦੇ ਬੱਚੇ ਪਿੰਡੋਂ ਬਾਹਰ ਪੜ੍ਹਦੇ ਸੀ, ਜਿਹੜੇ ਸਕੂਲ ਖੁੱਲਣ ਦਾ ਵਿਰੋਧ ਕਰਦੇ ਸੀਗੇ, ਅੱਜ 5ਵੀਂ ਪੀੜ੍ਹੀ ਤੱਕ ਆਂਦੇ ਉਸ ਪਿੰਡ ਦੇ ਹਜ਼ਾਰਾਂ ਹੀ ਮੁਲਾਜ਼ਮ ਨੇ, ਹਜ਼ਾਰਾਂ, ਸਾਰਾ ਪਿੰਡ ਪੱਕਾ ਹੈਗਾ ਹੈ। ਨਾਸਾ ਤੋਂ ਲੈ ਕੇ IIT ਤੱਕ, IIM ਤੱਕ, ਬਿਊਰੋ IAS ਤੱਕ ਉਸ ਪਿੰਡ ਦੇ ਅਫਸਰ ਨੇ। ਇਹ ਹੈ ਇੱਕ ਟੀਚਰ ਦਾ ਰੋਲ, ਇਹ ਹੈ ਇੱਕ ਵਿਦਿਆ ਦਾ ਰੋਲ, ਜਿਹੜਾ ਸਮਾਜ ਨੂੰ ਮੁਕੰਮਲ ਉਹਦੀ ਕਾਇਆ ਕਲਪ ਕਰ ਸਕਦਾ ਹੈ। ਜਿੰਨਾ ਡੂੰਘਾ ਸਾਹਸ ਅਧਿਆਪਕ ਪੜ੍ਹਾਈ ਦਾ, ਮੈਂ ਪਿੰਡੋਂ ਉੱਠ ਕੇ ਆਇਆ, ਡਾਕਟਰ ਬਣਿਆ, MP ਬਣਿਆ, ਜਾਂ ਮੇਰੇ ਗਿਆਨ ਆਇਆ ਹੈਗਾ, ਤਾਂ ਉਹ 'ਚ ਅਧਿਆਪਕਾਂ ਦਾ ਰੋਲ ਹੈ, ਵਿਦਿਅਕ ਸਿਸਟਮ ਦਾ ਰੋਲ ਹੈ। ਜਿਹੜਾ ਪੋਸਟ ਇੰਡੀਪੈਂਡੈਂਸ ਪੀਰੀਅਡ ਸੀਗਾ, ਆਜ਼ਾਦੀ ਤੋਂ ਫੌਰੀ ਬਾਅਦ ਦਾ ਇੱਕ ਆਦਰਸ਼ਵਾਦ ਦਾ ਸਮਾਂ ਸੀਗਾ। ਨਵਾਂ ਮੁਲਕ ਆਜ਼ਾਦ ਹੋਇਆ ਸੀ, ਟੀਚਰ ਵੀ ਆਦਰਸ਼ਵਾਦੀ ਸੀਗੇ, ਡਾਕਟਰ ਵੀ ਆਦਰਸ਼ਵਾਦੀ ਸੀਗੇ, ਔਰ ਲੀਡਰ ਵੀ ਕੁਝ ਹੱਦ ਤੱਕ ਆਦਰਸ਼ਵਾਦੀ ਸੀਗੇ। ਸੋ ਉਸ ਸਮੇਂ ਦੇ ਅਸੀਂ ਪੈਦਾਵਾਰ ਹੈਗੇ ਆ। ਪਰ ਜਿਵੇਂ ਹੌਲੀ 60ਵੇਂ 70ਵੇਂ 80ਵੇਂ ਜਾ ਕੇ ਸਿਸਟਮ ਨਿਗਰਿਆ ਹੈਗਾ ਹੈ, ਔਰ ਇਕੱਲਾ ਵਿਦਿਅਕ ਸਿਸਟਮ ਨਹੀਂ, ਸਮਾਜਿਕ ਸਿਸਟਮ ਵੀ, ਪੋਲੀਟੀਕਲ ਸਿਸਟਮ ਵੀ, ਔਰ ਜੋ ਹੋਰ ਤਾਣਾ ਬਾਣਾ ਉਲਝਿਆ ਹੈਗਾ ਜਾਂ ਵਿਗੜਿਆ ਹੈਗਾ, ਉਹਦਾ ਨਤੀਜਾ ਕਿ ਆਪਾਂ ਵਿਦਿਆ ਦੇ ਖੇਤਰ ਹੋਵੇ, ਸਿਹਤ ਹੋਵੇ, ਸਮਾਜਿਕ ਕਦਰਾਂ ਕੀਮਤਾਂ ਹੋਣ, ਚਾਹੇ ਹੋਰ ਕੋਈ ਜ਼ਿੰਦਗੀ ਦਾ ਐਸਪੈਕਟ ਹੋਵੇ, ਅਸੀਂ ਸਾਰੇ ਜੱਜ ਉੱਥੇ ਜਾ ਡਿੱਗੇ ਆ ਜਿੱਥੋਂ ਨਿਕਲਣ ਵਾਸਤੇ ਚਾਹੀਦੀ। ਮੈਂ ਭਾਰਤ ਹਾਸਲ ਦੀ ਭਾਵਨਾ ਦਾ, ਉਹਨਾਂ ਦੀਆਂ ਕੋਸ਼ਿਸ਼ਾਂ ਦਾ ਸਤਿਕਾਰ ਕਰਦਾ ਹੋਇਆ ਵੀ ਫਿਰ ਵੀ ਜੋ ਵਿਦਿਆ ਦਾ ਸਹੀ ਪਰਸਪੈਕਟਿਵ ਹੈ ਮੈਸਿਵ ਐਜੂਕੇਸ਼ਨ ਰੈਵੋਲੂਸ਼ਨ ਦਾ, ਉਹ ਤੁਹਾਡੇ ਸਾਹਮਣੇ ਥੋੜੇ ਸ਼ਬਦਾਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਤੁਸੀਂ 5 ਮਿੰਟ ਹੋਰ ਲਓ ਪਲੀਜ਼, 5-7 ਮਿੰਟ। ਨਹੀਂ, ਥੈਂਕ ਯੂ ਸਰ, ਥੈਂਕ ਯੂ। ਤੁਸੀਂ ਕੰਟੀਨਿਊ ਰੱਖੋ, ਬਹੁਤ ਅੱਛਾ, ਬਹੁਤ ਅੱਛਾ। ਮੈਂ ਤਾਂ ਇਹ ਕਹਿਣਾ ਸੀ ਕਿ ਨਾ, ਇਹਨੂੰ ਆਪਾਂ ਕਿਵੇਂ ਕਰਾਂਗੇ, ਇੱਕ ਸੁਧਾਰਵਾਦੀ ਕਦਮ ਦੇ ਤੌਰ ਤੇ, ਜਾਂ ਇੱਕ ਚੰਗੇ ਲੋਕਾਂ ਦੀ ਚੰਗੀ ਇੱਛਾ ਹੈਗੀ ਹੈ, ਸਦ ਇੱਛਾ ਹੈਗੀ ਹੈ, ਪੰਜਾਬ ਵਾਸਤੇ ਪਿਆਰ ਹੈ, ਮੁਹੱਬਤ ਹੈ, ਉਹਦੇ ਚੋਂ ਕੀ ਇਹ ਸਿਸਟਮ ਜਿਹੜਾ ਇਸ ਹੱਦ ਤੱਕ ਵਿਗੜਿਆ, ਜਿਹਦੀ ਜਿਹੜਾ ਸਿਆਸਤ ਵਿੱਚ ਹੈ, ਜਿਹਦੀ ਜਿਹੜਾ ਇਕਨੋਮੀ ਵਿੱਚ ਹੈਗੀਆਂ, ਕੀ ਆਪਾਂ ਆਪਣਾ ਟੀਚਾ ਪੂਰਾ ਕਰ ਲਵਾਂਗੇ, ਜਾਂ ਆਪਾਂ ਇੱਕ ਹੋਰ ਕੋਈ ਸਵੈ ਸੇਵੀ ਸੰਸਥਾ ਦੇ ਤੌਰ ਤੇ ਕੰਮ ਕਰਕੇ ਇਸ ਧਰਤੀ ਤੋਂ ਚੱਲ ਜਾਵਾਂਗੇ? ਇਹ ਸਵਾਲ ਬਹੁਤ, ਕਿਉਂਕਿ ਦਿਸ ਇਜ਼ ਅ ਪੋਲੀਟੀਕਲ ਕੁਐਸਚਨ। Education is a political question. Health is a political question. Health ਦੀ politics ਹੈ, education ਦੀ politics ਹੈ। ਕੁਝ ਲੋਕਾਂ ਦਾ ਟਰਸਟ ਹੈ ਕਿ ਇੱਕ ਵਰਗ ਪੜ੍ਹੇ, ਉਹ ਵਰਗ ਰੂਲ ਕਰੇ, ਔਰ ਬਾਕੀ ਜਿਹੜਾ ਵਰਗ ਹੈਗਾ ਉਹ ਕਿਸੇ ਵੇਲੇ ਬ੍ਰਾਹਮਣਵਾਦੀ ਜੋ ਪ੍ਰਬੰਧ ਸੀਗਾ, ਜੋ ਮਨੂਵਾਦੀ ਵਿਵਸਥਾ ਸੀ, ਉਹਦੇ ਉਹ ਤਾਂ ਐਕਸਕਲੂਸਿਵ ਰਾਈਟ ਹੈ ਬ੍ਰਾਹਮਣ ਦਾ ਸੀਗਾ। ਹੁਣ ਉਨੀ ਮਾੜੀ ਹਾਲਤ ਹੈ ਨਹੀਂ, ਪਰ ਅਜੇ ਵੀ ਜਿਹੜੀ ਇਲੀਟ ਵਰਗ ਹੈਗੀ ਹੈ, ਉਹਨਾਂ ਆਪਣੇ ਵਾਸਤੇ ਬਹੁਤ ਕੁਝ ਰਾਖਵਾਂ ਕਰ ਲਿਆ ਹੈਗਾ, ਥਰੂ ਰੈਜ਼ਰਵੇਸ਼ਨ, ਥਰੂ NRI ਸੀਟਸ, ਥਰੂ ਮੈਨੇਜਮੈਂਟ ਕੋਟਾ ਸੀਟਸ, ਔਰ ਬਾਕੀ ਲੋਕਾਂ ਨੂੰ ਮੁਕਾਬਲੇਬਾਜ਼ੀ ਚ ਪਾ ਕੇ ਬਹੁਤ ਘੱਟ ਲੋਕਾਂ ਨੂੰ ਮੌਕੇ ਮਿਲ ਰਹੇ ਆ। ਪਿੰਡਾਂ ਚੋਂ ਦਲਿਤ ਇਸ ਵੇਲੇ ਜਦੋਂ ਮੈਂ ਮੈਡੀਕਲ ਕਾਲਜ ਦਾਖਲ ਹੋਇਆ, ਸਾਡੇ ਨਾਲ ਪਿੰਡਾਂ ਦਲਿਤ 90% ਸੀਗੇ। ਅੱਜ ਪਿੰਡਾਂ ਚੋਂ ਇੱਕ ਵੀ ਦਲਿਤ ਬੱਚਾ ਮੈਡੀਕਲ ਕਾਲਜ ਨਹੀਂ ਆ ਰਿਹਾ, ਇੰਜੀਨੀਅਰਿੰਗ ਕਾਲਜ ਚ ਨਹੀਂ ਆ ਰਿਹਾ ਆਪਣੀ ਇਲਾਕੇ ਦੇ ਸਿਰ ਤੇ, ਕਿਉਂਕਿ ਸਾਰੇ ਜਿਹੜੇ ਦਲਿਤ ਲੀਟ ਹੈਗੀ ਹੈ, ਹੁਣ ਦਲਿਤਾਂ ਦੀ ਇੱਕ ਲੀਟ ਹੈਗੀ ਹੈ, ਉਹਨੇ ਸਾਰੇ ਮੌਕੇ ਹਥਿਆਲੇ ਹੈਗੇ ਜਿਹੜੇ ਪਿੰਡ ਦੇ ਗਰੀਬ ਦਲਿਤ ਨੂੰ ਮਿਲਣੇ ਚਾਹੀਦੇ ਹੈਗੇ। ਸੋ ਇਹ ਇਟ ਇਜ਼ ਅ ਪੋਲੀਟੀਕਲ ਕੁਐਸਚਨ, ਇਟ ਇਜ਼ ਅ ਪੋਲੀਟੀਕਲ ਵਿਲ ਦਾ ਕੁਐਸਚਨ ਹੈਗਾ ਕਿ ਆਪਾਂ ਆਪਣੇ ਦਲਿਤ ਜੋ ਡਿਜ਼ਰਵਿੰਗ ਦਲਿਤ ਹੈਗੇ, ਜਿਹਨਾਂ ਨੂੰ ਲੋੜ ਹੈਗੀ ਰੈਜ਼ਰਵੇਸ਼ਨ ਦੀ, ਉਹਨਾਂ ਤੱਕ ਰੈਜ਼ਰਵੇਸ਼ਨ ਕਿਉਂ ਨਹੀਂ ਪੁੱਜ ਰਹੀ ਹੈਗੀ ਹੈ? ਇਹ ਕੁਐਸਚਨ ਖੁੱਲਣੇ ਚਾਹੀਦੇ ਆਉਣ ਵਾਲੇ ਸਮੇਂ 'ਚ। ਮੈਂ ਰੈਜ਼ਰਵੇਸ਼ਨ ਬਿਲਕੁਲ
ਖਿਲਾਫ ਨਹੀਂ, ਮੈਂ ਰੈਜ਼ਰਵੇਸ਼ਨ ਹੱਕ 'ਚ ਹੈਗਾ, ਕਿਉਂਕਿ ਦਲਤਾਂ ਨਾਲ ਜੋ ਬਤੌਰ ਦਲਿਤ ਹੋ ਰਿਹਾ ਹੈਗਾ ਉਹਦੇ ਰੈਜ਼ਰਵੇਸ਼ਨ ਲਾਜ਼ਮੀ ਹੈਗੀ ਹੈ। ਪਰ ਉਹਦੇ 'ਚ ਜਿਹੜਾ ਐਲੀਟ ਵਰਗ ਹੈਗਾ ਉਹਦੇ ਜੋ ਇੱਕ ਰੈਜ਼ਰਵੇਸ਼ਨ ਦਲਤਾਂ ਦੀ ਉੱਤੇ ਹੁਣ ਛਾਪਾ ਮਾਰ ਲਿਆ 100%, ਉਹਦੇ ਤੇ ਵੀ ਵਿਚਾਰ ਹੋਣੀ ਚਾਹੀਦੀ ਹੈ। ਔਰ ਕਿਉਂਕਿ ਦਲਿਤ, ਮੈਂ ਰੈਜ਼ਰਵੇਸ਼ਨ ਦੇ ਹੱਕ 'ਚ ਇਸ ਕਰਕੇ ਹੈਗਾ ਕਿ ਜਿਹੜੀ ਇਹ ਰੈਜ਼ਰਵੇਸ਼ਨ ਇਹਦਾ ਬੱਚੇ ਫੇਰ ਵੀ ਦਲਤਾਂ ਦੇ ਬੱਚੇ ਦਾ ਐਗਜ਼ਾਮ ਦਿੰਦੇ ਨੇ, 35% ਨੰਬਰ ਲੈਂਦੇ ਨੇ। ਜਿਹੜੀ ਐਲੀਟ ਵਰਗ ਦੀ ਰੈਜ਼ਰਵੇਸ਼ਨ ਹੈ ਉਹਦਾ ਐਗਜ਼ਾਮ ਤੇ ਵੀ ਨਹੀਂ ਬਹਿੰਦੇ, ਉਹਦਾ 5% ਨੰਬਰ ਲੈਣ ਜੋਗੇ ਵੀ ਨਹੀਂ ਹੈਗੇ ਹੈ। ਉਹ ਸਿਰਫ ਪੈਸੇ ਦੇ ਸਿਰ ਤੇ 35 ਲੱਖ ਰੁਪਏ ਦੇ ਸਿਰ ਤੇ 50 ਲੱਖ ਰੁਪਏ ਦੇ ਸਿਰ ਤੇ ਮੈਡੀਕਲ ਕਾਲਜਾਂ ਜਾ ਕੇ ਬੈਠ ਜਾਂਦੇ ਹੈਗੇ। ਸੋ ਇਹ ਜਿਹੜਾ ਸਾਰਾ ਪਰਸਪੈਕਟਿਵ ਹੈਗਾ ਹੈ ਐਜੂਕੇਸ਼ਨ ਦਾ, ਉਹਦਾ ਬਹੁਤ ਹੀ ਘੇਰਾ ਵਸੀ ਹੈਗਾ ਹੈ। ਉਹ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਤੁਹਾਡੀਆਂ ਸਿਰ ਮੱਥੇ, ਮੈਂ ਇਹਦਾ ਹਮਾਇਤੀ ਹੈਗਾ ਹੈ ਆਪਣੇ ਲੈਵਲ ਤੇ। ਮੈਂ ਵੀ ਮਤਲਬ ਸਕੂਲਾਂ ਕਾਲਜਾਂ ਜਾਂਦਾ ਰਹਿੰਦਾ ਹੈਗਾ, ਮੈਂ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਵੀ ਤਿਆਰ ਹੈਗਾ। ਪਰ ਲੁਕਿੰਗ ਐਟ ਦਾ ਟੋਟਲ ਸਿਨੈਰੀਓ ਕਿ ਐਜੂਕੇਸ਼ਨ ਦਾ ਕੁਐਸਚਨ, ਇਹਦੀਆਂ ਡਾਇਮੈਂਸ਼ਨਸ ਕੀ ਹੈਗੀਆਂ ਔਰ ਇਹਦਾ ਘੇਰਾ ਕਿੱਡਾ ਵਸੀ ਹੈਗਾ ਹੈ, ਉਹਦੇ ਸੰਦਰਭ ਵਿੱਚ ਮੈਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਥੈਂਕ ਯੂ ਵੈਰੀ ਮਚ। ਕੀ ਡਾਕਟਰ ਸਾਹਿਬ ਸਟੇਟ ਗਵਰਨਮੈਂਟ ਹੈ ਜਿਹੜੀ ਇਹ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਰੋਲ ਪਲੇ ਕਰ ਸਕਦੀ ਹੈ ਜੇ ਚੀਫ ਮਿਨਿਸਟਰ ਚਾਹੇ ਖੁਦ? ਬਿਲਕੁਲ ਕਰ ਸਕਦੀ ਹੈ ਜੀ। ਉਹਦੇ ਪਹਿਲਾਂ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਅਧਿਆਪਕ ਵਰਗ ਹੈ ਉਹਨੂੰ ਪੂਰਾ ਸਤਿਕਾਰ, ਉਹਨੂੰ ਪੂਰੀ ਪੱਕੀ ਨੌਕਰੀ ਦੀ ਗਰੰਟੀ ਔਰ ਦੀ ਪੇ ਇੰਨੀ ਰੀਜ਼ਨੇਬਲ ਹੋਵੇ। ਕਿਉਂਕਿ ਦੇਖੋ ਅਜੇ ਵੀ ਭਾਰਦਵਾਜ ਸਾਹਿਬ ਕਿੰਨਾ ਸਮਾਜ 'ਚ ਨਿਘਾਰਾ ਹੈ, ਤੁਹਾਨੂੰ ਪਤਾ ਕਿ ਹਰ ਫੀਲਡ ਨਿਗਰਿਆ ਪਿਆ। ਸਿਆਸਤਦਾਨਾਂ ਦੇ ਲੋਕਾਂ ਨੂੰ ਯਕੀਨ ਨਹੀਂ ਹੈਗਾ, ਬਿਊਰੋਕ੍ਰੇਸੀ ਯਕੀਨ ਨਹੀਂ ਹੈਗਾ। ਪਰ ਜੇਕਰ ਕੋਈ ਇੱਕ ਮਾਸਟਰ, ਇੱਕ ਪਟਵਾਰੀ ਤੇ ਇੱਕ ਐਕਸਾਈਜ਼ ਮਹਿਕਮੇ ਦਾ ਬੰਦਾ ਤੇ ਇੱਕ ਪੁਲਿਸ ਵਾਲਾ ਮੰਨ ਲਓ ਸ਼ਰਾਬ ਪੀ ਕੇ ਡਿੱਗੇ ਪਏ ਸੜਕ ਤੇ, ਤਾਂ ਪੁਲਿਸ ਵਾਲੇ ਨੂੰ, ਪਟਵਾਰੀ ਨੂੰ, ਐਕਸਾਈਜ਼ ਵਾਲੇ ਬੰਦੇ ਨੂੰ ਲੋਕੀ 2 ਟੀਚਰਾਂ ਹੋਰ ਕਰਕੇ ਅੱਗੇ ਨਿਕਲ ਜਾਣਗੇ। ਪਰ ਜੇ ਮਾਸਟਰ ਡਿੱਗਿਆ ਪਿਆ ਸ਼ਰਾਬ ਪੀ ਕੇ ਤਾਂ ਲੋਕੀ ਮੱਥੇ ਤੇ ਹੱਥ ਮਾਰਦੇ ਆ ਕਿ ਸਾਡੇ ਮੁਲਕ ਦਾ ਕੀ ਬਣੂ, ਸਾਡੇ ਮੁਲਕ ਦਾ ਕੀ ਬਣੂ, ਸਾਡੇ ਬੱਚੇ ਦਾ ਕੀ ਬਣੂ, ਦੇਸ਼ ਦਾ ਬਣੂ ਕੀ। ਇਵੇਂ ਜੇ ਡਾਕਟਰ ਕੋਈ ਬਲੰਡਰ ਕਰਦਾ, ਜੇ ਡਾਕਟਰ ਏਦਾਂ ਦੀ ਕੁਤਾਹੀ ਕਰਦਾ ਤਾਂ ਲੋਕੀ ਮੱਥੇ ਤੇ ਹੱਥ ਮਾਰਦੇ ਆ। ਸੋ ਇਹ 2 ਕਿੱਤੇ ਨੇ ਜਿਨ੍ਹਾਂ ਤੇ ਲੋਕਾਂ ਨੂੰ ਅਜੇ ਵੀ ਆਸਾਂ ਨੇ ਕਿ ਇਹ ਸਾਡੇ ਬੱਚਿਆਂ ਦਾ ਉਧਾਰ ਕਰਨਗੇ, ਇਸ ਮੁਲਕ ਦਾ ਉਧਾਰ ਕਰਨਗੇ। ਡਾਕਟਰ ਸਾਹਿਬ ਜੇ ਚੀਫ ਮਿਨਿਸਟਰ ਖੁਦ ਚਾਹੇ ਤਾਂ ਕੋਈ ਕ੍ਰਾਂਤੀ ਲਿਆ ਸਕਦਾ ਐਜੂਕੇਸ਼ਨਲ? ਬਿਲਕੁਲ, ਮੈਂ ਕਹਿੰਦਾ ਜੀ ਜਿਹੜਾ ਹੈਲਥ ਬਜਟ ਹੈ 1.5% ਹੈ, ਉਹ ਕੋ ਕੀ ਕ੍ਰਾਂਤੀ ਕਰੂਗਾ ਕੋਈ? ਤਾਂ ਉਹਦਾ ਤਨਖਾਹਾਂ ਵੀ ਨਹੀਂ ਨਿਕਲਦੀਆਂ ਨੇ, ਮਾੜੀ ਮੋਟੀਆਂ ਦੇ ਰਹੇ ਹੈਗੇ। ਇਹ ਘੱਟੋ ਘੱਟ 10% ਬਜਟ ਚਾਹੀਦਾ ਤੇ ਸਮਾਜ ਦੀ ਇਨਵੋਲਵਮੈਂਟ ਚਾਹੀਦੀ ਹੈਗੀ ਹੈ ਤੇ ਇੱਕ ਸਿਲੇਬਸ ਠੀਕ ਬਣਨੇ ਚਾਹੀਦੇ ਆ। ਇਹਨਾਂ ਬੀਜੇਪੀ ਨੇ ਤਾਂ ਜਿਹੜੇ ਮਾੜੀ ਮੋਟੀਆਂ ਧਾਰਾਵਾਂ ਸੀਗੀਆਂ ਡੈਮੋਕ੍ਰੇਸੀ ਦੀਆਂ, ਫੈਡਰਲਿਜ਼ਮ ਦੀਆਂ, ਉਹ ਵੀ ਕੱਢਤੀਆਂ ਕੋਵਿਡ ਦੇ ਨਾਂ ਤੇ ਕਿ ਸਿਲੇਬਸ ਛੋਟਾ ਕਰਨਾ ਹੈਗਾ ਹੈ। ਇਹ ਕੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਦੋਗੇ ਜਮਹੂਰੀਅਤ ਦੀ ਜਾਂ ਧਰਮ ਨਿਰਪੱਖਤਾ ਦੀ ਜਾਂ ਜੰਗੇ ਆਜ਼ਾਦੀ ਦੇ ਅਸੂਲ ਸੀਗੇ, ਫੈਡਰਲਿਜ਼ਮ ਦੀ, ਸੰਘੀ ਢਾਂਚੇ ਦੀ, ਕੀ ਸਿੱਖਿਆ ਦੇ ਦੋਗੇ ਤੁਸੀਂ? ਇਹਦਾ ਸਿਲੇਬਸ ਨੂੰ ਕਾਟਾ ਮਾਰੀ ਜਾਂਦੇ ਹੈਗੇ। ਅਸੀਂ 10% ਮਿਥਿਆ ਆਪਣੇ ਜਿਹੜਾ ਡਾਕੂਮੈਂਟ ਬਣਾਇਆ ਨਾ ਉਹਦੇ ਚ ਐਜੂਕੇਸ਼ਨ ਤੇ ਹੈਲਥ ਲਈ 10% ਈਚ। ਬਿਲਕੁਲ ਜੀ, ਬਿਲਕੁਲ, ਬਹੁਤ ਮਹੱਤਵਪੂਰਨ ਮੁੱਦੇ ਆ। ਇਹਨਾਂ ਹੈਲਥ ਤੇ ਐਜੂਕੇਸ਼ਨ ਦੇ ਦੁਆਲੇ ਹੀ ਮੁਲਕ ਦੇ ਵਿਕਾਸ ਦੀ ਧੁਰੀ ਘੁੰਮਣੀ ਹੈਗੀ ਹੈ। ਅੱਛਾ ਡਾਕਟਰ ਸਾਹਿਬ ਇੱਕ ਹੋਰ ਸਵਾਲ। ਹਾਂਜੀ, ਜੇ ਆਪਾਂ ਇਸ ਲੈਵਲ ਤੇ ਕੋਸ਼ਿਸ਼ਾਂ ਕਰਕੇ, ਤੁਸੀਂ ਬਹੁਤ ਅੱਛਾ ਕਿਹਾ ਵੀ ਤੁਸੀਂ ਸਾਡੇ ਨਾਲ ਹੋ, ਤੁਸੀਂ ਹਮੇਸ਼ਾ ਹੀ ਸਾਡੇ ਨਾਲ ਹੋ, ਮੈਨੂੰ ਪਤਾ ਹੈ। ਹਾਂਜੀ, ਜੇ ਆਪਾਂ ਕੋਸ਼ਿਸ਼ਾਂ ਕਰਕੇ ਕੋਈ 1500 ਬੰਦਾ ਅਵੇਕਨ ਕਰ ਸਕੀਏ ਇਸ ਤਰ੍ਹਾਂ ਪੰਜਾਬ 'ਚ, ਬਹੁਤ ਫਰਕ ਪੈ ਜਾਏਗਾ ਕਿ ਨਹੀਂ? ਨਹੀਂ, ਫਰਕ ਤਾਂ ਪਊਗਾ ਜੀ। ਪਰ ਉਹਦਾ ਜੋ ਮਤਲਬ ਇੱਕ ਅਮਲੀ ਅਸਰ ਹੈਗਾ ਹੈ ਉਹਦਾ ਰੀਅਲੀ, ਜਿਹਨੂੰ ਕਹਿੰਦਾ ਚੇਂਜਿੰਗ ਦਾ ਸਿਨੈਰੀਓ, ਉਹ ਵਿਦਆਊਟ ਪੋਲੀਟੀਕਲ ਇੰਟਰਵੈਂਸ਼ਨ, ਵਿਦਆਊਟ ਪੋਲਿਟਿਕਸ ਨਹੀਂ ਹੋ ਸਕਦਾ। ਉਹ ਜੇ ਉਹ 1500 ਬੰਦੇ ਚੋਂ ਹੀ 1500 ਬੰਦੇ ਚੋਂ ਹੀ ਲੀਡਰ ਆਣ, ਐਮਐਲਏ ਚੁਣੇ ਜਾਣ। ਨਹੀਂ, ਉਹ ਦੇਖੋ ਜੀ, ਉਹ ਬਿਲਕੁਲ ਸੈਪਰੇਟ ਡੋਮੇਨ ਹੈਗੀ ਹੈ। ਜਿਸ ਲੈਵਲ ਤੇ ਤੁਸੀਂ ਕੰਮ ਕਰ ਰਹੇ ਹੋ ਉਹ ਪੋਲੀਟੀਕਲ ਡੋਮੇਨ ਹੈ ਹੀ ਨਹੀਂ। ਹਾਂਜੀ, ਸੋਸ਼ਲ ਡੋਮੇਨ ਹੈ, ਸੋਸ਼ਲ ਵਰਕ ਦੀ ਡੋਮੇਨ ਹੈਗੀ ਹੈ, ਉਹ ਐਨਜੀਓ ਟਾਈਪ ਡੋਮੇਨ ਹੈਗੀ ਹੈ, ਉਹ ਪੋਲਿਟਿਕਸ ਦੀ ਡੋਮੇਨ ਨਹੀਂ ਹੈਗੀ ਹੈ। ਤੁਹਾਨੂੰ ਪੋਲਿਟਿਕਸ ਵਾਲੇ ਝੱਟ ਪਟਕਣੀ ਦੇ ਦੇਣਗੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਠੀਕ ਹੈ, ਬਹੁਤ ਮਿਹਰਬਾਨੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਬਹੁਤ ਮੈਨੂੰ ਅੱਛਾ ਲੱਗਿਆ। ਤੁਸੀਂ ਅਸਲ ਚ ਐਜੂਕੇਸ਼ਨ ਰੈਵੋਲੂਸ਼ਨ ਹੋਣੀ ਕੀ ਚਾਹੀਦੀ ਹੈ ਉਹ ਡਿਫਾਈਨ ਕਰ। ਬਿਲਕੁਲ ਜੀ, ਬਿਲਕੁਲ, ਥੈਂਕ ਯੂ ਸਰ, ਥੈਂਕ ਯੂ। ਜੋ ਮੈਨੂੰ ਦਿਲੋਂ ਲੱਗਿਆ, ਮੈਂ ਬੇਵਾਕੀ ਨਾਲ ਗੱਲ ਕੀਤੀ ਹੈ। ਮੈਨੂੰ ਪਤਾ ਹੀ ਤੁਸੀਂ ਹਾਰਟ ਵੀ ਹੋ ਸਕਦੇ, ਤੁਹਾਡੀ ਕੋਸ਼ਿਸ਼ਾਂ ਬਹੁਤ ਜ਼ਿਆਦਾ ਹੈਗੀ ਆ, ਪਰ ਫਿਰ ਵੀ ਮੈਂ ਆਪਣੇ ਦਿਲ ਦੀ ਗੱਲ। ਜਦੋਂ ਤੱਕ 60% ਬੱਚੇ ਅਨਨਰਿਸ਼ਡ ਨੇ ਜੀ, ਅੰਡਰ ਨਰਿਸ਼ਡ ਨੇ, ਮਾਲਨਿਊਟ੍ਰੀਸ਼ਨ। ਨਹੀਂ ਜੀ, ਸਟੰਟਡ ਨਹੀਂ ਜੀ, ਯੂਐਨਓ ਨੇ ਕਿਹਾ ਭਾਰਦਵਾਜ ਸਾਹਿਬ ਕਿ 60% ਬੱਚੇ ਨੇ ਗਰੋਥ ਸਟੰਟਡ ਗਰੋਥ ਹੈਗੀ ਹੈ। ਉਹ ਸਟੰਟਡ ਗਰੋਥ ਸਰਾਪੀ ਹੋਈ ਹੈ ਮੰਦ ਬੁੱਧੀ ਹੋਣ ਵਾਸਤੇ, ਜਾਂ ਨੌਲੇਜ ਗ੍ਰਹਿਣ ਦੀ ਉਹਨਾਂ ਦੀ ਸਮਰੱਥਾ ਘੱਟ ਹੈਗੀ ਹੈ।
ਜਦੋਂ ਤੱਕ ਔਰਤਾਂ ਨੂੰ, ਟਰਾਂਸਜੈਂਡਰ ਨੂੰ ਇਹ ਐਜੂਕੇਸ਼ਨ ਰੈਵੋਲੂਸ਼ਨ ਦਾ ਫਾਇਦਾ ਨਹੀਂ ਮਿਲਦਾ, ਜਦੋਂ ਤੱਕ ਕਾਰਮਿਕ ਜਾਤ, ਧਰਮ, ਲਿੰਗ, ਦੇਸ਼, ਹੰਕਾਰ ਤੋਂ, ਨੈਰੋ ਨੈਸ਼ਨਲਿਜ਼ਮ ਤੋਂ ਉੱਪਰ ਨਹੀਂ ਉੱਠਦੇ, ਐਗਜ਼ੈਕਟਲੀ, ਜਦੋਂ ਤੱਕ ਅਸੀਂ ਸੋਸ਼ਲ, ਪੋਲੀਟੀਕਲ ਤੇ ਜੈਂਡਰ ਹਾਇਰਾਰਕੀ ਨੂੰ ਹੈਡ ਔਨ ਨਹੀਂ ਲੈਂਦੇ, ਬਿਲਕੁਲ ਜੀ, ਜਦੋਂ ਤੱਕ ਟੀਚਰ ਦੀ ਡੀਸੀ ਰਿਸਪੈਕਟ ਕਰਨ ਨਹੀਂ ਜਾਂਦਾ ਉੱਠ ਕੇ, ਬਿਲਕੁਲ ਜੀ, ਜਦੋਂ ਤੱਕ ਜੱਜ ਖੜਾ ਨਹੀਂ ਹੁੰਦਾ ਵੀ ਟੀਚਰ ਹੈਗਾ ਕੋਰਟ 'ਚ। ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਬਿਲਕੁਲ ਸਹੀ ਸਪਿਰਿਟ 'ਚ ਮੇਰੀ ਗੱਲ ਸਮਝੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ। ਨਹੀਂ ਜੀ, ਇਹ ਅਸੀਂ ਪਹਿਲਾਂ ਹੀ ਕਹਿੰਦੇ ਆ ਡਾਕਟਰ ਸਾਹਿਬ, ਤੁਹਾਡੇ ਤੋਂ ਵੀ ਪਹਿਲਾਂ ਕਹਿੰਦੇ ਆ, ਅਸੀਂ ਇਹ ਲਿਖਿਆ ਹੋਇਆ ਆਪਣੇ ਏਜੰਡਿਆਂ 'ਚ 19 'ਚ, ਤੁਸੀਂ ਪੜ੍ਹੇ ਹੋਣੇ। ਹਾਂਜੀ ਹਾਂਜੀ ਹਾਂਜੀ, ਵੀ ਇਹ ਜਿਹੜਾ IAS ਅਫਸਰ ਹੈ ਉਹ ਤੋਂ ਵੀ ਉੱਪਰ ਇਹਦੀ ਰਿਸਪੈਕਟ ਹੋਣੀ ਚਾਹੀਦੀ ਹੈ ਟੀਚਰ ਦੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਡੈਜ਼ਿਗਨੇਟਡ ਟੀਚਰ ਦੀ। ਬਿਲਕੁਲ ਅਸੀਂ ਬਿਲਕੁਲ, ਸਰਵਿਸ ਦਾ ਵੀ ਪ੍ਰਾਵਧਾਨ ਉਹਦੇ 'ਚ ਕੀਤਾ ਹੈ ਜੀ, ਵੀ ਇੱਕ ਸਟੇਟ ਲੈਵਲ ਦੀ ਟੀਚਿੰਗ ਸਰਵਿਸ ਹੋਣੀ ਚਾਹੀਦੀ ਹੈ, ਬਿਲਕੁਲ ਜੀ, ਬਿਲਕੁਲ। ਜਿਹੜੀ PTS ਹੋਵੇ, ਪੰਜਾਬ ਟੀਚਿੰਗ ਸਰਵਿਸ ਹੋਵੇ, ਤਾਂ ਉਹ IAS ਨਾਲੋਂ ਉੱਪਰ ਮੰਨੀ ਜਾਵੇ। ਬਿਲकुल जी, मैं तो सहमत है जी, बिल्कुल सहमत है मैं। एक ना डॉक्टर साहब ने इकोनॉमिक हायरार्की की भी बात की। डॉक्टर साहब ने एक पॉइंट छूट रहा है भारद्वाज जी, इकोनॉमिक हायरार्की की बात की, और उन्होंने कहा कि ये सबका जड़ है, इकोनॉमिक हायरार्की जो। थैंक यू डॉक्टर साहब। मैं BP मिश्रा जी ਨੂੰ ਕਹੂੰਗਾ ਕੰਟੀਨਿਊ ਕਰਨ ਪਲੀਜ਼ ਅੱਗੇ 5 ਮਿੰਟ ਲਈ। श्री VP मिश्रा जी, डॉक्टर VP मिश्रा जी, सबको नमस्कार। अब बड़ी अच्छी बात हुई है, डॉक्टर बहुत अच्छे राजवीर सिंह जी ने भी बहुत बढ़िया बात की, और डॉक्टर गांधी ने भी बड़ी अच्छी बातें की। तो एक तो ये रहा कि राजवीर सिंह जी की मैं बात पहले करूंगा। उन्होंने एक रोड मैप दिया, एक प्रोग्राम दिया कि वो क्या कर रहे हैं, और आगे भी उन्होंने प्रपोज किया कि वो क्या कर सकते हैं। तो एक तो ये बड़ी अच्छी बात रही। और डॉक्टर गांधी ने भी बहुत सारे बातें की, मैं बहुत से सहमत हूँ, बहुत से सहमत नहीं हूँ, तो लेकिन हम उस पर नहीं जाएंगे। बात यह है कि जैसे डॉक्टर साहब ने ये बोला कि हमको एक ग्लोबल सोसाइटी की बात करनी है, हमको सिर्फ पंजाब की नहीं करनी है, सिर्फ इंडिया की नहीं करनी है, पूरे दुनिया की बात करनी है। बड़ी अच्छी बात है, होना तो चाहिए ऐसा। लेकिन जब हम काम करने जाते हैं तो हमको एक बाउंड्री सेट करनी पड़ती है, क्योंकि हम पूरी दुनिया में काम नहीं कर सकते। हम अपने नेबरहुड में काम कर सकते हैं, अपने कम्युनिटी में कर सकते हैं, अपने विलेज में कर सकते हैं, अपने सिटी में कर सकते हैं, अपने प्रोविंस में कर सकते हैं, अपने कंट्री में कर सकते हैं। तो हमारी जैसी ताकत होवे, जैसी कैपेबिलिटी होवे, जो स्ट्रेंथ होवे, उसके आधार पर हमें एक बाउंड्री तो बनानी पड़ेगी। तो जो डॉक्टर साहब ग्लोबल लेवल पर चाह रहे हैं, हम उसको एक जितनी हमारी कैपेबिलिटी है उस लेवल पर करें। और बड़ी अच्छी बातें उन्होंने करी। जो इनइक्वालिटीज हैं, जो डिफरेंट हियरार्कीज हैं, उनको ब्रेक करने की जरूरत है। और एक बात उन्होंने कही, जो इकोनॉमिक हियरार्की है, तो ये इकोनॉमिक हियरार्की स्ट्रेटा क्रिएट करती रही है शुरू से, हमेशा से। जो हमारा कास्ट सिस्टम भी है, तो एक जमाने की वो इकोनॉमिक हियरार्की थी, और वही इकोनॉमिक हियरार्की ने ग्रुपिंग किया, और कौन लोग क्या काम कर सकते थे उसके आधार पर वो हियरार्की क्रिएट हुई। तो अब उसी में कास्ट सिस्टम भी हो गया, उसी में फिर किंगडम्स भी कायम हो गए, सो मेनी थिंग। तो हमें क्या, अब हमारा तो फोकस ये है, जैसे पहले मीटिंग में भी हम जब शामिल हुए थे तो हमने ये प्रपोजल रखा था कि हर डिस्ट्रिक्ट में, हर तहसील लेवल पर और हर विलेज लेवल पर हम अपना ऑर्गेनाइजेशन क्रिएट करें। तो आज हमको एक चीज हासिल हो गई है, वो ये है कि डिस्ट्रिक्ट लेवल के ऊपर हमारी बॉडीज बन चुकी हैं सभी जगह तकरीबन, कोई एक आध डिस्ट्रिक्ट छोड़ करके। अभी हमको जरूरत है जी, कुछ कह रहे थे भारत, सारे डिस्ट्रिक्ट हैं, सारे डिस्ट्रिक्ट बन गए। अभी क्या करना है, हमको तहसील लेवल पर जाना है, ब्लॉक लेवल पर जाना है, और पिंड लेवल, पंचायत लेवल पर जाना है। तो वो हमारा अगला स्टेज होगा, क्योंकि हमने जो काम करना है, जो भी काम करना है, हमने करना कुछ है, और जो करना है वो ग्राउंड लेवल पर करना है। कहाँ करना है? मोहल्ले में करना है, और विलेज लेवल पर काम होना है। तो अब अल्टीमेटली जो स्टेट में बैठे हुए लोग हैं या डिस्ट्रिक्ट में बैठे हुए लोग हैं, दे आर सपोर्टर्स,
वो जो ग्राउंड लेवल पर, कम्युनिटी लेवल पर, मोहल्ला लेवल पर और विलेज लेवल पर काम होना है, उनके सपोर्ट के लोग हैं स्टेट वाले, उनके सपोर्ट के लोग हैं डिस्ट्रिक्ट वाले। तो अब हमको ग्राउंड लेवल पर अपनी टीम क्रिएट करनी है और क्रिएट करके टीम हमको कुछ काम करना है। जब हम कुछ काम करेंगे, अभी हम लोग यहाँ बैठ के मीटिंग कर रहे हैं, हमारी विजिबिलिटी नहीं है, नोबडी, भारद्वाज जी जिसको कॉन्ट्रैक्ट करते हैं उसको पता चलता है कि हम कुछ कर रहे हैं। अब क्या होगा, अगर हम गांव पिंड लेवल पर और मोहल्ला लेवल पर अगर हम काम शुरू करते हैं कुछ, तो हमारी विजिबिलिटी बनेगी और लोग हमारे पास अपनी प्रॉब्लम लेके आए और हम उसको सॉल्व करें, तब तो कुछ काम हो सकता है। बिल्कुल। और वो जैसे राजवीर सिंह जी ने जो कहा कि हम 40 सेंटर बना रखे हैं और अभी हमको आप बता दो कि कुछ पिंड दे दो, मैं उन पिंडों के अंदर में कुछ प्रैक्टिकल वोकेशनल एजुकेशन और समथिंग विच इज वेरी वेरी एसेंशियल लोगों के लिए, तो वो एजुकेशन वो शुरू करेंगे। जैसा वो कह रहे हैं, हमें हर पिंड में जहां जहां अपना ऑर्गेनाइजेशन क्रिएट करना है और क्रिएट करके ऐसे कुछ काम शुरू करने हैं। हम बहुत मान लो सब कुछ ना कर सकें, हम पिंड को पूरे ना बदल सकें, मोहल्ले को पूरा ना बदल सकें, लेकिन कुछ तो करें, हम कुछ करें, कुछ हेल्प करें, कुछ मदद करें। वो एजुकेशन की हो सकती है, वो कैरेक्टर बिल्डिंग की हो सकती है, या जो गवर्नमेंट की स्कीम्स हैं उनको सही तरीके से इम्प्लीमेंट करने की हो सकती है। गवर्नमेंट बड़ी सारी स्कीम्स लेके आती हैं, उस स्कीम का बेनिफिट लोगों तक नहीं पहुंचता है। अगर हम यही कर दें, या मान लीजिए कोई धक्केशाही हो रही है लोकल लेवल पर, कोई रिच है वो किसी को सप्रेस कर रहा है, कोई किसी भी तरह से कोई सप्रेशन है, तो हम उसके खिलाफ आवाज उठा सकें और जो सप्रेस्ड है उसको रिलीफ दिला सकें। ये बहुत बड़ा सर्विस होगी ह्यूमैनिटी को, एंड दैट कुड बी ए बिगिनिंग पॉइंट, ए स्टार्टिंग पॉइंट। तो कुछ ना कुछ हमें करना होगा। और हम तो ऐसा सोचते हैं कि जब हमारा जब ऑर्गेनाइजेशन क्रिएट हो जाएगा, हमारी टीम में 5-5 लोग हर मोहल्ले में खड़े हो जाएंगे, हर पिंड के अंदर खड़े हो जाएंगे, वो लोगों की आवाज बनेंगे, लोगों की तकलीफों को सुनेंगे और उसको रिजॉल्व करेंगे, तो हम कुछ कर पाएंगे। हमें छोटी छोटी चीजें शुरू करनी है, लेकिन करना है कुछ, और उसके लिए हमको ग्रॉस रूट लेवल तक जाना होगा। थैंक यू वेरी मच। थैंक यू डॉक्टर साहब, थैंक यू। मैं मैम कनिका मेहरा जी ਸਾਡੇ ਨਾਲ जुड़े हुए ने, ਉਹਨਾਂ ਨੂੰ ਕਹੂੰਗਾ 2 शब्द बोलन। मैम कनिका मेहरा जी। निशांत जी, निशांत जी। कनिका जी, can you unmute yourself, कनिका जी? सर हमने से ग्रुप देने सारे। हाँ जी हाँ जी, बिल्कुल, इन्हां प्लीज इन्हां ਨੂੰ रिक्वेस्ट करियो। काफी ज्यादा आजकल इंटरैक्टिव ग्रुप हो गया, मीटिंग्स कर रहे हैं रेगुलरली, एंड आई थिंक ਉਹਨਾਂ ਦਾ कनेक्शन ठीक नहीं है। मैं प्रवीण वधवा जी थोड़ा जा बोलणगे प्लीज। प्रवीण जी कैन यू टॉक? हाँ जी। हेलो। हाँ जी प्रवीण जी, पंजाबी यूज करनी है। Okay, sir. Sure. First of all, good morning, everyone. गुड मॉर्निंग जी। Right. जेस्टर्स अभी यहाँ पे अपने बारे में बता रहे हैं कि पंजाब के लिए सानू कुछ करना चाहिए। आई थिंक गवर्नमेंट ने ऑलरेडी बहुत कुछ किया हुआ है। आई थिंक ग्राउंड रियलिटी पे मेन इंपॉर्टेंट है इम्प्लीमेंटेशन। दैट्स इट। अगर हम वही चेक कर ले कि उनकी इम्प्लीमेंटेशन कैसे हो रही है, तो ਉਹਦੇ ਨਾਲ ਹੀ ਆਪਾਂ ਆਪਣੀ ਲੈਵਲ ਨੂੰ ਹੋਰ ਅੱਗੇ ਵਧਾ ਸਕਦੇ ਹਾਂ। मेरी बात तो यही है कि इम्प्लीमेंटेशन इज मेन इंपॉर्टेंट। क्या अगर वो गवर्नमेंट ने स्कीम निकाली है तो क्या उसका असल में उसका यूज हुआ है कि नहीं हुआ, दैट इज द मेन। बिल्कुल बिल्कुल। हमें मेन ग्राउंड रियलिटी पे वी नीड टू चेक इम्प्लीमेंटेशन। बिल्कुल। Anything second point? That's it from my end. Okay, thank you, ma'am. Thank you. Thank you for the participation. For the first time. Thank you.
मैडम कनिका मेहरा जी। सर वो डिस्कनेक्ट हो गए ना, कनेक्शन उनका स्ट्रांग नहीं है। अच्छा, सबप्रीत जी, सबप्रीत जी सिंह। ਸਰ ਜੋ ਵੀ ਆਪਣੇ ਵਿਚਾਰ ਆਏ ਹੋਏ ਆ, ਜੋ ਵੀ ਮੈਂ ਸੁਣੇ ਆ, ਉਹ ਸਭ ਠੀਕ ਹੈ। ਗਰਾਊਂਡ ਰਿਐਲਿਟੀ ਤੇ ਕੰਮ ਕਰਨਾ ਪਊਗਾ ਆਪਾਂ ਨੂੰ। ਉਹਦੇ ਲਈ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨਾ ਵੀ ਪਊਗਾ ਆਪਣੇ ਨਾਲ। ਬਾਕੀ ਜੋ ਐਜੂਕੇਸ਼ਨ ਸਿਸਟਮ ਹੈਗਾ ਆਪਣਾ, ਹੈਲੋ बोलो। ਹਾਂਜੀ ਹਾਂਜੀ, ਬਾਕੀ ਜੋ ਐਜੂਕੇਸ਼ਨ ਸਿਸਟਮ ਹੈਗਾ ਆਪਣਾ, ਉਹਦੇ 'ਚ ਸੁਧਾਰ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਜਿੱਦਾਂ ਮੈਂ ਇੱਥੇ ਪਿੰਡਾਂ ਦੇ ਵਿੱਚ ਦੇਖਦਾ ਹੈਗਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਸਰ ਮਿਡ ਡੇ ਮੀਲ 'ਚ ਹੀ ਫਸਾ ਕੇ ਰੱਖਿਆ ਹੋਇਆ। ਟੀਚਰਸ ਜਿਹੜੇ ਆ ਉਹ ਸਾਰਾ ਦਿਨ ਮਿਡ ਡੇ ਮੀਲ 'ਚ ਹੀ ਲੱਗ ਜਾਂਦਾ ਉਹਨਾਂ ਦਾ। ਏਦਾਂ ਦੀਆਂ ਚੀਜ਼ਾਂ ਨਾ ਦਿੱਤੀਆਂ। ਇਹਦੇ ਵਿੱਚ ਇਹ ਆ ਕਿ ਜੋ ਵੀ ਆਪਣੇ ਬੱਚੇ ਆ ਉਹਨਾਂ ਨੂੰ ਜੇ ਆਪਾਂ ਸਹੂਲਤ ਦੇਣੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਈਏ, ਨਾ ਕਿ ਉਹ ਚੀਜ਼ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਵਾੜੀ ਜਾਵੇ। ਹਜੇ ਵੀ ਆ ਮੈਂ ਤਾਂ ਮਿਲ ਜ਼ਿਆਦਾ ਲੱਗੀ ਹੋਈ। ਉਹਨਾਂ ਨੂੰ ਬਸ ਇਹੀ ਚੀਜ਼ ਦੇਖਦੇ ਰਹਿੰਦੇ ਆ, ਅਸੀਂ 9 ਵਜੇ ਆਏ ਹਾਂ, 2 ਵਜੇ ਅਸੀਂ ਚਲੇ ਜਾਣਾ ਹੈ। ਕੋਈ ਵੀ ਬੱਚੇ ਨੂੰ ਕੁਆਲਿਟੀ ਦੀ ਐਜੂਕੇਸ਼ਨ ਨਹੀਂ ਦੇ ਰਿਹਾ। ਪ੍ਰਾਈਵੇਟ ਸਕੂਲਾਂ ਦੀ ਜਾਂਦੇ ਆ। अच्छा कोई ना, तुसी जल्दी ਆਪਣੀ ਪੰਜਾਬੀ ਨੂੰ ਆਊਟ ਕੀਤਾ ਜਾ ਰਿਹਾ। ਹਾਂਜੀ ਹਾਂਜੀ ਹਾਂਜੀ, ਪੁਆਇੰਟ ਆਪਣੇ ਦੀ ਚੱਲੀਏ ਤਾਂ ਉਹਦੇ ਵਿੱਚੋਂ ਆਪਣੀ ਹਾਂਜੀ, ਤਾਂ ਉਹਦੇ ਵਿੱਚੋਂ ਆਪਣੀ ਪੰਜਾਬੀ ਨੂੰ ਤਾਂ ਬਿਲਕੁਲ ਆਊਟ ਹੀ ਕੀਤਾ ਜਾ ਰਿਹਾ। ਬੱਚੇ ਜਦੋਂ ਪੰਜਾਬੀ ਲਿਖਦੇ ਆ ਉਹ ਵਿੱਚ ਹਿੰਦੀ ਲਿਖੀ ਜਾਂਦੇ ਆ। ਭਾਸ਼ਾਵਾਂ ਸਾਰੀਆਂ ਸਿੱਖਣ, ਪਰ ਜਿਹੜੀ ਸਕਿੱਲ ਡਿਵੈਲਪਮੈਂਟ ਆ ਉਹ ਆਪਣੀ ਪੰਜਾਬੀ ਤੋਂ ਹੀ ਸ਼ੁਰੂ ਕੀਤੀ ਜਾਣੀ। ਠੀਕ, ਬੱਚਿਆਂ ਦਾ ਸਕਿੱਲ ਜੋ ਦੇਖਣਾ। ਹਾਂਜੀ ਇਹੀ ਹੈ ਜੀ ਅੱਜ ਦੀ। ਕੋਈ ਹੋਰ ਮਿਹਰਬਾਨੀ। ਬਸ ਸਰ ਇੰਨਾ ਹੀ ਲੱਗਦਾ ਮੈਨੂੰ ਜੀ। ਮਿਹਰਬਾਨੀ। ਰਣਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ, 1 ਮਿੰਟ ਲਈ। ਰਣਜੀਤ ਜੀ। मैं राजवीर सर ਨੂੰ ਕਹੂੰਗਾ ਫਿਰ ਕੰਟੀਨਿਊ ਰੱਖਣ ਆਪਣਾ ਜਿਹੜੇ ਪਹਿਲੇ ਪ੍ਰਵਚਨ ਕਰ ਰਹੇ ਸੀ। श्री राजवीर। राजवीर जी नहीं। हाँ जी, मैं सब ਦਾ ਸੁਣਿਆ। ਹਾਂਜੀ, मैं एक गल ਤੁਹਾਨੂੰ ਕਹਿਣੀ ਜ਼ਰੂਰ ਚਾਹੂੰਗਾ। ਪਹਿਲੀ ਗੱਲ ਇਹ ਨੋਟ ਰੱਖਿਓ, ਇਟ ਇਜ਼ ਦਾ ਮੋਸਟ ਅਵੇਕਨ ਪੀਰੀਅਡ ਆਫ ਦਾ ਹਿਸਟਰੀ। ਇਹ ਕਿਰਪਾ ਸਾਡੀ ਕਮਿਊਨੀਕੇਸ਼ਨ ਦੀ ਲਾ ਲਓ ਜਾਂ ਇਲੈਕਟ੍ਰੋਨਿਕ ਮੀਡੀਆ ਦੀ ਲਾ ਲਓ, ਅੱਜ ਦਾ ਮਨੁੱਖ ਸਭ ਤੋਂ ਜ਼ਿਆਦਾ ਅਵੇਕਨ ਹੈ। ਉਹ ਬਹੁਤ ਰਿਸੈਪਟਿਵ ਵੀ ਹੈਗਾ। ਸਾਨੂੰ ਬਜਾਏ ਆਪਣੇ ਸਿਸਟਮਾਂ ਨੂੰ ਚੇਂਜ ਕਰਨ ਦੇ ਪਿੱਛੇ ਪੈਣਾ, ਜਾਂ ਆਪਾਂ ਹੁਣ ਜਿਵੇਂ ਗਾਂਧੀ ਸਰ ਨੇ ਕਿਹਾ ਕਿ ਜੀ ਫਲਾਣਾ ਸਾਡਾ ਵਿਰਾਸਤ ਇਸ ਤਰ੍ਹਾਂ ਦੀ ਸੀ, ਮੈਂ ਇਹਦੇ ਚ ਥੋੜਾ ਡਿਫਰ ਕਰਦਾ। ਸਾਡੀ ਵਿਰਾਸਤ ਜੋ ਹੁੰਦੀ ਹੈ ਨਾ, ਉਦੋਂ ਸਾਡੇ ਨੋਰਮ ਐਂਡ ਵੈਲਿਊ ਕੀ ਸੀ। ਜਦੋਂ ਸਾਡੇ ਨੋਰਮ ਐਂਡ ਵੈਲਿਊ ਤੀਰ ਕਮਾਨ ਚਲਾਉਣਾ ਨੇ ਤਾਂ ਐਜੂਕੇਸ਼ਨ ਤੀਰ ਕਮਾਨ ਦੀ ਆਓ। ਅੱਜ ਸਾਡੇ ਨੋਰਮ ਐਂਡ ਵੈਲਿਊ ਵੱਖਰੇ ਨੇ। ਅੱਜ ਅਸੀਂ ਉਹ ਲੜਾਈਆਂ ਕਰਨ ਵਾਲੀ ਐਜੂਕੇਸ਼ਨ ਨਹੀਂ ਚਾਹੁੰਦੇ। ਫਿਰ ਦੋਵਾਂ ਦੇ ਉੱਤੇ ਵੀ ਕਿੰਤੂ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਇਹ ਟਾਈਮ ਟੂ ਟਾਈਮ ਬਦਲਦੀ ਜਾਂਦੀ ਹੈ। ਜੇ ਆਪਾਂ ਡਾਕਟਰੀ ਪੇਸ਼ਾ ਦੇਖੀਏ, ਪਹਿਲਾਂ ਇਹ ਸ਼ੂਦਰਾਂ ਦਾ ਹੁੰਦਾ ਸੀ, ਅੱਜ ਇਹ ਅਲੀਟ ਕਲਾਸ ਦਾ ਹੋ ਗਿਆ ਔਰ ਇਹਦੇ ਤੇ ਲੱਖਾਂ ਰੁਪਈਆ ਖਰਚ ਹੋਣ ਲੱਗ ਗਿਆ, ਕਿਉਂਕਿ ਸਾਡੇ ਨੋਰਮ ਐਂਡ ਵੈਲਿਊ ਬਦਲ ਗਏ। ਅਸੀਂ ਬਿਮਾਰੀ ਇੰਨੀ ਪੈਦਾ ਕਰ ਲਈ ਤੇ ਸਾਨੂੰ ਡਾਕਟਰਾਂ ਦੀ ਲੋੜ ਪੈ ਗਈ। ਹੁਣ ਇਹ ਸਭ ਤੋਂ ਵਧੀਆ ਪ੍ਰੋਫੈਸ਼ਨ ਬਣ ਗਿਆ। ਅੱਜ ਅਸੀਂ ਮੋੜ ਕੇ ਜੇ ਜ਼ੀਰੋ ਕਰਨੀ ਜਾਵਾਂਗੇ, ਸਟਾਰਟ ਕਰਾਂਗੇ, ਇੱਕ ਲੰਮੀ ਲਾਈਨ ਖਿੱਚਾਂਗੇ। ਸਾਡਾ ਵਿਰਸਾ ਬਹੁਤ ਚੰਗਾ ਹੈ। ਸਾਨੂੰ ਉਸ ਵਿਰਸੇ ਨੂੰ ਪੜ੍ਹਨ ਵਾਸਤੇ ਉਦੋਂ ਦੀਆਂ ਜ਼ਰੂਰਤਾਂ, ਉਦੋਂ ਦੇ ਨੋਰਮ ਐਂਡ ਵੈਲਿਊ ਪੜ੍ਹਨੇ ਪੈਣਗੇ ਨਾਲ। ਮੈਂ ਮੰਨੂ ਦੇ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਜਿਹੜੀ ਕਲਾਸੀਫਿਕੇਸ਼ਨ ਆਫ ਦਾ ਸੋਸਾਇਟੀ ਹੈ
दो तरह का साडा स्ट्रक्चर है, सोशल स्ट्रक्चर और पोलिटिकल स्ट्रक्चर। जिहड़ी क्लासीफिकेशन मन्नू ने की है वो मुड़ के कामरेडों तो भी नहीं हुई, क्योंकि ਉਹਦੇ ਚ प्रोफैशन नाल जुड़दा सी माँ बाप। हाँ ਉਹ ਚ ਨਿਗਾਰ आ गए क्लासीफिकेशन च, ਜਿਹਨੂੰ ਅਸੀਂ मिसयूज ਕੀਤਾ ਉਹ मन्नू ਦਾ कसूर नहीं, ਉਹ कसूर सी इंप्लीमेंट करन वालियां दा। हुणे एक सज्जण बोले इंप्लीमेंटेशन च बीबी जी ने भी यही कहा कि इंप्लीमेंट नहीं हुंदा। इंप्लीमेंट एक तां हुंदा नहीं, एक गलत हो जाता है। सो आपां हुण इस चीज का फायदा लईए जो साडा रॉ मटीरियल जिहनूं ਅਸੀਂ ਕਹਾਂਗੇ एजुकेशन दे विच इस टाइम ते मोस्ट अवेकन पीरियड है। ਅਸੀਂ जे थोड़ा जिहा कोशिश भी कर लईए तां इन्ने प्यार नाल बच्चे सीख सकदे ने। पर सानू उस सिस्टम च जाके हुण जे आपां टीचर दी तनख्वाह ते सोचण लग जांगे, मैं तां इह कहूंगा कि टीचर शुड जनरेट द मनी। ਉਹ ਸਕੂਲ ਦੇ ਵਿੱਚ ਬੱਚੇ ਨੂੰ ਪੜਾਉਂਦਾ ਹੈ ਤਾਂ ਸਕੂਲ ਹੀ ਕਿਉਂ ਨਹੀਂ ਜਨਰੇਟ ਕਰਦਾ? ਸਾਡੇ ਸਕੂਲ ਕੁਛ ਤਾਂ ਜਨਰੇਟ ਕਰਨ। ਮੈਂ ਉਸ ਪਾਸੇ ਤੁਰਨਾ ਚਾਹੁੰਦਾ। ਸਾਡੀ ਐਜੂਕੇਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਘੱਟੋ ਘੱਟ ਆਪਦੇ ਖਰਚੇ ਦਾ 50% ਤਾਂ ਜਨਰੇਟ, ਕਿਉਂਕਿ ਉਹ ਸਿਖਾ ਰਹੇ ਨੇ ਤੇ ਫਿਰ ਸਿਖਾ ਕੀ ਰਹੇ ਨੇ। ਜੇ ਅਸੀਂ ਕਵਿਤਾ ਲਿਖਣੀ ਸਿਖਾਉਣੀਆਂ ਨੇ ਕੱਲੀਆਂ, ਜਾਂ ਅਸੀਂ ਹਿਸਟਰੀ ਪੜ੍ਹਨੀ ਸਿਖਾਉਣੀ ਹੈ, ਉਹਦਾ ਕੋਈ ਨਹੀਂ। ਸਾਨੂੰ ਕੰਸਟਰਕਟਿਵ ਕੰਮ ਕਰਨਾ ਪਊ। ਚਾਈਨਾ ਨੇ ਸਾਡੇ ਬਰਾਬਰ ਕੀਤਾ ਹੈ, ਉਹ ਵੀ ਸਾਡੇ ਬਰਾਬਰ ਹੀ ਆਜ਼ਾਦ ਹੋਏ ਨਾ, ਪਰ ਉਹਨਾਂ ਨੇ ਆਪਣੀ ਕੰਸਟਰਕਟਿਵ ਸੋਚ ਲਈ, ਉਹਦੇ ਚ ਪ੍ਰੋਡਕਟਿਵ ਲਿਆਂਦਾ। ਅੱਜ ਪ੍ਰੋਡਕਸ਼ਨ ਦੇ ਵਿੱਚ ਚਾਈਨਾ ਸਭ ਤੋਂ ਟੌਪ ਤੇ ਹੈ, ਪਰ ਫਿਰ ਉਹਨਾਂ ਨੇ ਗਲਤੀ ਕਰ ਲਈ ਕਿ ਪ੍ਰੋਡਕਸ਼ਨ ਦੇ ਵਿੱਚ ਇੰਨੀ ਗਿਰਾਵਟ ਲੈ ਆਏ ਕਿ ਉਹਨਾਂ ਦੀ ਚੀਜ਼ ਨੂੰ ਹੁਣ ਹਰ ਬੰਦਾ ਨਿੰਦਣ ਲੱਗ ਗਿਆ ਵੀ ਚਾਈਨਾ ਦੀ ਬਣੀ ਆ, ਚੱਲਣੀ ਨਹੀਂ। ਆਪਾਂ ਪੰਜਾਬ ਦੇ ਵਿੱਚ ਪ੍ਰੋਡਕਟਿਵਿਟੀ ਤੇ ਸਾਡੀ ਐਜੂਕੇਸ਼ਨ ਜੇ ਕੰਸਨਟਰੇਟ ਕਰੇ ਤੇ ਉਹਦੇ ਵਿੱਚ ਸਾਡੇ ਸਿਲੇਬਸਾਂ ਦੇ ਵਿੱਚ ਅਸੀਂ ਇਨਕਲਕੇਟ ਕਰ ਸਕਦੇ ਹਾਂ ਉਹ ਚੀਜ਼ਾਂ ਜਿਹੜੀਆਂ ਨਹੀਂ ਹੋਈਆਂ। ਹੁਣ ਮੈਂ ਖੇਤੀਬਾੜੀ ਦੀ ਜਦੋਂ ਗੱਲ ਕਰਦਾ ਤਾਂ ਖੇਤੀਬਾੜੀ ਦੇ ਵਿੱਚ ਅਸੀਂ ਮਾਈਕਰੋ ਤੇ ਕੰਮ ਮੈਕਰੋ ਤੇ ਕੰਮ ਕਰਦੇ ਹਾਂ, ਫਿਰ ਪਲਾਂਟ ਤੇ, ਫਿਰ ਐਨੀਮਲ ਤੇ। ਮਾਈਕਰੋ ਦੇ ਵਿੱਚ ਅਸੀਂ ਮਸ਼ਰੂਮ, ਜੋ ਇੰਡੀਆ ਦੀ ਵਿਰਾਸਤ ਸੀ, ਪੰਜਾਬ ਦੀ ਵਿਰਾਸਤ ਸੀ, ਜਿਹੜੀ ਬੈਸਟ ਮਸ਼ਰੂਮ ਹੈ ਉਹਦਾ ਨਾਂ ਹੀ ਰਿਸ਼ੀ ਮਸ਼ਰੂਮ ਹੈ, ਔਰ ਸਾਡੇ ਕੋਲੇ ਉਹਦਾ ਰॉ ਮਟੀਰੀਅਲ ਹੈ। ਪਰ ਪ੍ਰੋਬਲਮ ਕੀ ਹੈ ਕਿ ਇੰਡੀਆ ਦੇ ਵਿੱਚ ਮਸ਼ਰੂਮ ਦੀ ਇੰਸਟੀਟਿਊਸ਼ਨ 98 ਚ ਖੁੱਲਦੀ ਹੈ, ਡਾਇਰੈਕਟੋਰੇਟ 2008 ਆ ਕੇ ਬਣਦਾ ਹੈ। ਐਜੂਕੇਸ਼ਨ ਸਾਡੀ ਇੱਥੇ ਖੜੀ ਹੈ ਜਿਹਦੀ ਸਾਨੂੰ ਲੋੜ ਸੀ, ਕਿਉਂਕਿ ਸਾਡੇ ਕੋਲੇ ਰॉ ਮਟੀਰੀਅਲ ਐਗਰੋ ਵੇਸਟ ਦੀ ਕਮੀ ਨਹੀਂ ਤੇ ਅਸੀਂ ਮਸ਼ਰੂਮ ਤੇ ਕੰਮ ਕਰ ਸਕਦੇ ਹਾਂ। ਉਹਦੇ ਵਾਸਤੇ ਵੱਖਰੇ ਸਕੂਲ ਖੋਲੇ ਜਾ ਸਕਦੇ ਨੇ ਹਰ ਜ਼ਿਲ੍ਹਾ ਲੈਵਲ ਤੇ, ਜਾਂ ਸਾਡੇ ਸਕੂਲ ਦੀ ਐਜੂਕੇਸ਼ਨ ਚੋਂ ਪੈ ਸਕਦਾ। ਇਸੇ ਤਰ੍ਹਾਂ ਜਦੋਂ ਮੈਕਰੋ ਚ ਜਾਂਦੇ ਹਾਂ ਤਾਂ ਬੀ ਕੀਪਿੰਗ, ਮਧੂਮੱਖੀ ਤੇ ਆਇਨਸਟਾਈਨ ਨੇ ਬੋਲਿਆ ਕਿ ਜਿੱਦਣੇ ਖਤਮ ਹੋ ਗਈ ਇੱਥੋਂ ਪਲੈਨਟ ਤੋਂ ਮਾਨਵਤਾ ਖਤਮ ਹੋ ਜਾਊ, ਤੇ ਉਹਦੇ ਵਾਸਤੇ ਸਾਡਾ ਸਭ ਤੋਂ ਸੋਹਣਾ ਹੈ ਪੰਜਾਬ, ਜਿੱਥੇ ਮਧੂਮੱਖੀ ਪਾਲਣ ਇੰਨੀ ਹੋ ਸਕਦੀ ਹੈ। ਜੇ ਅਮਰੀਕਾ ਗਵਰਨਮੈਂਟ $20 ਬਿਲੀਅਨ ਇੱਕ ਸਾਲ ਦਾ ਰੱਖ ਸਕਦੀ ਹੈ ਬੀ ਕੀਪਿੰਗ ਤੇ, ਅਸੀਂ ਕੀ ਰੱਖਿਆ ਜੀ? ਉਹ ਬਿਲਕੁਲ। ਜੇ ਸਾਡੇ ਸੀਐਮ ਇਹ ਚਾਹਣ ਕਿ ਮੈਂ, ਮੋਦੀ ਜੀ ਕਹਿੰਦੇ ਨੇ ਕਿ ਮਧੂਮੱਖੀ ਪਾਲੋ, ਅਰੇ ਐ ਕਿਵੇਂ ਪਲ ਜੂ? ਪੈਸਾ ਦੇਣਾ ਪਊ, ਉਹਦੀ ਐਜੂਕੇਸ਼ਨ ਦੇਣੀ ਪਊ। ਇਸੇ ਤਰ੍ਹਾਂ ਅਸੀਂ ਪਲਾਂਟ ਤੇ ਗੱਲ ਕਰਦੇ ਹਾਂ, ਸਾਡੀਆਂ ਕੁਝ ਨਸਲਾਂ ਅਸੀਂ ਖਤਮ ਹੀ ਕਰ ਲਈਆਂ, ਉਹਦੇ ਤੇ ਸਾਨੂੰ ਦੁਬਾਰਾ ਕੰਮ ਕਰਨਾ ਪਊ। ਉਹਦੇ ਵਾਸਤੇ ਵੀ ਸਾਨੂੰ ਪੈਸਾ, ਰਿਸਰਚ ਦੇ ਵਾਸਤੇ ਅਸੀਂ ਰਿਸਰਚ ਕੀ ਕਰ ਰਹੇ ਹਾਂ ਅੱਜ? ਯੂਰੀਆ ਸਾਡੀ ਰਿਸਰਚ ਹੈ ਡਵਾਰਫ ਕਰਨ ਤੇ, ਅਸੀਂ ਉਲਟੀ ਦਿਸ਼ਾ ਚਲੇ ਗਏ। ਉਹ ਹੁਣ ਐਕਸਟ੍ਰੀਮ ਪਹੁੰਚ ਚੁੱਕਿਆ। ਸਾਨੂੰ ਸਾਡੀ ਵਿਰਾਸਤ ਨੂੰ ਸਰਚ ਕਰਨਾ ਪਊ, ਉਹਨੂੰ ਰਿਸਰਚ ਕਰਨਾ ਪਊ। ਇਸੇ ਤਰ੍ਹਾਂ ਐਨੀਮਲ ਤੇ ਜਦ ਆਉਂਦੇ ਆ ਤਾਂ ਅਸੀਂ ਗਊ ਨੂੰ ਮਾਤਾ ਤਾਂ ਕਹਿੰਦੇ ਆ, ਪਰ ਇਹ ਕਦੇ ਨਹੀਂ ਸੋਚਦੇ ਕਿਉਂ। ਜੇਕਰ ਅਸੀਂ ਇਹ ਕਰ ਦਈਏ ਤੇ ਸਾਡਾ ਬਾਕੀ ਜਿੱਥੇ ਤੱਕ ਹੈ ਐਜੂਕੇਸ਼ਨ ਦੇ ਵਿੱਚ, ਮੈਂ ਇੱਕ ਦਿਨ ਬਾਬਾ ਰਾਮਦੇਵ ਜੀ ਨੂੰ ਸਵਾਲ ਕੀਤਾ ਸੀ, ਮੈਂ ਕਿਹਾ ਇਹ ਦੇਸ਼ ਉਹ ਹੈ ਅਸ਼ਟਮਾਰਗ ਨਹੀਂ ਪੜਾਊਗਾ, ਬੰਦੇ ਮਾਤਰਮ ਦੀ ਜੈ ਕਰਾਓ। ਬੰਦੇ ਮਾਤਰਮ ਸਾਰਿਆਂ ਨੂੰ ਕਿਹਾ ਜਾਂਦਾ ਬੋਲਣ, ਅਸ਼ਟਮਾਰਗ ਨਾਵਲ ਹੀ ਲਾ ਦੋ ਨਾ ਸਿਲੇਬਸ ਚ, 100 ਪੇਜ ਦਾ ਨਾਵਲ ਲਾਓ ਤਾਂ ਬੱਚੇ ਦਾ ਰੋਮ ਰੋਮ ਆਪੇ ਬੰਦੇ ਮਾਤਰਮ ਕਹੂਗਾ। ਅਸੀਂ ਅਧੂਰੀਆਂ ਚੀਜ਼ਾਂ ਕਰਦੇ ਆ। ਮੈਂ ਕੱਲ ਭਾਰਗਵ ਜੀ ਨਾਲ ਗੱਲ ਕਰ ਰਿਹਾ ਸੀ, ਐਗਰੀਕਲਚਰ ਦੇ ਉੱਤੇ ਸਭ ਤੋਂ ਬੈਸਟ ਪੁਸਤਕ ਮਹਾਰਾਣਾ ਪ੍ਰਤਾਪ ਲਿਖਾਉਂਦਾ, ਕਿਉਂ ਨਹੀਂ ਜੀ ਸਾਨੂੰ ਪਤਾ ਉਹਦਾ? ਵਾਟਰ ਇੰਡਾਈਜੈਸ਼ਨ ਟੂ ਪਲਾਂਟ, ਪਹਿਲੀ ਵੇਰ ਚੱਕਰਪਾਣੀ ਮਿਸ਼ਰਾ
ਜੋ ਮਹਾਰਾਣਾ ਪ੍ਰਤਾਪ ਦੇ ਦਰਬਾਰੀ ਨੇ, ਉਹਨੂੰ ਅਸੀਂ ਪੜ੍ਹਦੇ ਕਿਉਂ ਨਹੀਂ? ਰਿਸ਼ੀ ਸੁਰਪਾਲ ਦੀ ਅਸੀਂ ਕਦੇ ਗੱਲ ਕਿਉਂ ਨਹੀਂ ਕਰਦਾ ਜਿਹੜਾ ਵ੍ਰਿਕਸ਼ ਆਯੁਰਵੇਦਾ ਲਿਖਦਾ? ਅਸੀਂ ਐਲੋਪੈਥੀ ਦੇ ਪਿੱਛੇ ਪਏ ਹਾਂ ਹੱਥ ਧੋ ਕੇ, ਔਰ ਐਲੋਪੈਥੀ ਐਕਸਟ੍ਰੀਮ ਤੇ ਜਾ ਚੁੱਕੀ, ਕਿਉਂਕਿ ਪਿਛਲੇ ਸਾਲ ਡਾਕਟਰ ਤ੍ਰਿਹਨ ਨੇ ਇੱਕ ਐਸੇ ਲਿਖਿਆ, ਉਹ ਐਸੇ ਦੇ ਵਿੱਚ ਇਹ ਲਿਖਿਆ ਵੀ ਕਾਈਂਡਲੀ ਤੁਸੀਂ ਹਸਪਤਾਲਾਂ 'ਚ ਨਾ ਆਓ, ਕਿਉਂਕਿ ਸਾਡੇ ਕੋਲੇ ਹੁਣ ਕੋਈ ਇਲਾਜ ਨਹੀਂ। ਜੇ ਡਾਕਟਰ ਤ੍ਰਿਹਨ ਕੋਲੇ ਇਲਾਜ ਨਹੀਂ, ਫਿਰ ਕਿਹੜੀ ਮੈਡੀਕਲ ਸਿੱਖਿਆ ਤੇ ਕਿਹੜੇ ਡਾਕਟਰ ਦੇ 35 ਲੱਖ। ਸੋ ਇਹ ਤਾਂ ਮੈਂ ਸਗੋਂ ਇਹ ਸਮਝਦਾ ਜਿਹੜੇ ਸਾਡੇ ਦਲਿਤ ਜਾਂ ਸਾਡੇ ਪੇਂਡੂ ਲੋਕ ਨੇ, ਉਹ ਇਸ ਡਿਵੈਲਪਮੈਂਟ ਤੋਂ ਬਚ ਰਹੇ, ਇਸ ਡਿਵੈਲਪਮੈਂਟ ਸਿਕਨੈਸ ਤੋਂ ਬਚ ਰਹੇ। ਇਹ ਕੋਰੀਆਂ ਸਲੇਟਾਂ ਨੇ, ਆਪਾਂ ਛੋਟੇ ਛੋਟੇ ਸਿਲੇਬਸ ਲਾ ਕੇ ਸਕੂਲ ਚਲਾਉਣੇ ਸ਼ੁਰੂ ਕਰੀਏ। ਮੈਂ ਸਕੂਲ ਚਲਾ ਰਿਹਾ 2-3, ਪਰ ਮੈਂ ਅੱਜ ਮੈਨੂੰ ਹਰੇ ਰਾਮਾ ਹਰੇ ਕ੍ਰਿਸ਼ਨਾ ਵਾਲਿਆਂ ਦਾ ਆਇਆ ਸੀ, ਉਹਨਾਂ ਦਾ ਜਿਹੜਾ ਹੈਡ ਔਰ ਮਿੱਤਰ ਹੈ ਮੇਰਾ, ਉਹ ਕਹਿੰਦਾ ਜੀ ਸਾਡੇ ਸਾਰੇ ਮੰਦਰਾਂ 'ਚ ਸਕੂਲ ਚਲਾਓ। ਆਪਾਂ ਉਸ ਤਰ੍ਹਾਂ ਦਾ ਕੰਮ ਇੱਥੇ ਕਰੀਏ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੂੰਗਾ। ਸਾਡੇ ਸ਼ਾਸਤਰਾਂ ਦੇ ਵਿੱਚ ਜਿਹੜਾ ਹਿੰਦੂ ਧਰਮ ਜਿੱਥੋਂ ਗਵਰਨ ਹੁੰਦਾ ਹੈ, ਉਹਦੇ ਬ੍ਰਹਮ ਸੂਤਰ ਨੇ, ਤੇ ਇੱਕ ਬ੍ਰਹਮ ਸੂਤਰ ਹੈ ਨਿਸਰਗੁਣਾ। ਨਿਸਰਗੁਣਾ ਦਾ ਮਤਲਬ ਕੋਈ ਹਿੰਦੂ ਜੋ ਸਨਾਤਨ ਧਰਮ 'ਚ ਪੈਦਾ ਹੋਇਆ, ਉਹ ਕਰਜ਼ਾ ਲੈ ਕੇ ਨਹੀਂ ਜਾਂਦਾ, ਰਿਣ ਤਾਰਦਾ। ਅਸੀਂ ਆਪਣੇ ਪਿੱਤਰਾਂ ਦਾ ਰਿਣ ਤਾਰਦੇ ਹਾਂ। ਮਿੱਤਰੋ, ਸਭ ਤੋਂ ਵੱਡਾ ਰਿਣ ਹੈ ਆਕਸੀਜਨ ਦਾ, ਜੋ ਹਰ ਬੰਦਾ ਰੋਜ਼ 200 ਰੁਪਏ ਦੀ ਲੈਂਦਾ, ਤੇ ਭਗਵਾਨ ਫ੍ਰੀ ਦੇ ਰਿਹਾ ਤੁਹਾਨੂੰ, ਅਸੀਂ ਥੈਂਕ ਯੂ ਵੀ ਨਹੀਂ ਕਰਦੇ। ਉਹਦੇ ਵਾਸਤੇ ਅਸੀਂ ਉਹ ਰੁੱਖ ਲਾਈਏ ਜਿਹੜੇ ਆਕਸੀਜਨ ਦਿੰਦੇ ਨੇ, ਤੇ ਸਾਡੇ ਤ੍ਰਿਵੇਣੀ ਸ਼ਾਸਤਰਾਂ ਦੇ ਅਨੁਸਾਰ ਲੱਗਣੀ ਚਾਹੀਦੀ ਹੈ। ਅਸੀਂ ਤ੍ਰਿਵੇਣੀਆਂ ਲਾਉਣੀਆਂ ਭੁੱਲ ਗਏ, ਵਨ ਮਹਾਉਤਸਵ ਮਨਾਉਂਦੇ ਆ ਤੇ ਉਹਦੇ 'ਚ ਅਸੀਂ ਲਾ ਰਹੇ ਹਾਂ ਸਫੈਦੇ, ਜਿਹੜੇ ਸਾਡੇ ਧਰਤੀ ਦਾ ਪਾਣੀ ਵੀ ਖਰਾਬ ਕਰ ਰਹੇ ਨੇ, ਪ੍ਰਦੂਸ਼ਣ ਵੀ ਫੈਲਾ ਰਹੇ, ਤੇ ਅਸੀਂ ਉਸ ਪਾਸੇ ਨੂੰ ਚੱਲੀਏ। ਰਾਜ ਦਾ ਵਿਆਹ ਹੈਗਾ, ਉਹ ਵੀ ਗਿਆ ਹੋਇਆ, ਤੇ ਸਾਡਾ ਡਰਾਈਵਰ ਦੀ ਕੁੜੀ ਦਾ ਵਿਆਹ, ਉਹ ਵੀ ਗਿਆ ਹੋਇਆ। ਮੈਂ ਤਿਆਰ ਹੋਈ ਬੈਠਾ। ਬਿਲਕੁਲ ਠੀਕ ਹੈ। ਹਾਂਜੀ ਰਾਜਵੀਰ ਜੀ। ਹਾਂਜੀ, ਤੇ ਬਾਕੀ ਮੈਂ ਕਹਿਣਾ ਛੋਟੇ ਛੋਟੇ ਸਿਲੇਬਸ ਆਪਾਂ ਬੈਠ ਕੇ ਡਿਸਕਸ। ਮੈਂ ਤੁਹਾਨੂੰ ਸਾਰੀਆਂ ਸਿਲੇਬਸ, ਮੈਂ ਹਾਲੈਂਡ ਦੇ ਨਾਲ ਅਟੈਚ ਹਾਂ, ਜਰਮਨ, ਅਸੀਂ ਮਿਲ ਕੇ ਸਿਲੇਬਸ ਬਣਾਏ ਨੇ, ਔਰ ਅਸੀਂ ਅਪਾਹਜਾਂ ਵਾਸਤੇ ਵੀ ਸਿਲੇਬਸ ਬਣਾਏ ਨੇ। ਤੇ ਆਪਾਂ ਅਪਾਹਜਾਂ ਨੂੰ ਗਰੀਬ ਬਣਾਤਾ, ਵਿਚਾਰੇ ਬਣਾਤਾ। ਮੈਂ ਕਹਿੰਦਾ ਨਾ, ਸਾਡਾ ਪੰਜਾਬ ਕਦੇ ਅਪਾਹਜ ਨੂੰ ਵਿਚਾਰੇ ਨਹੀਂ ਕਹਿੰਦਾ। ਇੱਥੇ ਸ਼ਕੂਨੀ ਦਾ ਵੀ ਮੁੱਲ ਹੈ, ਲੰਗੜਾ ਹੈ ਭਾਵੇਂ ਉਹ, ਇੱਥੇ ਕਾਣੇ ਦਾ ਵੀ ਮੁੱਲ ਹੈ, ਕਿਉਂਕਿ ਉਹ ਕਹਿੰਦੇ ਇੱਕ ਰਗ ਵੱਧ ਹੁੰਦੀ ਹੈ। ਤੇ ਡਾਕਟਰ ਗਾਂਧੀ ਜੀ, ਆਪਾਂ ਉਹਨਾਂ ਨੂੰ ਪਛਾਣੀਏ ਨਾ, ਤੇ ਆਪਾਂ ਇੱਥੇ ਉਹਨਾਂ ਵਾਸਤੇ ਅੱਡ ਆਸ਼ਰਮ ਬਣਾਤੇ ਨੇ, ਔਰ ਵਿਚਾਰੇ ਬਣਾ ਕੇ ਭੀਖ ਮੰਗਣ ਵਾਲੇ ਪਾਸੇ ਤੋਰ ਰਹੇ ਆ। ਸਾਨੂੰ ਆਪਣੀ ਐਜੂਕੇਸ਼ਨ ਦੇ ਵਿੱਚ ਉਹ ਛੋਟੇ ਛੋਟੇ ਚੀਜ਼ ਫਾਰਮਲ ਐਜੂਕੇਸ਼ਨ 'ਚ ਲਿਆਉਣੀਆਂ ਪੈਣਗੀਆਂ। ਸਟੇਟ ਆਪੇ ਅਡਾਪਟ ਕਰ ਲੂਗੀ, ਕਿਉਂਕਿ ਸਟੇਟ ਨੇ ਉਹ ਕੰਮ ਕਰਨਾ ਹੈ ਜੋ ਲੋਕਾਂ ਨੇ ਕਰਨਾ। ਆਪਾਂ ਸਟੇਟ ਬੰਨੀ ਨਾ ਦੇਖੀਏ, ਲੋਕਾਂ ਬੰਨੀ ਦੇਖੀਏ। ਜਿਹੜਾ ਸਾਡਾ CM, ਜੇ ਕਿਤੇ ਲੋਕਾਂ ਵਾਲੇ ਪਾਸੇ ਤੁਰ ਪਈਏ, ਅਸੀਂ ਪਿੰਡਾਂ ਨੂੰ ਅਡਾਪਟ ਕਰੀਏ। ਉਸ ਤਰ੍ਹਾਂ ਨਹੀਂ ਅਡਾਪਟ ਕਰਨੇ ਜਿਵੇਂ ਮੋਦੀ ਜੀ ਨੇ ਕਰਾਤੇ, ਪਿੰਡ ਨੂੰ ਅਡਾਪਟ ਕਰੀਏ। ਔਰ ਪਿੰਡ 'ਚ ਮੈਂ ਗਾਂਧੀ ਜੀ ਤੁਹਾਨੂੰ ਆਸ਼ਵਾਸਨ ਦਿੰਦਾ, ਉਹਦੇ 'ਚ ਕੁਛ ਨਹੀਂ, ਸਾਰੇ ਬੰਦੇ ਉਹਦੇ ਵਿੱਚ ਰਲਣਗੇ। ਮੈਂ ਪ੍ਰੈਕਟਿਕਲ, ਉਹ ਰਾਤ ਨੂੰ ਚੋਰੀਆਂ ਵੀ ਰਲਦੇ ਨੇ, ਪਰ ਤੁਸੀਂ ਕੋਈ ਚੰਗੀ, ਕਿਉਂਕਿ ਪੈਸਾ ਸਭ ਨੂੰ ਚੰਗਾ ਲੱਗਦਾ ਹੈ। ਔਰ ਤੁਹਾਨੂੰ ਇਹ ਗੱਲ ਯਾਦ ਰੱਖਣੀ ਪਊ, ਅਸ਼ਟਵਾਕਰ ਦੀ, ਕਰਮ ਅਰਥ ਸੇਵਾ ਮੋਕਸ਼। ਕਰਮ ਬਿਨਾਂ ਅਰਥ ਪੈਦਾ ਨਹੀਂ ਹੋਣਾ, ਅਰਥ ਨਾਲ ਸੇਵਾ ਕਰਨੀ ਹੈ, ਉਸ ਤੋਂ ਬਾਅਦ ਮੋਕਸ਼ ਮਿਲਣੀ ਹੈ। ਬਿਨਾਂ ਕਰਮ ਵਾਲਾ ਜਿਹੜਾ ਅਰਥ ਹੈ, ਜਿਹਨੂੰ ਅੱਜ ਦੀ ਅਸੀਂ ਡਿਵੈਲਪਮੈਂਟ ਕਹਿ ਰਹੇ ਹਾਂ ਕਿ ਕੰਮ ਕੋਈ ਨਹੀਂ ਕਰਨਾ, ਇੱਕ ਦੂਜੇ ਨੂੰ ਉਲਝਾਉਣਾ ਹੈ, ਉਸ ਚੋਂ ਆਪਾਂ ਇਹ ਪਿੰਡੂ ਲੋਕਾਂ ਨੂੰ ਬਹੁਤ ਈਜ਼ੀਲੀ ਕੱਢ ਸਕਦੇ ਹਾਂ। ਇਹ ਕੋਰੀਆਂ ਸਲੇਟਾਂ ਨੇ, ਆਪਾਂ ਲਿਖੇ ਹੋਏ ਤੇ ਲਿਖਣ ਦੀ ਕੋਸ਼ਿਸ਼ ਨਾ ਕਰੀਏ। ਆਪਾਂ ਇੱਥੇ ਟੀਚਰ ਉਹ ਪੈਦਾ ਕਰੀਏ ਜਿਹੜੇ ਖੁਦ ਪੈਦਾ ਕਰਕੇ ਦਿਖਾਉਣ। ਸੋ ਮੈਂ NGO ਚਲਾਉਣਾ, ਆਲ ਓਵਰ ਦਾ ਵਰਲਡ ਚਲਾਉਣਾ, ਪਰ ਮੈਂ ਕਦੇ ਗਵਰਨਮੈਂਟ ਤੋਂ ਏਡ ਨਹੀਂ ਲਈ ਅੱਜ ਤੱਕ ਇੱਕ ਨਵਾਂ ਪੈਸਾ, ਕਿਉਂਕਿ ਜੇਕਰ ਮੈਨੂੰ ਕੰਮ ਹੀ ਨਹੀਂ ਕੋਈ ਆਉਂਦਾ, ਆਈ ਹੈਵ ਨੋ ਰਾਈਟ ਟੂ ਆਸਕ ਦਾ ਪੂਅਰ ਪੀਪਲ ਕਿ ਤੁਸੀਂ ਆਹ ਨੌਟੰਕੀ ਕਰੋ, ਤੁਹਾਨੂੰ ਪੈਸੇ ਮਿਲਣਗੇ। ਸੋ ਆਪਾਂ ਉਹ ਕਰੀਏ ਜਿਹੜਾ ਟੋਟਲੀ ਕੰਸਟਰਕਟਿਵ। ਬਾਕੀ ਜਾਂਦਾ ਜਾਂਦਾ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਇੱਕ ਦੱਸਦਾ। ਮੈਂ 1.5 ਮਹੀਨਾ ਪਹਿਲਾਂ ਸਨੀ ਐਨਕਲੇਵ 'ਚ ਆਇਆ। ਉੱਥੇ ਇੱਕ ਚੁਰਾਹਾ ਹੈ, ਮੇਰੇ ਖਿਆਲ 'ਚ ਮੋਸਟ ਗੰਦਾ ਚੁਰਾਹਾ, ਮੋਸਟ ਗੰਦੀ ਲੈਂਡ ਸੀ। 1.5 ਮਹੀਨਾ ਮੈਨੂੰ ਆਏ ਨੂੰ ਹੋਇਆ। ਉੱਥੇ ਮੈਂ ਇੱਕ ਲਾਨ ਬਣਾਇਆ, ਉਹਦੇ ਨਾਲ 2 ਲਾਨ ਮੈਨੂੰ ਲੋਕਾਂ ਨੇ ਦੇਤੇ ਸਾਈਡਾਂ ਤੇ। ਬਹੁਤ ਅੱਛਾ।
ਇਕੱਠੇ ਹੋ ਗਏ, ਗਰੁੱਪ ਬਣਿਆ। ਗਰੁੱਪ ਬਣਨ ਤੋਂ ਬਾਅਦ ਅੱਜ ਕੱਲ ਉੱਥੇ ਸਟਰੀਟ ਲਾਈਟਾਂ ਲੱਗ ਗਈਆਂ ਜਿਹੜੀਆਂ ਪਿਛਲੇ 20 ਸਾਲ ਤੋਂ ਨਹੀਂ ਲੱਗੀਆਂ ਸੀ। ਬਹੁਤ ਅੱਛਾ। ਐਜੂਕੇਸ਼ਨ ਗਈ ਨਾ। ਸੋ ਜਿਹਨੇ ਆਉਣਾ ਆ ਕੇ ਦੇਖੋ, ਸਾਡੇ ਫਾਰਮਾਂ ਤੇ ਆਓ ਇੱਕ ਵਾਰੀ, ਤੁਸੀਂ ਸਮਝੋ ਇਹ ਜਿਹੜੀ ਸਾਡੀ ਧਰਤੀ ਮਾਤਾ ਹੈ ਨਾ, ਜੋ ਮੈਂ ਪਹਿਲਾਂ ਕਿਹਾ 3000 ਸਕੁਅਰ ਮੀਟਰ ਜਗ੍ਹਾ ਇੱਕ ਦੇ ਹਿੱਸੇ ਆਉਂਦੀ ਹੈ, ਇੱਕ ਅਸੀਂ ਬੱਚੇ ਦੇ ਉਹਨੂੰ ਸੰਭਾਲ ਲਈਏ ਤੇ ਸੰਭਾਲ ਕੇ ਦਿਖਾਈਏ ਵੀ ਆਹ 10 ਬੱਚਿਆਂ ਨੇ 3000 ਜਗ੍ਹਾ ਸੰਭਾਲੀ ਹੋਈ ਹੈ। ਹਰ ਸਕੂਲ ਦੇ ਵਿੱਚ ਪ੍ਰੋਡਕਟਿਵਿਟੀ ਹੋਵੇ, ਚੰਗੇ ਫੁੱਲ ਹੋਣ, ਉੱਥੇ ਕੋਈ ਨਾ ਕੋਈ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੋਵੇ ਕਿ ਇਹ ਸਕੂਲ ਕਣਕ ਸੋਹਣੀ ਪੈਦਾ ਕਰਕੇ ਦਿਖਾ। ਯੂਨੀਵਰਸਿਟੀਆਂ ਸਰਚ ਵਾਸਤੇ ਹੁੰਦੀਆਂ, ਉਹਨੂੰ ਇੰਪਲੀਮੈਂਟ ਕਰਨ ਵਾਸਤੇ। ਜੇ ਅੱਜ ਇੱਕ ਜੱਜ ਬੈਠਾ ਹੈ ਨਾ ਤਾਂ ਉਹਦੇ ਵਾਸਤੇ 2000 ਵਕੀਲ ਹੈ, ਇੱਕ ਡਾਕਟਰ ਹੈ, ਉਹਦੇ ਨਾਲ ਪੂਰੀ ਟੀਮ ਹੈ। ਪਰ ਜਿਹੜਾ ਯੂਨੀਵਰਸਿਟੀ ਦਾ ਸਾਇੰਸ ਹੈ, ਉਹਦੇ ਪਿੱਛੇ ਜਿਹੜੇ ਜੱਟ ਨੇ ਉਹਨਾਂ ਦੇ ਨਾਲ ਉਹਦੀ ਫ੍ਰੀਕੁਐਂਸੀ ਨਹੀਂ ਮੈਚ ਕਰਦੀ। ਉਹਦੀ ਫ੍ਰੀਕੁਐਂਸੀ ਸਾਇੰਟਿਸਟਾਂ ਦੀ ਮੈਚ ਕਿਧਰ, ਕਾਰਪੋਰੇਟ ਨੂੰ, ਕਿ ਤੇਰਾ ਅਸੀਂ NPK ਕਿਵੇਂ ਬਕਾਵਾਂਗੇ, ਤੇ ਉਹ ਕਿਸਾਨ ਨੂੰ ਉਹ ਪੜ੍ਹਾਇਆ ਜਾਂਦਾ ਵਿਚਾਰੇ ਨੂੰ। ਤੇ ਆਪਾਂ ਪਿੰਡਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਸਾਡੇ ਬਹੁਤ ਨੇ। ਅਸੀਂ ਐਮਬਰਾਇਡਰੀ ਤੇ ਮੈਂ ਸ਼੍ਰੀਲੰਕਾ 'ਚ ਕੰਮ ਕਰਾਇਆ। ਇਹ ਵੀ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਿਹੜੀ ਮਿਸਿਸ ਸੀ ਪ੍ਰੈਜ਼ੀਡੈਂਟ ਦੀ, ਉਹਨੇ ਮੈਨੂੰ ਕਿਹਾ ਕਿ ਰਾਜਵੀਰ ਤੈਨੂੰ ਆਏ ਨੂੰ 15 ਕੁ ਦਿਨ ਹੋਏ ਨੇ ਉੱਪਰ ਕੋਟਾ ਕਲਾਂ 'ਚ, ਤੂੰ ਲਾਈਵ ਡੈਮੋਸਟ੍ਰੇਸ਼ਨ ਦਿਲਵਾ ਸਕਦਾ ਹੈ ਕੋਲੰਬੋ 'ਚ? ਮੈਂ ਜੀ ਦਿਵਾ ਦਿੰਦੇ। ਅਸੀਂ ਲਾਈਵ ਡੈਮੋਸਟ੍ਰੇਸ਼ਨ ਕਾਹਦੀ ਦਵਾਈ? ਕਰੋਸ਼ੀਏ ਦੀ। ਕਰੋਸ਼ੀਆ ਵਰਕ ਕੀਤਾ। ਉਹ ਦੇਖਣ ਆਈ ਤੇ ਮੈਨੂੰ ਕਹਿੰਦੀ ਵੀ ਇਹ 15 ਦਿਨ ਦਾ ਕੰਮ ਨਹੀਂ ਲੱਗਦਾ। ਮੈਂ ਮੈਡਮ ਮੈਨੂੰ ਤਾਂ ਅਮਲ ਨਹੀਂ ਆਉਂਦੀ, ਇਹਨਾਂ ਨੂੰ ਪੁੱਛ ਲੈ ਤੂੰ। ਉਹਨੇ ਉਹਨਾਂ ਨੂੰ ਪੁੱਛਿਆ ਵੀ ਕਾਹਦਾ, ਕਹਿੰਦੀ 15 ਦਿਨ। ਉਹਨੂੰ ਮੈਂ ਇਹਨਾਂ ਨੂੰ ਪੁੱਛ ਵੀ ਆ ਚੀਜ਼ ਕੀ ਹੈ ਜਿਹਦੇ ਨਾਲ ਕਰਦੇ ਹੋ ਕੰਮ? ਉਹ ਕਹਿੰਦੀ ਜੀ ਮਸ਼ੀਨ ਹੈ। ਉਹਨਾਂ ਨੂੰ ਕਰੋਸ਼ੀਆ ਨਾਂ ਨਹੀਂ ਆਉਂਦਾ ਸੀ। ਉਹ ਕਹਿੰਦੀ ਵੀ ਇਹ ਹੁੰਦਾ ਕਿਵੇਂ? ਮੈਂ ਮੈਡਮ ਇਹ ਜੈਨੇਟਿਕਲ ਫਰਕ ਹੁੰਦਾ, ਇਹਨਾਂ ਦੇ ਪੂਰਵਜ ਉਂਗਲਾਂ ਨਾਲ ਚਾਹ ਪੱਤੀ ਤੋੜਦੇ ਰਹੇ ਨੇ। ਇਹ ਕੰਮ ਉਂਗਲਾਂ ਵਾਲਾ ਜਦੋਂ ਅਸੀਂ ਇਹਨਾਂ ਨੂੰ ਸਿਖਾਵਾਂਗੇ ਤੇ ਇਹ 15 ਦਿਨ 'ਚ ਸਿੱਖ ਜਾਣਗੇ। ਜੇ ਮੇਰੇ ਪੰਜਾਬ ਦੀਆਂ ਕੁੜੀਆਂ ਨੂੰ ਸਿਖਾਉ 1 ਸਾਲ ਲੱਗੂਗਾ। ਉਹ ਕਹਿੰਦੀ ਫਿਰ ਸਾਰੇ NGO ਐਂ ਕਿਉਂ ਨਹੀਂ ਕਰਦੇ? ਮੈਂ ਮੈਡਮ ਮੇਰਾ ਸਵਾਲ ਹੈ, ਸਾਰੀਆਂ ਗਵਰਨਮੈਂਟਾਂ ਐਂ ਕਿਉਂ ਨਹੀਂ ਕਰਦੀਆਂ? ਸੋ ਆਪਾਂ ਆਪਣੇ ਜੀਨ ਨੂੰ ਪਛਾਣੀਏ, ਆਪਣੇ ਲੋਕਾਂ ਦੀ ਡਿਮਾਂਡ ਨੂੰ ਪਛਾਣੀਏ, ਆਪਣੇ ਕਲਾਈਮੇਟ ਨੂੰ ਪਛਾਣੀਏ, ਉਸ ਅਨੁਸਾਰ ਐਜੂਕੇਸ਼ਨ ਨੂੰ ਡਾਈਵਰਟ ਕਰੀਏ। ਸਰਕਾਰ ਤੇ ਪ੍ਰੈਸ਼ਰ ਪਾਉਣ ਦਾ ਕੋਈ, ਹਾਂ ਕੋਈ CM ਚੰਗਾ ਮਿਲ ਜੇ ਉਹ ਇਹ ਕੰਮ ਕਰ ਸਕਦਾ, ਜਿਹੜਾ ਇਸ ਚੀਜ਼ ਨੂੰ ਮੁੱਖ ਰੱਖੇ। ਤੇ ਆਸਤਾ ਆਸਤਾ ਅਸੀਂ ਆਪਦੀ ਐਜੂਕੇਸ਼ਨ ਨੂੰ ਦੇ ਵਿੱਚ ਉਹ ਚੀਜ਼ਾਂ ਐਡ ਕਰ ਦਈਏ ਤੇ ਸਾਡੇ ਮਾਸਟਰ ਨੂੰ ਇੱਜ਼ਤ ਚਾਹੀਦੀ ਹੈ, ਪੈਸਾ ਨਹੀਂ। ਦੋਨੇ ਗੱਲ ਇਕੱਠੀਆਂ ਨਾ ਕਰੋ, ਪੈਸੇ ਨਾਲ ਇੱਜ਼ਤ ਨੂੰ ਨਾ ਜੋੜੋ। ਬਿਲਕੁਲ ਠੀਕ। ਠੀਕ ਹੈ ਜੀ। ਮੈਂ ਇਹ ਜੋੜਦਾ ਕਿ ਉਹਦੀ ਇੱਜ਼ਤ ਇੰਨੀ ਹੋਣੀ ਚਾਹੀਦੀ ਹੈ ਟੀਚਰ ਦੀ। ਉਹ ਇੱਜ਼ਤ ਤਾਂ ਹੋਊ ਜੇ ਉਹ ਪ੍ਰੋਡਕਟਿਵਿਟੀ ਸਿੱਖਿਆ ਹੋਊਗਾ, ਕਿਸੇ ਬੰਦੇ ਨੂੰ ਕਿੱਤੇ ਲਾਊਗਾ। ਜੇ 4 ਜਮਾਤਾਂ ਪੜ੍ਹ ਲਈਏ, ਪੜ੍ਹੇ ਪਾਰਸੀ ਵੇਚੇ ਤੇਲ ਵਾਲੀ ਗੱਲ ਨਾ ਹੋਵੇ। ਕਿ ਸਾਡੀ ਐਜੂਕੇਸ਼ਨ ਅੱਜ ਅਸੀਂ ਇਹਨੂੰ ਯੂਜ਼ਲੈਸ ਤਾਂ ਨਹੀਂ ਕਹਾਂਗੇ, ਪਰ ਇਹ ਸੈਂਟਰਡ ਕਾਹਦੀ ਹੋਊਗੀ ਕਿ ਇੰਡਸਟਰੀ ਦੀ ਲੋੜ ਯੂਰਪ ਨੂੰ ਸੀ, ਕਿਉਂਕਿ ਉੱਥੇ 9 ਮਹੀਨੇ ਬਰਫ਼ ਪੈਂਦੀ ਹੈ। ਸਾਨੂੰ ਉਹ ਲੋੜ ਨਹੀਂ ਹੈ। ਸਾਨੂੰ ਪਹਿਲਾਂ ਫੂਡ ਪੈਦਾ ਕਰਨਾ ਪਊ, ਉਹਦੇ ਉੱਤੇ ਆਪੇ ਇੰਡਸਟਰੀ ਲੱਗ ਜੂ। ਸੋ ਇਨਵੀਟੇਸ਼ਨ ਦੇਣ ਦੀ ਲੋੜ ਨਹੀਂ। ਆਪਾਂ ਪੰਜਾਬ ਅੱਜ ਜਿਹੜੀ ਕਣਕ ਪੈਦਾ ਕਰ ਰਹੇ ਹਾਂ, ਇਹ ਤੇ ਕੋਈ ਇੰਡਸਟਰੀ ਨਹੀਂ ਲੱਗਦੀ। ਇਸ ਚੀਜ਼ ਨੂੰ ਸਾਨੂੰ ਮੰਨਣਾ ਪਊਗਾ, ਕਿਉਂਕਿ ਇਹ ਤੋਂ ਤਾਂ ਬ੍ਰੈਡ ਵੀ ਨਹੀਂ ਬਣਦੀ ਜੇ ਦੇਖੀਏ ਤਾਂ। ਇੰਨਾ ਪੋਇਜ਼ਨ ਹੈ ਇਸ ਚੀਜ਼ ਦੇ ਵਿੱਚ। ਪਹਿਲਾਂ ਅਸੀਂ ਉਹਨੂੰ ਬਾਹਰ ਕੱਢਾਂਗੇ, ਫਿਰ ਸਾਡੀ ਧਰਤੀ ਸੋਨਾ ਉਗਲੂਗੀ। ਇਹ ਪਹਿਲਾਂ ਵੀ ਅੰਗਰੇਜ਼ ਇੱਥੇ ਆਏ, ਇੱਥੇ ਮੁਗਲ ਵੀ ਆਏ, ਇੱਥੇ ਬਹੁਤ ਲੋਕ ਆਉਣਗੇ, ਉਹ ਇਨਵੈਸਟਰ ਹੀ ਹੋਣਗੇ। ਆਪਾਂ ਇਨਵੈਸਟ ਕਰਾਵਾਂਗੇ। ਪਰ ਸਾਡੀ ਐਜੂਕੇਸ਼ਨ ਬਹੁਤ ਸੋਹਣਾ ਇਹ ਤੁਸੀਂ ਉਪਰਾਲਾ ਕੀਤਾ ਕਿ ਐਜੂਕੇਸ਼ਨ ਬਦਲਣੀ ਹੈ। ਆਪਾਂ ਤੁਹਾਡੇ ਨਾਲ ਆ, ਜਿੱਥੇ ਕਹੋ ਸਿਲੇਬਸ ਬਣਾ ਕੇ ਦੇਵਾਂਗੇ, ਪ੍ਰੈਕਟੀਕਲ ਕਰਕੇ ਦਿਖਾ ਦਾਂਗੇ। ਆਪਾਂ ਸਟਾਰਟ ਕਰੀਏ ਇਹਨੂੰ। ਅਸੀਂ ਸਟਾਰਟ ਕੀਤਾ, ਸਾਡੇ ਕੋਲੇ 45 ਫਾਰਮ ਨੇ। ਆਓ ਸਾਡੇ ਫਾਰਮ ਤੇ ਆ ਕੇ ਦੇਖੋ। ਬਿਲਕੁਲ ਬਿਲਕੁਲ, ਬਹੁਤ ਅੱਛਾ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਜ਼ਰੂਰ ਤੁਹਾਡੇ ਆਪਾਂ ਮਿਲ ਕੇ ਹੁਣ ਸ਼ੁਰੂ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਸਵੇਰੇ ਲਿਖਿਆ ਸੀ ਅੱਜ। ਨਹੀਂ, ਇਹ ਕਨਫਰਮ ਹੈ ਜੀ, ਮਿਲ ਕੇ ਸ਼ੁਰੂ ਕਰਦੇ ਹਾਂ। ਤੇ ਮੈਂ ਬਾਕੀ ਮੈਂਬਰਾਂ ਦੇ ਲਈ ਵੀ ਦੱਸ ਦਿਆਂ ਵੀ ਰਾਜਵੀਰ ਸਰ ਹੋਰ ਬੋਲਣਾ ਕੁਝ ਕਿ ਮੈਂ ਬੋਲਾਂ ਜੀ? ਰਾਜਵੀਰ ਜੀ, ਹੈਲੋ। म्यूट है जियो। अच्छा,
ਤੇ ਮੈਂ ਬਾਕੀ ਮੈਂਬਰਾਂ ਲਈ ਇਹ ਜ਼ਿਕਰ ਕਰਦਾ ਦੱਸਦਿਆਂ ਵੀ ਮੈਂ ਕੱਲ ਅਸੀਂ ਫਿਜ਼ੀਕਲ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਤੇ ਲਾਇਬ੍ਰੇਰੀਆਂ ਦੇ ਛੋਟੇ ਛੋਟੇ ਕੰਮ, ਜਿਵੇਂ ਰਾਜਵੀਰ ਜੀ ਨੇ ਦੱਸਿਆ, ਪ੍ਰੈਕਟੀਕਲ ਐਜੂਕੇਸ਼ਨ ਦੇ ਛੋਟੇ ਛੋਟੇ ਕੰਮ, ਜਿਵੇਂ ਡਾਕਟਰ ਗਾਂਧੀ ਨੇ ਪੂਰਾ ਸਾਰਾ ਜਿਹੜਾ ਖੋਲ ਕੇ ਰੱਖਤਾ ਐਜੂਕੇਸ਼ਨ ਅਸਲ 'ਚ ਹੁੰਦੀ ਕੀ ਹੈ। ਤਾਂ ਮੈਂ ਇਹਦੇ ਨਾਲ ਇਹ ਵੀ ਇਨਫੋਰਮੇਸ਼ਨ ਦੇ ਜਾਂ ਵੀ ਸਾਡੇ ਨਾਲ ਪਿਛਲੇ ਹਫਤੇ 'ਚ ਹਾਈ ਕੋਰਟ ਦੇ ਸਿਟਿੰਗ ਜੱਜ ਤੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਵੀ ਇਸ ਕੰਮ 'ਚ ਜੁੜੇ ਨੇ ਜੀ। ਤੇ IPS ਕੁਝ ਸਿਟਿੰਗ ਜਿਹੜੇ ਹੁਣ ਸਰਵ ਕਰ ਰਹੇ ਨੇ, ਕੁਝ SSP ਲੱਗੇ ਹੋਏ ਨੇ, ਉਹਨਾਂ ਨੇ ਆਪ ਮੈਨੂੰ ਲਿਖਿਆ WhatsApp ਤੇ ਵੀ ਸਾਨੂੰ ਜ਼ਰੂਰ ਇਸ ਕੰਮ 'ਚ ਰੱਖਿਓ। IS ਕ੍ਰਿਸ਼ਨ ਕੁਮਾਰ ਜੀ ਨੇ ਵੀ ਲਿਖਿਆ ਤੇ ਡਾਕਟਰ ਸੰਦੀਪ ਗਰਗ ਹੋਰਾਂ ਨੇ ਜਿਹੜੇ IPS ਨੇ, ਉਹਨਾਂ ਨੇ ਲਿਖਿਆ ਵੀ ਅਸੀਂ ਇਸ ਕੰਮ 'ਚ ਸਾਰੇ ਖਿੱਤਿਆਂ 'ਚ, ਸਾਰੀਆਂ ਪਾਰਟੀਆਂ 'ਚ, ਸਾਰੇ ਫੀਲਡਾਂ 'ਚ ਸਭ ਤਰ੍ਹਾਂ ਦੇ ਲੋਕ ਹੈਗੇ, ਅੱਛੇ ਲੋਕ ਵੀ ਹੈਗੇ। ਇਸ ਕਰਕੇ ਇਹਨਾਂ ਲੋਕਾਂ ਨੇ ਸਾਨੂੰ ਲਿਖਿਆ ਵੀ ਅਸੀਂ ਤੁਹਾਡੇ ਨਾਲ ਆ। ਤੇ ਬਹੁਤ ਲੋਕ ਅਸੀਂ ਕੱਲ ਸ਼ਿੱਦਤ ਨਾਲ, 2 ਸੀਨੀਅਰ ਕੋਆਰਡੀਨੇਟਰ ਨੇ ਸਾਡੇ, ਐਡਵੋਕੇਟ ਭੁਪਿੰਦਰ ਸਿੰਘ ਜੀ ਤੇ ਕੇਸਰ ਸਿੰਘ ਜੀ। ਤੇ ਕੇਸਰ ਸਿੰਘ ਤਾਂ ਬਠਿੰਡਾ, ਮੁਕਤਸਰ ਤੇ ਮਾਨਸਾ 3 ਜ਼ਿਲ੍ਹਿਆਂ ਨੂੰ ਦੇਖ ਰਹੇ ਨੇ, ਤੇ ਭੁਪਿੰਦਰ ਜੀ ਦੇਖ ਰਹੇ ਨੇ ਸੰਗਰੂਰ, ਪਟਿਆਲਾ ਤੇ ਸਰਹੰਦ। 6 ਡਿਸਟ੍ਰਿਕਟਾਂ ਦੀ ਗੱਲਬਾਤ ਵੀ ਆਪਸ ਵਿੱਚ ਕੀਤੀ, ਪਰ ਅਸੀਂ ਫੀਲ ਕੀਤਾ ਵੀ ਬਹੁਤ ਅੱਛੇ ਲੋਕ ਚਿੰਤਨ ਮੰਥਨ ਕਰ ਰਹੇ ਨੇ ਪੰਜਾਬ 'ਚ। ਜਿਵੇਂ ਰਾਜਵੀਰ ਜੀ ਨੇ ਕਿਹਾ ਵੀ ਇਹ ਮੋਸਟ ਅਵੇਕਨਿੰਗ ਦਾ ਸਮਾਂ ਹੈ, ਬਹੁਤ ਕੁਝ ਅੱਛਾ ਹੋਣ ਦੀ ਉਮੀਦ ਹੈ ਇਸ ਵਾਰ ਪੰਜਾਬ 'ਚ। ਸੋ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ, ਜਿਵੇਂ ਇਹਨਾਂ ਨੇ ਦੱਸਿਆ ਵੀ 12ਵੀਂ ਪਾਸ ਕਰਨ ਵੇਲੇ ਜਿਵੇਂ 19 ਏਜੰਡਿਆਂ 'ਚ ਆਪਾਂ ਲਿਖਿਆ ਹੋਇਆ ਵੀ ਸਕਿੱਲ ਦਾ ਉਹਦੇ ਕੋਲ ਇੱਕ ਸੈਲਫ ਇੰਪਲਾਏਬਲ ਦਾ ਇੱਕ ਉਹਦੇ ਕੋਲ ਸਰਟੀਫਿਕੇਟ ਹੋਵੇ, ਸੈਲਫ ਇੰਪਲਾਏਬਿਲਟੀ ਦਾ ਸਕਿੱਲ ਹੋਵੇ। ਦੂਸਰਾ ਉਹਦੇ ਕੋਲ 12ਵੀਂ ਦੀ ਡਿਗਰੀ ਹੋਵੇ। ਤੀਸਰਾ ਉਹਦੇ ਕੋਲ NCC ਜਾਂ ਸਪੋਰਟਸ ਦਾ ਇੱਕ ਟੌਪ ਦਾ ਸਰਟੀਫਿਕੇਟ ਹੋਵੇ। ਚੌਥਾ ਉਹਦੇ ਕੋਲ ਬੇਸਿਕ ਇੰਡੀਅਨ ਕਲਚਰਲ ਟੈਸਟ ਦਾ ਇੱਕ ਸਰਟੀਫਿਕੇਟ ਹੋਵੇ, ਇੱਕ ਨੌਲੇਜ ਹੋਵੇ ਇੱਕ ਖਾਸ ਪੱਧਰ ਦੀ। ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਆਪਣੇ ਐਜੂਕੇਸ਼ਨ ਸਿਸਟਮ ਨੂੰ। ਜੇ ਕੋਈ ਚੀਫ ਮਿਨਿਸਟਰ ਕੋਈ ਦਿਲੋਂ ਚਾਹੇ ਤਾਂ ਐਜੂਕੇਸ਼ਨਲ ਰੈਵੋਲੂਸ਼ਨ ਆ ਸਕਦੀ ਹੈ। ਆਪਾਂ ਆਪਣੇ ਲੈਵਲ ਤੇ, ਸਾਡੀਆਂ ਸੀਮਾਵਾਂ ਨੇ, ਅਸੀਂ ਆਪਣੇ ਲੈਵਲ ਤੇ ਇਹ ਤਿਲ ਫੁੱਲ ਪਾਉਣ ਦੀ ਕੋਸ਼ਿਸ਼ ਕਰਾਂਗੇ, ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਲਗਾਤਾਰ ਕੰਸਿਸਟੈਂਸੀ ਨਾਲ ਇਹਨੂੰ ਕਰਦੇ ਜਾਣਾ ਤੇ ਬਹੁਤ ਅੱਛੇ ਰਿਜ਼ਲਟ ਮੈਨੂੰ ਉਮੀਦ ਹੈ ਵੀ ਨਿਕਲਣਗੇ, ਕਿਉਂਕਿ ਬਹੁਤ ਲੋਕ ਅੱਛਾ ਚਿੰਤਨ ਮੰਥਨ ਕਰ ਰਹੇ ਨੇ ਤੇ 2022 ਚ ਇੱਕ ਨਵਾਂ ਨਰੋਈ ਲੀਡਰਸ਼ਿਪ ਪੰਜਾਬ ਨੂੰ ਦੇਣ ਦਾ ਯਤਨ ਵੀ ਕਰ ਰਹੇ ਨੇ। ਮੈਂ ਤਰਜਿੰਦਰ ਜੀ ਨੂੰ ਬੇਨਤੀ ਕਰੂੰਗਾ 2 ਸ਼ਬਦ ਕਹਿਣ। ਤਰਜਿੰਦਰ ਜੀ। ਨਿਸ਼ਾਨ ਜੀ ਹੈਗੇ? ਹਾਂਜੀ ਹੈਗੇ ਸਰ, ਹੈਗੇ। हेलो, हाँ जी, सुन पा रहे हो जी? हाँ जी, हाँ जी, हाँ जी, बिल्कुल। हाँ जी, सारे ग्रुप मैंबरां नूं सत श्री अकाल जी। सर मैं ਤਾਂ ਸਟੇਜ ਤੇ ਬੈਠਣ ਵਾਲਿਆਂ ਚੋਂ ਨਹੀਂ, ਮੈਂ ਤਾਂ ਕੁਰਸੀ ਦੇ ਉੱਤੇ ਆਖਰੀ ਲਾਈਨ 'ਚ ਬੈਠਣ ਵਾਲਾ ਆਦਮੀ ਆ। ਤੁਸੀਂ ਇੱਕ ਸਿੱਧੇ ਸਾਦੇ ਜੇ ਜੱਟ ਨੂੰ ਮੌਕਾ ਦਿੱਤਾ, ਬੜੀ ਮਿਹਰਬਾਨੀ। ਮੈਂ ਕੁਝ ਕਹਿਣਾ ਚਾਹਣਾ ਜੀ। ਬੇਨਤੀ ਇਹ ਹੈ ਕਿ ਕਿਸੇ ਆਦਮੀ ਨੂੰ ਉਸ ਤਰ੍ਹਾਂ ਹੀ ਟ੍ਰੇਨਡ ਕੀਤਾ ਜਾਂਦਾ ਜਿਸ ਤਰ੍ਹਾਂ ਦੀ ਉਸ ਤੋਂ ਆਊਟਪੁੱਟ ਲੈਣੀ ਹੋਵੇ। ਤਾਂ ਸਾਡੇ ਸਿਸਟਮ ਨੇ ਕਿਉਂਕਿ ਲਗਾਤਾਰ 40-50 ਸਾਲ ਤੋਂ ਕਾਰਪੋਰੇਟ ਪੱਖੀ ਸੋਚ ਅਪਣਾ ਰੱਖੀ ਹੈ, ਤਾਂ ਸਾਨੂੰ ਕਾਰਪੋਰੇਟਾਂ ਦੇ ਨੌਕਰ ਦੇ ਤੌਰ ਦੇ ਉੱਤੇ ਹੀ ਪੈਦਾ ਕੀਤਾ ਗਿਆ, ਨੌਕਰ ਦੇ ਤੌਰ ਦੇ ਉੱਤੇ ਹੀ ਟ੍ਰੇਨਡ ਕੀਤਾ ਗਿਆ, ਨੌਕਰ ਦੇ ਤੌਰ ਤੇ ਹੀ ਸਾਨੂੰ ਸਿਲੇਬਸ ਪੜ੍ਹਾਏ ਗਏ ਤੇ ਅਸੀਂ ਬੜੀ ਮਿਹਨਤ ਨਾਲ ਵੱਧ ਤੋਂ ਵੱਧ ਨੰਬਰ ਲੈਣ ਦਾ ਯਤਨ ਕਰਕੇ ਪੜ੍ਹਦੇ ਜਾ ਰਹੇ ਹਾਂ। ਇਹਨਾਂ ਡਿਗਰੀਆਂ ਦੇ ਨਾਲ ਅਸੀਂ ਚੰਗੇ ਨੌਕਰ ਤਾਂ ਬਣੀ ਜਾ ਰਹੇ ਹਾਂ ਤੇ ਚੰਗੇ ਗੁਲਾਮ ਵੀ ਬਣੀ ਜਾ ਰਹੇ ਹਾਂ, ਪਰ ਚੰਗੇ ਮਾਲਕ ਬਣਨ ਦਾ ਸਬਾਬਾ ਜਿਹੜਾ ਉਹ ਸਾਡੇ ਕੋਲ ਨਹੀਂ ਹੈ। ਮਾਫ ਕਰਨਾ, ਈਵਨ ਜੇ ਕੋਈ ਐਡਮਿਨਿਸਟ੍ਰੇਟਿਵ ਸਰਵਿਸਿਜ਼ ਵੀ ਪੜ੍ਹਾਇਆ ਜਾਂਦਾ ਤੇ ਉਹ ਵੀ ਇੱਕ ਨੌਕਰੀ ਦੀ ਹੀ, ਡਿਸਿਪਲਿਨਡ ਰਹਿਣ ਦੀ ਹੀ ਗੱਲ ਕੀਤੀ ਜਾਂਦੀ ਹੈ। ਤੇ ਜਿੰਨਾ ਚਿਰ ਅਸੀਂ ਕੁਝ ਬਾਗੀ ਪੱਖ, ਬਗਾਵਤ ਵਾਲਾ ਪੱਖ, ਕੋਈ ਚੰਗੀ ਸੋਚ, ਕੋਈ ਨਵੇਂ ਸਵਾਲ ਨਹੀਂ ਖੜੇ ਕਰਾਂਗੇ, ਨਵੇਂ ਸੁਪਨੇ ਨਹੀਂ ਸਿਰਜਾਂਗੇ, ਤਾਂ ਸਾਨੂੰ ਸ਼ਾਇਦ ਨਵੇਂ ਸਾਹਿਤ ਦੀ ਵੀ ਲੋੜ ਨਹੀਂ ਪੈਗੀ। ਨਵਾਂ ਸਾਹਿਤ, ਲਾਇਬ੍ਰੇਰੀਜ਼ ਤਾਂ ਹੀ ਲੋੜ ਪੈਣੀ ਹੈ ਜਦੋਂ ਅਸੀਂ ਕੁਝ ਇਨਕਲਾਬੀ ਵਿਚਾਰ ਲੈ ਕੇ ਅੱਗੇ ਵਧਾਂਗੇ। ਤਾਂ ਫਿਰ ਸਾਨੂੰ ਉਹਦੇ ਤੇ ਹੋਰ ਖੋਜ ਕਰਨੀ ਪਊ ਕਿ ਪਹਿਲਾਂ ਦੁਨੀਆ ਦੇ ਵਿੱਚ ਕੀ ਵਾਪਰਿਆ, ਸਾਡੇ ਆਂਢ ਗੁਆਂਢ ਕੀ ਵਾਪਰਿਆ, ਸਾਡੇ ਖੁਦ ਦੇ ਘਰ 'ਚ ਹਜ਼ਾਰਾਂ ਸਾਲ ਪਹਿਲਾਂ ਤੋਂ ਕੀ ਵਾਪਰਦਾ ਰਿਹਾ, ਕਿਸ ਤਰ੍ਹਾਂ ਅਸੀਂ ਮੁਸ਼ਕਲਾਂ ਦਾ ਹੱਲ ਲੱਭਿਆ, ਕਿਸ ਤਰ੍ਹਾਂ ਸਾਡੇ ਸਾਹਿਤ ਨੇ, ਸਾਡੇ ਮੰਥਨ ਨੇ
ਸਾਡੀ ਵਿਚਾਰ ਚਰਚਾ ਦੀਆਂ ਜੋ ਵਿਧੀਆਂ ਰਹੀਆਂ ਉਹਨਾਂ ਨੇ ਕਿਸ ਤਰ੍ਹਾਂ ਇਹ ਯੋਗਦਾਨ ਪਾਇਆ, ਅਸੀਂ ਸਮੱਸਿਆਵਾਂ ਦੇ ਰੂਬਰੂ ਹੋ ਸਕੇ ਤੇ ਜੇਤੂ ਹੋ ਕੇ ਨਿਕਲੇ। ਇੱਕ ਬਹੁਤ ਵੱਡਾ ਚੈਲੰਜ ਹੈ। ਮੈਂ 1 ਬਾਈ 1 ਜੇ ਗੱਲ ਕਰਨੀ ਚਾਹਾਂ, ਸਰਦਾਰ ਰਾਜਵੀਰ ਸਿੰਘ ਹੋਰਾਂ ਨੇ ਗੱਲ ਕੀਤੀ, ਖੇਤੀ ਦੇ ਵਿੱਚ ਬਹੁਤ ਵਧੀਆ ਇੱਕ ਟ੍ਰੇਨਿੰਗਾਂ ਦਾ ਦੌਰ ਪੰਜਾਬ ਦੇ ਵਿੱਚ ਚਲਾ ਰਹੇ ਨੇ, ਮੈਂ ਇਹਨਾਂ ਦਾ ਬਹੁਤ ਵੱਡਾ ਫੈਨ ਹੈ। ਤਾਂ ਉਦਾਹਰਨ ਦੇ ਤੌਰ ਤੇ ਮੈਂ ਗੱਲ ਜੋੜਨੀ ਚਾਹਾਂਗਾ, ਜੇ ਸਰਦਾਰ ਰਾਜਵੀਰ ਸਿੰਘ ਜੀ ਸੁਣ ਰਹੇ ਨੇ ਤਾਂ ਸ਼ਾਇਦ ਉਹਨਾਂ ਨੇ ਪੰਜਾਬ ਦੇ ਵਿੱਚ ਕੁਝ ਫਾਰਮਾਂ ਨੂੰ ਮਾਡਲ ਫਾਰਮ ਦੇ ਤੌਰ ਦੇ ਉੱਤੇ ਮਾਨਤਾ ਦੇਣੀ ਸ਼ੁਰੂ ਕੀਤੀ, ਉੱਥੇ ਟ੍ਰੇਨਿੰਗਾਂ ਲਾ ਰਹੇ ਨੇ। ਤਾਂ ਕੁਦਰਤੀ ਤੌਰ ਦੇ ਉੱਤੇ ਮੈਂ ਵੀ ਕਿਸਾਨੀ ਨਾਲ ਜੁੜਿਆ ਹੋਇਆ, ਤਾਂ ਜਦੋਂ ਅਸੀਂ ਅੱਜ ਇੱਕ ਰਸਾਇਣਕ ਖੇਤੀ ਤੋਂ ਦੁਬਾਰਾ ਸਾਡੇ ਰਵਾਇਤੀ ਢੰਗ ਵੱਲ, ਕੁਦਰਤੀ ਖੇਤੀ ਵੱਲ ਬਦਲਣਾ ਚਾਹੁੰਦੇ ਹਾਂ, ਤਾਂ ਸਾਨੂੰ ਇੱਕ ਲੋੜ ਜਾਪਦੀ ਹੈ ਕਿ ਅਸੀਂ ਕੀਟ ਪਤੰਗਾਂ ਦਾ ਪ੍ਰਾਵਧਾਨ ਕਿਵੇਂ ਕਰਨਾ ਹੈ, ਅਸੀਂ ਨਦੀਨਾਂ ਦਾ ਪ੍ਰਾਵਧਾਨ ਕਿਵੇਂ ਕਰਨਾ ਹੈ। ਤਾਂ ਨੈਚੁਰਲੀ ਮੈਨੂੰ ਉਹਨਾਂ ਕਿਤਾਬਾਂ ਦੀ ਲੋੜ ਪਏਗੀ। ਸੋ ਉਹ ਕਿਤਾਬਾਂ ਕਿੱਥੇ ਨੇ, ਕਿਸ ਤਰ੍ਹਾਂ ਦੀਆਂ ਨੇ? ਜਿਹੜੇ ਪੜ੍ਹੇ ਲਿਖੇ ਲੋਕ ਨੇ, ਸਰ ਰਾਜਵੀਰ ਸਿੰਘ ਵਰਗੇ ਤੁਸੀਂ ਸਾਰੇ ਦਾਨਸ਼ਵੰਦ ਲੋਕ ਜੁੜੇ ਹੋ, ਤੁਸੀਂ ਦੇ ਸਕਦੇ ਹੋ। ਤਾਂ ਇਹ ਆਪਾਂ ਇਸ ਤਰ੍ਹਾਂ ਦੀ ਸਿਲੈਕਸ਼ਨ ਕਰਕੇ ਲਿਟਰੇਚਰ ਦੀ, ਨੀਡ ਬੇਸਡ ਲਿਟਰੇਚਰ ਦਾ ਜਿਹੜਾ ਹੈਗਾ ਸਾਨੂੰ ਕਨਸੈਪਟ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਕਿਸਾਨ ਜੁੜੇ ਨੇ ਉਹਨਾਂ ਨੂੰ ਲਿਟਰੇਚਰ ਕਿਸ ਤਰ੍ਹਾਂ ਦਾ ਚਾਹੀਦਾ ਹੈ। ਔਰ ਮੈਂ ਤਾਂ ਇਹ ਸਮਝਦਾ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਜ਼ਰੂਰ ਕਿਤਾਬਾਂ ਦੇਣੀਆਂ ਚਾਹੀਦੀਆਂ। ਮੈਂ ਜੋ ਦੇਖਿਆ ਆ ਹੁਣੇ ਤਾਜੀ ਘਟਨਾ ਪੰਜਾਬ ਦੀ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਹੋਈ ਹੈ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਮਵਰਤੀ ਸੂਚੀ ਹੈ, ਜਿਹੜੀ ਸਟੇਟ ਐਂਡ ਗਵਰਨਮੈਂਟ ਆਫ ਇੰਡੀਆ ਸਾਂਝੇ ਤੌਰ ਦੇ ਉੱਤੇ ਵਰਤਦੀ ਹੈ, ਉਹਦੇ ਵਿੱਚੋਂ ਐਕਟਾਂ ਨੂੰ ਕਿਵੇਂ ਪਾਸ ਕੀਤਾ ਜਾਣਾ ਹੈ, ਮੈਨੂੰ ਐਂ ਲੱਗਦਾ ਹੈ ਕਿ ਬਹੁਤ ਸਾਰੇ ਐਮਐਲਏਆਂ ਨੂੰ ਇਹ ਵਿਧੀ ਨਹੀਂ ਸੀ ਪਤਾ, ਔਰ ਬੜਾ ਜਜ਼ਬਾਤੀ ਜੀ ਰੰਗਤ ਦੇ ਕੇ, ਅਸਤੀਫਿਆਂ ਦਾ ਦਿਖਾਵਾ ਕਰਕੇ, ਇਹ ਇੱਕ ਮਤਲਬ ਜਜ਼ਬਾਤੀ ਮਾਹੌਲ ਬਣਾ ਕੇ ਸਾਰਾ ਕੁਝ ਹਾਈਜੈਕ ਕਰ ਲਿਆ ਗਿਆ। ਉਹਦੀ ਚਰਚਾ ਨਹੀਂ ਹੋਈ, ਆਮ ਲੋਕਾਂ ਨੂੰ ਨਹੀਂ ਪਤਾ ਲੱਗਿਆ ਕਿ ਇਹ ਰੌਲਾ ਕੀ ਸੀ ਤੇ ਨਜਿੱਠਿਆ ਕਿਵੇਂ ਜਾ ਰਿਹਾ। ਸੋ ਜਦੋਂ ਸਾਡਾ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਨ੍ਹਾਂ ਨੂੰ ਚੁਣ ਕੇ ਭੇਜਿਆ, 5 ਸਾਲ ਸਾਡੇ ਭਵਿੱਖ ਦੇ ਫੈਸਲੇ ਕਰਨਗੇ, ਬੜੀਆਂ ਵੱਡੀਆਂ ਉਮੀਦਾਂ ਲੈ ਕੇ ਚੱਲੇ ਸੀ, ਜਦ ਮੈਨੂੰ ਲੱਗਦਾ ਕਿ ਉਹ ਹੀ ਗਿਆਨ ਵੀ ਹੋਣਾ ਜਿਹੜੀ ਹੈਗੀ ਡੈਮੋਨਸਟ੍ਰੇਸ਼ਨ ਕਰ ਰਹੇ ਨੇ, ਤਾਂ ਬੜੀ ਨਿਰਾਸ਼ਾ ਹੁੰਦੀ ਹੈ। ਔਰ ਮੈਨੂੰ ਇਸ ਗੱਲ ਤੋਂ ਵੀ ਮੈਂ ਨਿਰਾਸ਼ ਹਾਂ ਕਿ ਅਸੀਂ ਪਿਛਲੇ 40-50 ਸਾਲਾਂ ਤੋਂ ਬੜਾ ਯਤਨ ਕੀਤਾ, ਚੰਗੇ ਲੋਕ ਚੁਣ ਕੇ ਅੱਗੇ ਲੈ ਕੇ ਆਏ, ਉਹਨਾਂ ਚੋਂ ਬਹੁਤ ਸਾਰੇ ਅੱਜ ਸਾਡੇ ਗਰੁੱਪ 'ਚ ਵੀ ਨੇ, ਪ੍ਰਸ਼ਾਸਨਿਕ ਅਹੁਦਿਆਂ ਤੇ ਵੀ ਰਹੇ ਨੇ, ਰਾਜਨੇਤਾ ਵੀ ਨੇ। ਤਾਂ ਕਿਤੇ ਨਾ ਕਿਤੇ ਜਦੋਂ ਅੰਦਰ ਝਾਤੀ ਮਾਰਾਂਗੇ ਕਿ ਸਾਹਿਤ ਦੇ ਵਿੱਚ, ਕਿਤਾਬਾਂ ਦੇ ਵਿੱਚ, ਲਾਇਬ੍ਰੇਰੀਆਂ ਦੇ ਵਿੱਚ ਇਹ ਜਿਹੜਾ ਕੰਮ ਅਸੀਂ ਕਰ ਸਕਦੇ ਸੀ ਨਹੀਂ ਕੀਤਾ, ਤਾਂ ਮੈਨੂੰ ਲੱਗਦਾ ਕਿ ਇੱਕ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ ਕਿ ਪਹਿਲਾਂ ਤਾਂ ਅਸੀਂ ਇੱਕ ਸੈਲਫ ਕ੍ਰਿਟਿਸਿਜ਼ਮ ਵਾਲੇ ਪਾਸੇ ਆਈਏ ਕਿ ਅਸੀਂ ਬਹੁਤ ਕੁਝ ਨਹੀਂ ਕਰ ਪਾਏ, ਤੇ ਉਹਦੇ ਤੋਂ ਸਾਨੂੰ ਨਵੀਂ ਊਰਜਾ ਲੈਣੀ ਚਾਹੀਦੀ ਹੈ। ਕਿ ਮੈਂ ਕਹਿਣਾ ਚਾਹੁੰਦਾ ਕਿ ਜੇ ਅੱਛੀਆਂ ਲਾਇਬ੍ਰੇਰੀਆਂ, ਅੱਛਾ ਸਾਹਿਤ, ਅੱਛਾ ਸਿਲੇਬਸ, ਅੱਛੀ ਵਿੱਦਿਆ ਨਹੀਂ ਦਿੱਤੀ ਗਈ, ਤਾਂ ਕੀ ਇਹਦੇ ਲਈ ਮੇਰੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਦਾ ਕਸੂਰ ਹੈ? ਅਸੀਂ ਕਸੂਰਵਾਰ ਹਾਂ। ਸਾਨੂੰ ਇਹ ਪਹਿਲੀ ਗੱਲ ਆਪਦੀ ਜ਼ਿੰਮੇਵਾਰੀ ਵੱਧ ਸ਼ਿੱਦਤ ਨਾਲ ਮਹਿਸੂਸ ਕਰਨੀ ਚਾਹੀਦੀ ਹੈ, ਤੇ ਤਾਂ ਹੀ ਅਸੀਂ ਅੱਗੇ ਹੋਰ એનર્ਜੀ ਲੈ ਕੇ ਇਹ ਆਪਦੀ ਗਲਤੀ ਨੂੰ ਨਿਸ਼ਾਨਦੇਹੀ ਕਰੀਏ, ਰੈਕਗਨਾਈਜ਼ ਕਰੀਏ, ਆਇਡੈਂਟੀਫਾਈ ਕਰੀਏ, ਔਰ ਉਸ ਆਇਡੈਂਟੀਫਿਕੇਸ਼ਨ ਦੇ ਵਿੱਚੋਂ ਅੱਗੇ ਬੈਟਰ ਸੋਲੂਸ਼ਨ ਲੈ ਕੇ ਆਈਏ। ਜੋ ਅਸੀਂ ਕਮੀਆਂ ਪਿਛਲੇ 40-50 ਸਾਲਾਂ ਦੇ ਵਿੱਚ ਸਾਡੇ ਹੱਥੀਂ ਹੀ ਰਹਿ ਗਈਆਂ ਜਾਂ ਅਸੀਂ ਛੱਡ ਗਏ, ਉਹਨਾਂ ਦੇ ਉੱਤੇ ਕੇਂਦਰਿਤ ਹੋਈਏ। ਸੈਲਫ ਕ੍ਰਿਟਿਸਿਜ਼ਮ ਦੇ ਵਿੱਚੋਂ ਅਸੀਂ ਬਹੁਤ ਅੱਗੇ ਨਿਕਲ ਸਕਾਂਗੇ। ਦੂਸਰੀ ਸੀ ਕਿ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਏਦਾਂ ਦੇ ਦੌਰ ਵਿੱਚ ਨਾ ਫਸ ਜਾਈਏ ਕਿ ਮੇਰੇ ਵਰਗੇ ਇਹ ਸਾਰੇ ਕਸੂਰਵਾਰ ਲੋਕ ਜਿਨ੍ਹਾਂ ਨੇ 50 ਸਾਲਾਂ ਦੇ ਵਿੱਚ ਅੱਜ ਇੱਥੇ ਲਿਆ ਕੇ ਇੱਕ ਸਮਾਜ ਨੂੰ ਖੜਾ ਕਰ ਦਿੱਤਾ ਹੈ, ਤੇ ਫਿਰ ਉਹੀ ਸਟੇਜਾਂ ਸੰਭਾਲ ਕੇ ਬੈਠੇ ਰਹਿਣ, ਤੇ ਆਪਾਂ ਇਹਨਾਂ ਦੀਆਂ ਸਟੇਜਾਂ ਨੂੰ ਸਾਹਮਣੇ ਨਾ ਉਲਝ ਕੇ ਰਹਿ ਜਾਈਏ, ਆਪਾਂ ਕੁਝ ਪ੍ਰੈਕਟੀਕਲ ਕਰਨ ਵਾਲੇ ਪਾਸੇ ਅੱਗੇ ਵਧੀਏ। ਮੈਨੂੰ ਇੱਕ ਖਤਰਾ ਲੱਗ ਰਿਹਾ ਹੈ ਇਸ ਗਰੁੱਪ ਨੂੰ। ਔਰ ਜੇ ਮੈਂ ਹੁਣ ਉਦਾਹਰਨ ਹੋਰ ਦੇਵਾਂ ਤਾਂ ਜਿਸ ਤਰ੍ਹਾਂ ਰਾਜਵੀਰ ਸਿੰਘ ਜੀ ਆਪਦੇ 150 ਫਾਰਮਾਂ ਦੇ ਉੱਤੇ ਖੇਤੀ ਆਧਾਰਿਤ ਜਿਹੜੀਆਂ ਵਿਧੀਆਂ ਨੇ ਉਹਨਾਂ ਦਾ ਲਿਟਰੇਚਰ ਜਮ੍ਹਾਂ ਕਰਨ, ਪੜ੍ਹਾਉਣ ਔਰ ਦਿਖਾਉਣ, ਗਰੁੱਪ ਦੀ ਇੱਕ ਵਿਜ਼ਿਟ ਕਰੀਏ ਉਹਨਾਂ ਥਾਵਾਂ ਦੇ ਉੱਤੇ। ਇਹਦੇ ਨਾਲ એનર્ਜੀ ਮਿਲੇਗੀ ਔਰ ਪਤਾ ਲੱਗੇਗਾ ਕਿ ਅਸੀਂ ਪ੍ਰੈਕਟੀਕਲੀ ਕੁਝ ਕਰਨ ਲੱਗੇ ਹਾਂ, ਔਰ ਜੋ ਅਸੀਂ ਕਿਤਾਬਾਂ ਪੜ੍ਹ ਰਹੇ ਹਾਂ ਉਹ ਕਿਤੇ ਪੜ੍ਹ ਕੇ ਗੱਡਾਂ ਲੱਦੀ ਫਿਰੀਏ ਤੇ ਅਣਵਰਤੇ ਗਿਆਨ ਲੈ ਕੇ ਨਾ ਤੁਰ ਜਾਈਏ। ਜੇ ਕਿਸੇ ਦੇ ਪੱਲੇ ਕੁਝ ਗਿਆਨ ਹੈ ਤਾਂ ਸਮਾਜ ਦੇ ਕੰਮ ਆਵੇ, ਉਹਦੀ ਕਿਤੇ ਨਾ ਕਿਤੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਵੀ ਹੋਵੇ, ਤੇ ਉਸੇ ਚੋਂ ਹੀ ਫਿਰ ਸਾਨੂੰ ਹੋਰ ਭੁੱਖ ਬਣੇਗੀ ਕਿ ਅਸੀਂ ਹੋਰ ਅੱਛਾ ਲਿਟਰੇਚਰ ਜਿਹੜਾ ਉਹਦੇ ਵਾਲੇ ਪਾਸੇ ਤੁਰ ਸਕਾਂਗੇ, ਮਾਂ ਬੋਲੀ ਦੀ ਸੇਵਾ ਕਰ ਸਕਾਂਗੇ, ਆਪਣੇ ਸੱਭਿਆਚਾਰ, ਆਪਦੇ ਸਮਾਜ ਦੀ ਸੇਵਾ ਕਰ ਸਕਾਂਗੇ। ਮੇਰੀਆਂ ਇੱਕ ਦੋ ਬੇਨਤੀਆਂ ਜਿਹੜੀਆਂ ਹੈਗੀਆਂ ਧਿਆਨ ਦਿੱਤਾ ਜਾਵੇ ਜੀ। ਸਾਰਿਆਂ ਦਾ ਧੰਨਵਾਦ। ਬਹੁਤ ਮਿਹਰਬਾਨੀ। ਚਾਹੇ ਸਾਰੀਆਂ ਕ੍ਰਾਂਤੀਆਂ ਬਹੁਤ ਵੱਡੇ ਵਾਅਦਿਆਂ ਨਾਲ ਆਈਆਂ, ਪਰ ਇਹ ਜਿਹੜਾ ਯਤਨ ਹੈ ਸਾਡਾ, ਇਹਦੇ 'ਚ ਵੀ ਮੈਂ ਵਾਅਦਾ ਕਰਦਾ, ਭਾਵੇਂ ਸਾਡੀਆਂ ਸੀਮਾਵਾਂ ਨੇ, ਭਾਵੇਂ ਸਾਡੀਆਂ ਹੱਦਾਂ ਨੇ ਕੁਛ,
ਪਰ ਇਹ ਯਤਨ ਕੰਸਿਸਟੈਂਟ ਰਹੇਗਾ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਇਹਨੂੰ ਛੱਡਾਂਗੇ ਨਹੀਂ, ਇਹ ਪਰਮਾਨੈਂਟ ਫੀਚਰ ਹੋਏਗਾ ਸਾਡੀ ਲਾਈਫ ਦਾ। ਤੇ ਅਸੀਂ ਬਹੁਤ ਜਲਦੀ, ਜਿਵੇਂ ਅਸੀਂ 19 ਪੁਆਇੰਟਾਂ 'ਚ ਲਿਖਿਆ ਏਜੰਡੇ 'ਚ ਵੀ, 3 ਸਾਲਾਂ 'ਚ ਪੰਜਾਬ ਨੂੰ ਇੱਕ ਬਦਲਾਵ ਦੇ ਲੀਹ ਤੇ ਪਾਉਣ ਦਾ ਸੋਲਿਡ ਯਤਨ ਕਰਾਂਗੇ ਤੇ ਵਾਅਦਾ ਕਰਦੇ ਹਾਂ ਵੀ ਪਾਵਾਂਗੇ। ਤੇ ਇਸ ਗੱਲ ਦਾ ਕੋਈ ਸ਼ੰਕਾ ਜਾਂ ਗੁੰਜਾਇਸ਼ ਨਾ ਰੱਖਿਓ, ਕੋਈ ਵੀ ਰੁਕਾਵਟਾਂ ਆਉਣ, ਕੋਈ ਵੀ ਸਾਨੂੰ ਉਲੱਥ ਕੇ ਮਾਰਨ ਦੀ ਕੋਸ਼ਿਸ਼ ਕਰੇ, ਪਰ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਕਿਸੇ ਬਾਰੇ ਕੋਈ ਨੈਗੇਟਿਵਿਟੀ ਨਹੀਂ ਹੈ। ਅਸੀਂ ਕੋਈ ਪੋਲਿਟਿਕਸ ਨਹੀਂ ਕਰਨੀ, ਅਸੀਂ ਪੂਰਾ 100% ਨੌਨ ਪੋਲੀਟੀਕਲ ਕੰਮ ਹੈ ਤੇ ਅਸੀਂ ਸੇਵਾ ਕਰਨੀ ਆ ਆਪਣੇ ਦੇਸ਼ ਦੀ, ਆਪਣੇ ਪੰਜਾਬ ਦੀ, ਬਿਨਾਂ ਕਿਸੇ ਨਿਸ਼ਕਾਮ ਸੇਵਾ ਕਰਨੀ ਹੈ। ਤੇ ਕਿਸੇ ਪੱਤਰਕਾਰ ਨੂੰ, ਮੈਂ ਪਹਿਲਾਂ ਹੀ ਤੁਹਾਨੂੰ ਕਈ ਵਾਰ ਕਿਹਾ ਹੋਇਆ, ਕਿਸੇ ਪੱਤਰਕਾਰ ਨੂੰ ਮੈਂ ਨਹੀਂ ਕਦੇ ਕਹਿਣਾ ਮੇਰੀ ਫੋਟੋ ਖਿੱਚ, ਕਿਸੇ ਪੱਤਰਕਾਰ ਨੂੰ ਮੈਂ ਨਹੀਂ ਕਦੇ ਕਹਿਣਾ ਪੋਜ਼ ਨਹੀਂ ਕਰਨਾ, ਮੈਂ ਨਹੀਂ ਕਹਿਣਾ ਸਾਡੀ ਖਬਰ ਲਾ। ਤੇ ਅਸੀਂ ਇਸ ਤਰੀਕੇ ਨਾਲ, ਜੋ ਸਾਡਾ ਕੰਮ ਬੋਲੇਗਾ, ਸਾਡੇ ਐਕਸ਼ਨ ਬੋਲਣਗੇ। ਅਸੀਂ ਗਰਾਊਂਡ ਤੇ ਕੰਮ ਕਰਨ ਦਾ ਪੂਰਾ, we will leave no stone unturned। ਜੇ ਅਸੀਂ ਮਰਨਾ ਹੀ ਹੈ ਤਾਂ ਖੱਸੀ ਕੀਤੇ ਹੋਏ ਸੂਰਾਂ ਦੀ ਤਰ੍ਹਾਂ ਨਹੀਂ ਮਰਨਾ। ਹੁਣ ਥੋੜੀ ਜਿਹੀ ਜ਼ਿੰਦਗੀ ਰਹਿ ਗਈ ਤੇ ਉਹ ਵਧੀਆ ਇਹਦੇ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕਰਾਂਗੇ। ਰਣਜੀਤ ਜੀ ਸਾਡੇ ਨਾਲ ਜੁੜੇ ਨੇ। ਰਣਜੀਤ, 1-2 ਸ਼ਬਦ ਕਹਿਣੇ ਆ? ਨਹੀਂ ਨਿਸ਼ਾਨ ਜੀ? ਸਰ ਰਣਜੀਤ ਜੀ ਨਹੀਂ ਗਏ। ਅੱਛਾ, ਬੁੱਕਸ ਤੇ ਲਾਇਬ੍ਰੇਰੀਜ਼ ਦਾ ਕੰਮ ਸਾਡੇ ਲਗਾਤਾਰ ਅੱਗੇ ਵਧ ਰਿਹਾ ਹੈ ਤੇ ਗਰੁੱਪਾਂ ਦੀ ਜਿਹੜੀ ਕੰਪਲੀਸ਼ਨ ਦਾ ਕੰਮ ਵੀ ਥੋੜਾ ਅਧੂਰਾ ਪਿਆ। ਸੀਨੀਅਰ ਕੋਆਰਡੀਨੇਟਰਸ ਨੂੰ ਮੇਰੀ ਬਹੁਤ ਸ਼ਿੱਦਤ ਨਾਲ ਬੇਨਤੀ ਹੈ ਵੀ ਉਹ ਇਹਨੂੰ ਪੂਰਾ ਕਰਨ, ਜਾਂ ਫਿਰ ਜਿਹੜੇ ਬੰਦੇ ਫੇਕ ਨੇ, ਜਿਹੜੇ ਨਹੀਂ ਕੰਮ ਕਰਨਾ ਚਾਹੁੰਦੇ, ਉਹਨਾਂ ਨੂੰ ਅਸੀਂ ਬੇਨਤੀ ਕਰੀਏ ਵੀ ਉਹ ਕੰਮ ਕਰਨ। ਜੇ ਨਹੀਂ ਕਰਨ 'ਚ ਇੰਟਰਸਟਿਡ ਤਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰੁਕਾਵਟ ਨਾ ਬਣੋ ਪਲੀਜ਼। ਸੋ ਮੈਂ ਆਖਰ ਤੇ ਬੇਨਤੀ ਕਰੂੰਗਾ, ਜੇ ਕੋਈ ਨਵੇਂ ਮੈਂਬਰ ਸਾਡੇ 'ਚ ਹੈਗੇ ਤਾਂ ਅਸੀਂ ਮੀਟਿੰਗ ਨੂੰ ਸੰਪੂਰਨ ਕਰੀਏ ਤੇ ਨਿਸ਼ਾਨ ਜੀ ਨੂੰ ਵੀ ਥੋੜਾ ਜਿਹਾ ਘੱਟ ਸਮਾਂ ਦਿੰਦੇ ਆ, ਅੱਜ ਵੱਧ ਸਮਾਂ ਦੇਣ ਦੀ ਕੋਸ਼ਿਸ਼ ਕਰੀਏ। ਤੇ ਭੁਪਿੰਦਰ ਸਿੰਘ ਜੀ ਹੈਗੇ? ਐਡਵੋਕੇਟ ਭੁਪਿੰਦਰ ਸਿੰਘ? ਨਹੀਂ ਸਰ। ਅੱਛਾ, ਚਲੋ ਆਗਿਆਪਾਲ ਜੀ ਪਲੀਜ਼ ਆਪਣੇ ਕਮੈਂਟਸ ਦੇ ਕੇ ਸੰਪੂਰਨ ਕਰਿਓ ਮੀਟਿੰਗ ਨੂੰ। ਸਭ ਦਾ ਧੰਨਵਾਦ ਕਰਦੇ ਹੋਏ। ਸਰ ਆਗਿਆਪਾਲ ਜੀ ਦੇ ਕਨੈਕਸ਼ਨ 'ਚ ਕੋਈ ਪ੍ਰੋਬਲਮ ਸੀਗੀ, ਹੁਣੇ ਮੈਨੂੰ ਕਹਿ ਰਹੇ ਸੀਗੇ ਉਹ। ਕਮਲਜੀਤ ਜੀ ਕੁਝ ਕਹਿਣਾ ਚਾਹੁੰਦੇ ਨੇ? ਕਮਲਜੀਤ ਜੀ ਪਲੀਜ਼। ਕਮਲਜੀਤ ਬੋਲੋ। ਹਾਂਜੀ, mute yourself। ਸਰ ਅਨਮਿਊਟ ਕਰ ਲਿਓ। ਹਾਂਜੀ ਹੈਲੋ, ਬੋਲੋ। ਹਾਂ ਸਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੀ ਅੱਜ ਦੀ ਗੱਲਬਾਤ ਹੈ ਬਹੁਤ ਵਧੀਆ ਰਹੀ ਤੇ ਲਾਇਬ੍ਰੇਰੀਆਂ ਦਾ ਇਸ਼ੂ ਹੈ ਤੇ ਅੱਗੇ ਕੰਮ ਕਰਨ ਦਾ, ਜਿਵੇਂ ਐਜੂਕੇਸ਼ਨ ਨੂੰ ਸਕਿੱਲ ਨਾਲ ਜੋੜਿਆ, ਜਿਸ ਤਰ੍ਹਾਂ ਦੀ ਹੁਣ ਐਜੂਕੇਸ਼ਨ ਆਪਣੀ ਫਾਰਮਲ ਐਜੂਕੇਸ਼ਨ ਚੱਲ ਰਹੀ ਹੈ, ਜੇਕਰ ਜਿਵੇਂ ਐਗਰੀਕਲਚਰ ਦੇ ਵਿੱਚ ਯੂਨੀਵਰਸਿਟੀਆਂ 'ਚ ਹੀ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਖੇਤਾਂ 'ਚ ਕੰਮ ਕਰਨਾ ਚਾਹੀਦਾ। ਤਰ੍ਹਾਂ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਕੇਵਲ ਕੱਲੀਆਂ ਵਰਕਸ਼ਾਪਾਂ ਹੁੰਦੀਆਂ ਨੇ ਤੇ ਸਟੂਡੈਂਟ ਕਲਾਸਾਂ 'ਚ ਹੀ ਰਹਿੰਦੇ ਨੇ। ਔਰ ਮੇਰੇ ਕੋਲੇ ਵੀ 2 IIT ਦੇ ਬੱਚੇ ਬੈਠੇ ਨੇ ਤੇ ਮੈਂ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਵੀ ਸਾਨੂੰ ਸਿਰਫ ਕਲਾਸਰੂਮ ਦੇ ਵਿੱਚ ਪੜ੍ਹਾਇਆ ਜਾਂਦਾ, ਕਿਸੇ ਵਰਕਸ਼ਾਪ ਦੇ ਵਿੱਚ ਕੋਈ ਕੰਮ ਨਹੀਂ ਕਰਾਇਆ। ਥੋੜਾ ਜਿਹਾ ਬੱਚਿਆਂ ਨੂੰ ਦਿਖਾਓ, ਸ਼ਕਲ ਦਿਖਾਓ ਇਹਨਾਂ। ਬਹੁਤ ਅੱਛਾ, ਗ੍ਰੇਟ। ਬੱਚੇ ਪਾਰਟਿਸਿਪੇਟ ਕਰਿਓ, ਸਾਰੀ ਗੱਲ ਸੁਣਿਓ। ਹਾਂਜੀ, ਕਾਰਨ ਕੀ ਹੈ ਨਾ, ਐਜੂਕੇਸ਼ਨ ਜਿਹੜੀ ਪਾਲਿਸੀ ਹੈ ਉਹਨੂੰ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ। ਇਹ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚੋਂ ਵੀ ਆਪਾਂ ਕੁਝ ਸਿੱਖੀਏ। ਬੱਚਿਆਂ ਨੂੰ ਆਪਣਾ ਆਪ ਨਹੀਂ ਪਤਾ ਹੁੰਦਾ ਵੀ ਮੈਂ ਕੀ ਖਾਣਾ ਹੈ, ਕੀ ਖਵਾਉਣਾ ਹੈ ਤੇ ਕਿਸ ਤਰ੍ਹਾਂ ਬਣਾਉਣਾ ਹੈ। ਕੋਈ ਵੀ ਇੰਡੀਪੈਂਡੈਂਟ ਨਹੀਂ ਹੈ, ਹਰੇਕ ਬੰਦਾ ਡਿਪੈਂਡੈਂਟ ਹੋਇਆ ਪਿਆ ਹੈ। ਕੋਈ ਆਪਣੀ ਮਾਂ ਤੇ ਹੈ, ਕੋਈ ਭੈਣ ਤੇ ਹੈ, ਜਾਂ ਕੋਈ ਵਾਈਫ ਤੇ ਹੈ। ਇੰਡੀਪੈਂਡੈਂਟ ਹੋਣ ਦੀ ਲੋੜ ਹੈ ਆਪਾਂ ਨੂੰ। ਤੇ ਆਪਾਂ ਸੋਚਦੇ ਹਾਂ ਵੀ ਮੈਂ ਇਕੱਲਾ ਰਹਿ ਗਿਆ, ਜਾਂ ਮੇਰੇ ਕੋਈ ਕਿਸੇ ਦੀ ਅਨਸੈਟਲਡ ਡੈਥ ਹੋ ਗਈ, ਉਹ ਦੂਜਾ ਸਾਰਾ ਪਰਿਵਾਰ ਸੋਗ 'ਚ ਹੋ ਜਾਂਦਾ ਹੈ। ਇਹ ਚੀਜ਼ਾਂ ਨੂੰ ਖਤਮ ਕਰਨਾ ਚਾਹੀਦਾ ਹੈ। ਮਤਲਬ ਕਿ ਜੇ ਕੋਈ ਮੌਤ ਹੋ ਗਈ ਤਾਂ ਬਹੁਤ ਵੱਡੀ ਗੱਲ ਨਹੀਂ ਹੈ ਕੋਈ, ਇਹ ਜ਼ਿੰਦਗੀ ਦੇ ਵਿੱਚ ਕੋਈ ਚਲਾ ਗਿਆ। ਪਰ ਆਪਣੇ ਮੋਸਟਲੀ ਲੋਕ ਡਿਪੈਂਡੈਂਟ ਨੇ। ਇੰਡੀਪੈਂਡੈਂਟ ਬਣਾਉਣ ਦੇ ਲਈ ਉਹਨਾਂ ਨੂੰ ਕੰਮ 'ਚ ਪਾਉਣਾ ਪਏਗਾ। 30 ਸਾਲ 35 ਸਾਲ ਤੱਕ ਲੋਕ ਪੜ੍ਹ ਰਹੇ ਨੇ, ਉਸ ਤੋਂ ਬਾਅਦ ਜੌਬ ਦੀ ਉਡੀਕ ਕਰ ਰਹੇ ਨੇ, ਕਦੋਂ ਸਰਵਾਈਵ ਕਰਨਗੇ? ਮਤਲਬ ਕਿ ਕਹਿਣ ਦਾ ਭਾਵ ਕੀ ਹੈ ਵੀ ਇਹਨਾਂ ਨੂੰ 10 ਜਾਂ 11 ਸਾਲ ਦੀ ਉਮਰ ਦੇ ਵਿੱਚ ਆਪਾਂ ਨੂੰ ਐਜੂਕੇਸ਼ਨ ਹੈ, ਅਸਲੀ ਐਜੂਕੇਸ਼ਨ ਹੈ ਵੀ ਬੰਦੇ ਨੂੰ ਆਪਣਾ ਸਾਰਾ ਕੁਝ ਕਰਨਾ ਆਉਂਦਾ ਹੋਵੇ, ਖਾਣਾ ਬਣਾਉਣਾ, ਪੜ੍ਹਨਾ ਲਿਖਣਾ,
ਇਹ ਅਸੀਂ ਨਾ ਉਰੇ ਸਰ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਹੈ ਐਗਰੀਕਲਚਰ ਦਾ, ਥੋੜਾ ਜਿਹਾ ਤੁਹਾਨੂੰ ਦਿਖਾਵਾਂਗੇ ਵੀ। ਉੱਥੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਇੱਕ ਟ੍ਰੇਨਿੰਗ ਸੈਂਟਰ ਦੇ ਤੌਰ ਤੇ ਸਥਾਪਿਤ ਕਰੀਏ। ਤੁਸੀਂ ਸਾਨੂੰ ਕੋਈ ਐਕਸਪਰਟ ਦਿਓ ਯੂਨੀਵਰਸਿਟੀ ਲੈਵਲ ਦੇ, ਜਿੱਥੇ ਆਪਾਂ ਉਹ ਮਾਡਲ ਖੇਤੀ ਦਾ ਕੋਈ ਮਾਡਲ ਤਿਆਰ ਕਰ ਸਕੀਏ। ਤੁਹਾਡੇ ਕੋਲ ਰਾਜਵੀਰ ਜੀ ਸੰਗਰੂਰ ਹੀ ਨੇ, ਅੱਜ ਬੈਠੇ ਨੇ। ਉਹਨਾਂ ਨਾਲ ਸੰਪਰਕ ਮੈਂ ਨੰਬਰ ਹੁਣੇ ਭੇਜ ਦੇਣਾ, ਤੁਸੀਂ ਗੱਲ ਕਰੋ ਆਪਸ ਵਿੱਚ, ਉਹਨਾਂ ਨੂੰ ਮਿਲੋ ਅੱਜ ਹੀ। ਫਿਰ ਪਰਾਲੀ ਨੂੰ ਇਕੱਠੀ ਕਰ ਸਕੀਏ। ਬਹੁਤ ਸਾਰੀ ਕੀਤੀ ਹੈ ਵੀ ਅੱਗ ਨਾ ਲਾਈ ਜਾਵੇ, ਪਰ ਉਹਦਾ ਕੋਈ ਅਲਟਰਨੇਟਿਵ। ਮੈਂ ਅੱਜ ਉਹਦੇ ਪ੍ਰੋਫੈਸਰ ਨਾਲ ਇੱਕ ਪ੍ਰੋਜੈਕਟ ਲਿਆ ਹੋਇਆ ਸੀ ਸਲਾਈਡ ਦੇ ਵਿੱਚ। ਉਹ ਮੇਰੇ ਨਾਲ ਦਿੱਲੀ ਤੋਂ ਪਹਿਲਾਂ ਮੀਟਿੰਗ ਚੱਲ ਰਹੀ ਸੀ, ਮੈਂ ਸਟਾਰਟਿੰਗ ਤਾਂ ਨਹੀਂ ਇਨਵੋਲਵ ਹੋ ਪਾਇਆ। ਉਹ ਇਥੋਨੋਲ ਕੋਈ ਕਹਿੰਦੇ ਸੀ ਵੀ ਆਪਾਂ ਪਰਾਲੀ ਤੋਂ ਬਣਾਵਾਂਗੇ ਵੀ। ਮੈਂ ਕਈ 200 ਏਕੜ ਫਾਰਮਰਾਂ ਨਾਲ ਗੱਲ ਕੀਤੀ ਹੈ ਜਿਹਨਾਂ ਕੋਲੇ ਹੈ। ਕਮਲਜੀਤ, ਰਾਜਵੀਰ ਜੀ ਨਾਲ ਜ਼ਰੂਰ ਅੱਜ ਹੀ ਗੱਲ ਕਰੋ, ਹੁਣੇ ਮੀਟਿੰਗ ਖਤਮ ਹੁੰਦੇ ਸਾਰ ਉਹਨਾਂ ਨੇ। ਫਿਰ ਮੈਂ ਅੰਮ੍ਰਿਤਸਰ ਜਾਣ ਦੀ ਬੇਨਤੀ ਕੀਤੀ ਹੈ, ਫਿਰ ਅੰਮ੍ਰਿਤਸਰ ਜਾਣਗੇ। ਉੱਥੇ ਕਿਸੇ ਫਾਰਮਰ ਕੋਲੇ ਕਈ ਸੈਂਕੜੇ ਏਕੜ ਜ਼ਮੀਨ ਹੈ। ਉਹ ਮੈਨੂੰ ਕਹਿ ਰਿਹਾ ਸੀ, ਕਹਿੰਦਾ ਪਲੀਜ਼ ਮੇਰੇ ਕੋਲ ਪਲੀਜ਼ ਜਾਂ ਮੈਂ ਲੈ ਕੇ ਆਵਾਂ ਜਾਂ ਭੇਜੋ। ਉਹਨੇ ਕੋਈ ਵਾਗ ਬੂਗ ਲਾਣੇ ਆ, ਆਪਣਾ ਮੈਂਬਰ ਹੈ, ਗਰੁੱਪ ਮੈਂਬਰ, 1000 ਏਕੜ ਜ਼ਮੀਨ ਹੈ ਉਹਨਾਂ ਕੋਲ। ਕਿਉਂ ਹੁਣ ਐਗਰੀਕਲਚਰ ਨੂੰ ਥੋੜਾ ਜਿਹਾ ਸੈੱਟ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਦਾ ਹੁਣ ਮਾਹੌਲ ਚੱਲ ਰਿਹਾ। ਨਹੀਂ ਤਾਂ ਲੋਕ ਇਸ ਤਰ੍ਹਾਂ ਹੀ ਮਰ ਜਾਣਗੇ ਮੈਨੂੰ ਲੱਗਦਾ। ਨਹੀਂ ਬਹੁਤ ਅੱਛਾ ਹੈ। ਨਹੀਂ ਡੋਲਣ ਨਹੀਂ ਦਿੰਦੇ, ਆਏ ਨਾ ਕਰੋ। ਨਹੀਂ ਡੋਲ ਤਾਂ ਕਾਹਨੂੰ ਆ, ਮੈਂ ਤਾਂ ਵੈਸੇ ਗੱਲ ਕਰਦਾ ਵੀ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਖਾਣ ਤੇ ਪੀਣ ਦੇ ਵੱਲ। ਆਇਓ ਇੱਕ ਮਿੰਟ, ਬੱਚੇ ਗੱਲ ਕਰਨਗੇ ਇੱਕ ਮਿੰਟ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬੱਚੇ, ਤੁਸੀਂ ਗੱਲ ਕਰੋਗੇ ਨਵੇਂ ਪੰਜਾਬ ਨੂੰ ਬਣਾਉਣ ਬਾਰੇ, ਕੁਝ ਸੋਚਦੇ ਹੋ? सर हिंदी में बात कर सकते हैं सर? हाँ जी करो। ओके सर, क्या बोला सर? कोई नया पंजाब बनाने के लिए, नया इंडिया बनाने के लिए कुछ सोचते हो? एजुकेशन रेवोल्यूशन के लिए? सर एजुकेशन रेवोल्यूशन तो हर लेवल पे सोच रहे हैं सर, प्राइमरी स्कूल से लेकर यूनिवर्सिटी लेवल तक। बाकी सर एजुकेशन रिवॉल्यूशन को अकेले तो कुछ किया नहीं जा सकता है अभी, बट सर ये है कि अभी पंजाब में है तो पंजाब हमारा पूरी तरह से खेती पे आश्रित है, एग्रीकल्चर पे। तो एग्रीकल्चर में अगर हम टेक्नोलॉजी ज्यादा इस्तेमाल करेंगे, जो चीज बाहर की कंपनियां इस्तेमाल कर रही हैं अभी, और हमारी चीजों से उन्हें फायदा हो रहा है, तो वही चीज हम मेक इन इंडिया मतलब हम अंदर में कर लेंगे सर। अगर हम खुद से वो चीज वो स्टार्टअप करते हैं तो लोगों को हेल्प भी मिलेगी और हमारा पैसा हमारा धन हमारे घर में रहेगा सर, एम्प्लॉयमेंट भी मिलेगी। हाँ जी सर, एम्प्लॉयमेंट मिलेगी। हम खुद सर अनएम्प्लॉयड ही हैं अभी तक, बट सर ये है कि स्टार्टअप का आइडिया है तो आगे जरूर कुछ करेंगे सर। अच्छा, दूसरे लड़के से बात करवाओ। थैंक यू। सत श्री अकाल सर। सत श्री अकाल। सत श्री अकाल सर जी, मैं बिलीव करता हूँ सर कि जो हमारे पास थ्योरेटिकल नॉलेज हमारे एजुकेशन सिस्टम में है, वो उसको हम प्रैक्टिकल अगर करें और स्किल्स पे फोकस करें तो ये काफी बेहतर होगा सर। इसकी कमी है सर, हमारे एजुकेशन सिस्टम में इसकी कमी चल रही है सर। तो हाँ जी सर। फॉर एग्जांपल कैसे? स्किल्स सर, जैसे स्कूल और कॉलेज में जो पढ़ाई होती है सर, बिल्कुल ये थ्योरेटिकल होती है सर, प्रैक्टिकल नहीं होती है सर। तो अगर हम स्किल्स पे अगर हम फोकस करें तो हर बच्चे के पास स्किल होगी, लोग अपने आप इंडिपेंडेंट हो जाएंगे, वो काम करना जानेंगे हर फील्ड में। चाहे अगर हम अपने इंडिया इंजीनियरिंग की बात करें तो बच्चा इंजीनियरिंग कर रहा है, लेकिन उसके पास ये प्रैक्टिकल नॉलेज नहीं है, जिसके कारण वो बेरोजगार है। अगर उनके पास अगर प्रैक्टिकल नॉलेज होता तो वो खुद का कुछ ना कुछ कर सकता था। आप अगर डेवलप कंट्री जापान को देखें या चीन को देखें तो वहाँ हर एक बच्चा के पास ऐसा स्किल है कि कुछ ना कुछ खुद से कर रहा है। तो ये चीज अगर हम इस पर फोकस करें सर तो हम इसमें सफलता पा सकते हैं। बहुत अच्छा, बहुत अच्छा। बाहर जाने का मन तो नहीं है? नहीं सर, बिल्कुल नहीं सर। अभी फिलहाल मैं इंडिया में रह के पूरा सेवा करना चाहता हूँ सर। मुझे अपना देश बहुत ज्यादा प्यार है। सारी दुनिया प्यारी है जैसे डॉक्टर गांधी कहते हैं, पर अपना देश की अपनी खासियत है हर एक जगह की। जी सर। और आगेपाल जी जुड़ गए? हाँ जी, सत श्री अकाल जी। सत श्री अकाल आगेपाल वीर। हाँ जी, सॉरी मेरा थोड़ा नेटवर्क की आज विच प्रॉब्लम आ रही थी। कोई प्रॉब्लम नहीं। बट आई हैव हर्ड एवरीबॉडी। राजवीर जी बहुत अच्छियां आज गल्लां कीतियां ने और धर्मवीर गांधी साहब ਨੂੰ ਵੀ ਮੈਂ ਪਹਿਲੀ ਵਾਰੀ ਸੁਣਿਆ ਉਹਨਾਂ ਨੂੰ ਬੋਲਦਿਆਂ, ਪਰ ਉਹ ਵੀ ਜੋ ਵਿਚਾਰ ਸੀਗੇ ਉਹ ਸਾਰੇ ਹੀ most of them they are like you know they should be incorporated। ਤੇ ਬਸ ਮੈਂ 1-2 ਮਿੰਟ ਹੀ ਲੈਣੇ ਹੈਗੇ ਆ, ਜਸਟ ਆਪਣਾ ਫੀਡਬੈਕ ਹੀ ਦੇਣਾ ਚਾਹੁੰਦਾ। ਅਸੀਂ ਲੁਧਿਆਣੇ ਤੇ ਜਿਹੜਾ ਗਰੁੱਪ ਹੈਗਾ ਸੀ
ਉਹ ਅਸੀਂ ਲੁਧਿਆਣੇ ਦਾ ਗਰੁੱਪ ਜਿਹੜਾ ਹੈਗਾ ਉਹਨੂੰ ਅਸੀਂ ਪਹਿਲਾ ਪੜਾਅ ਅਸੀਂ ਪਹਿਲਾਂ ਪੂਰਾ ਕਰ ਲਿਆ ਸੀ। ਹੁਣ ਅਸੀਂ ਦੂਸਰਾ ਪੜਾਅ ਜਿਹੜਾ ਲਾਈਕ ਵੀ ਹੈਵ ਐਡਡ 30 more members। ਬਹੁਤ ਅੱਛਾ, ਤੁਸੀਂ 60 ਤੋਂ ਉੱਪਰ ਹੋ ਗਏ ਹੁਣ। ਹਾਂ ਹਾਂਜੀ, ਅਸੀਂ ਹੁਣ ਲੁਧਿਆਣਾ ਗਰੁੱਪ ਜਿਹੜਾ ਸਾਡਾ ਇਟ ਹੈਜ਼ ਐਕਸੀਡਡ 60 members। ਬਹੁਤ ਅੱਛਾ। ਔਰ ਉਹਦੇ ਵਿੱਚ ਅਸੀਂ ਇੱਕ ਸਾਡੇ ਇੱਥੇ ਲੁਧਿਆਣਾ ਕੇਅਰਸ ਲੇਡੀਜ਼ ਫਾਊਂਡੇਸ਼ਨ ਲੇਡੀਜ਼ ਸੁਸਾਇਟੀ ਹੈ, ਉਹਨਾਂ ਨੂੰ ਅਸੀਂ ਨਾਲ ਆਪਣੇ ਜੁੜਿਆ ਹੈਗਾ। ਔਰ ਅੱਜ ਅਸੀਂ 12 ਵਜੇ ਇੱਥੇ 2 ਪਿੰਡ ਜਿਹੜੇ ਹੈਗੇ ਸਾਡੇ ਪੰਡੂਰੀ ਔਰ ਹਸਨਪੁਰ, ਉੱਥੇ ਅਸੀਂ ਜਾ ਕੇ ਮੈਂ ਵੀ ਨਾਲ ਜਾ ਰਿਹਾ ਉਹਨਾਂ ਦੇ, ਔਰ ਅਸੀਂ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਪਿੰਡ ਸਿਲੈਕਟ ਕਰਨਗੇ, ਉਹਨੂੰ ਅਡਾਪਟ ਕਰਨਗੇ ਉਹਦੀ ਲਾਇਬ੍ਰੇਰੀ ਨੂੰ। ਸੋ ਦੂਸਰਾ ਜਿਹੜਾ ਹੈਗਾ ਜਿਹੜਾ ਹੋਏਗਾ ਉਹ ਮੈਂ ਖੁਦ ਅਡਾਪਟ ਕਰਾਂਗਾ ਆਪਣੇ ਫਾਦਰ ਦੇ ਯਾਦ ਦੇ ਵਿੱਚ। ਸੋ ਇਹ 2 ਲਾਇਬ੍ਰੇਰੀਜ਼ ਦਾ ਕੰਮ ਆਲਮੋਸਟ ਮੁਕੰਮਲ ਹੈ। ਤੋਂ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਉਹਦੇ ਬਾਰੇ ਗੁੱਡ ਨਿਊਜ਼ ਦੇ ਦਿਆਂਗੇ। ਬਹੁਤ ਅੱਛਾ। ਇੱਕ ਅਸੀਂ ਤੀਸਰੀ ਲਾਇਬ੍ਰੇਰੀ ਬਸੈਮੀ ਪਿੰਡ ਹੈ ਤੇ ਉਹ ਵੀ ਲੁਧਿਆਣੇ ਦੇ ਨਾਲ ਹੀ ਹੈ, ਤੇ ਉੱਥੇ ਅਸੀਂ ਐਡਵੋਕੇਟ ਰਜਤ ਮਲਹੋਤਰਾ ਉਹਨਾਂ ਨੂੰ ਦਿੱਤਾ ਹੈਗਾ ਇਹਦਾ ਜਿੰਮਾ ਕਿ ਉਹਦੀ ਲਾਇਬ੍ਰੇਰੀ, ਉੱਥੇ ਲਾਇਬ੍ਰੇਰੀ ਹੈ ਨਹੀਂ ਹੈ, ਸੋ ਉੱਥੇ ਨਵੀਂ ਲਾਇਬ੍ਰੇਰੀ ਕ੍ਰੀਏਟ ਕਰਨੀ ਹੈ। ਸੋ ਇਹ ਲਾਇਬ੍ਰੇਰੀਜ਼ ਵਾਲਾ ਕੰਮ ਅਸੀਂ ਇੱਥੇ ਸ਼ੁਰੂ ਕਰ ਰਹੇ ਹਾਂ, ਬਲਕਿ ਸਾਡੀ ਇੱਕ ਹੋਰ ਲਾਇਬ੍ਰੇਰੀ ਹੈ ਗੁਰੂ ਨਾਨਕ ਭਵਨ ਦੇ ਵਿੱਚ, ਉਹ ਵੀ ਅਸੀਂ 1-2 ਦਿਨਾਂ ਦੇ ਵਿੱਚ ਜਾ ਕੇ ਉਹਦੀ ਵੀ ਤੁਹਾਨੂੰ ਅਸੀਂ ਉਹਦੀ ਅਪਗ੍ਰੇਡੇਸ਼ਨ ਜਾਂ ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ, ਸਾਡੀ ਜਿਹੜੀ ਪੜ੍ਹਦਾ ਪੰਜਾਬ ਵਿਜ਼ਨ ਆਫ ਚੇਂਜ ਪੰਜਾਬ ਫਾਊਂਡੇਸ਼ਨ, ਇਹਦੇ ਬੈਨਰ ਦੇ ਥੱਲੇ ਅਸੀਂ ਇਹ ਸਾਰਾ ਲਾਇਬ੍ਰੇਰੀਜ਼ ਦਾ ਕੰਮ ਜਿਹੜਾ ਅਸੀਂ ਇੱਥੇ ਸ਼ੁਰੂ ਕਰ ਦਿੱਤਾ ਹੈਗਾ। ਉਹ ਬੈਨਰ ਬਾਕੀ ਥੋੜਾ ਜਿਹਾ ਟਾਈਮ ਲੱਗੇਗਾ ਹਲੇ, ਹੋਰ ਇਸ ਹਫਤੇ 'ਚ ਹੋ ਜਾਏਗਾ ਸਾਰਾ ਕੁਝ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ। ਤੇ ਇੱਕ ਮੈਂ ਰਿਕੁਐਸਟ ਕਰਨੀ ਨਿਸ਼ਾਂਤ ਜੀ ਨੂੰ ਕਿ ਕੋਈ ਜਿਹੜੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਸੀਗੀ ਉਹ ਅੱਜ ਅਸੀਂ ਮਿੱਥਿਆ ਹੋਇਆ ਟਾਈਮ ਫਿਕਸ ਕੀਤਾ ਹੋਇਆ। ਹਾਂਜੀ, ਉਹ ਇੱਕ ਵਾਰੀ ਫਾਈਨਲਾਈਜ਼ ਕਰਕੇ ਭੇਜ ਦਿਓ। ਤੇ ਬਾਕੀ ਜਿਹੜੇ 2 ਜ਼ਿਲ੍ਹੇ ਹੋਰ ਸੀਗੇ ਮੋਗਾ ਬਰਨਾਲਾ, ਉਹਦੇ ਵਿੱਚੋਂ ਮੈਨੂੰ ਕੋਈ ਜ਼ਿਆਦਾ ਰਿਸਪੌਂਸ ਨਹੀਂ ਮਿਲ ਰਿਹਾ ਜਿਹੜੇ ਆਪਣੇ ਕੀ ਮੈਂਬਰ ਸੀਗੇ, ਤਾਂ ਮੈਂ ਤੁਹਾਡੇ ਨਾਲ ਅੱਜ ਮੀਟਿੰਗ ਤੋਂ ਬਾਅਦ ਫਿਰ ਡਿਸਕਸ ਕਰਾਂਗਾ ਕਿ ਇੱਥੇ ਅਸੀਂ ਆਪਣੇ ਕੋਈ ਨਵੇਂ ਕੋਆਰਡੀਨੇਟਰਸ। ਬਰਨਾਲੇ ਦੇ ਜਿਹੜੇ ਐਸਐਸਪੀ ਨੇ ਆਈਪੀਐਸ ਹੁਣ ਸਿਟਿੰਗ ਨੇ, ਉਹ ਆਪ ਬੜੀ ਖੁਸ਼ੀ ਨਾਲ ਸ਼ਾਮਲ ਹੋਏ ਨੇ ਇਸ ਗੱਲ 'ਚ, ਤੇ ਉਹ ਨੇਰੀ ਲਿਆ ਦੇਣਗੇ ਉੱਥੇ ਜਦੋਂ ਆਪਾਂ ਉਹਨਾਂ ਨੂੰ ਕਹਾਂਗੇ। ਚਲੋ ਦੈਟ ਵਿਲ ਬੀ ਵੈਰੀ ਨਾਈਸ। ਤੁਸੀਂ ਆਪਾਂ ਮੀਟਿੰਗ ਤੋਂ ਬਾਅਦ ਮੇਰਾ ਨੰਬਰ ਸ਼ੇਅਰ ਕਰ ਲੈਣਾ, ਫਿਰ ਅਸੀਂ ਉਹਨਾਂ ਦੀ ਹੈਲਪ ਲੈਂਦੇ ਹਾਂ। ਬਿਲਕੁਲ ਹਾਂ। ਬਾਕੀ ਫਤਿਹ ਜੀ, ਐਵਰੀਥਿੰਗ ਇਜ਼ ਓਕੇ, ਬਹੁਤ ਅੱਛਾ ਚੱਲ ਰਿਹਾ। ਥੈਂਕ ਯੂ ਵੈਰੀ ਮਚ। ਬਹੁਤ ਅੱਛਾ। ਕਮਲਜੀਤ ਜੀ ਬਹੁਤ ਅੱਛਾ, ਆਗਿਆਪਾਲ ਵੀਰ ਜੀ ਥੈਂਕ ਯੂ। ਕਮਲਜੀਤ ਜੀ। ਹਾਂ ਸਰ। ਕਮਲਜੀਤ ਤੁਸੀਂ ਥੋੜਾ ਜਿਹਾ ਆਪਣੇ ਜਿਹੜਾ ਆਪਾਂ ਇਲਾਕੇ 'ਚ ਆਪਣੀ ਆਰਗੇਨਾਈਜੇਸ਼ਨ ਵੱਲੋਂ ਚੇਂਜ ਪੰਜਾਬ ਫਾਊਂਡੇਸ਼ਨ ਵੱਲੋਂ ਜਿਹੜਾ ਕੰਮ ਸ਼ੁਰੂ ਕੀਤਾ, ਥੋੜਾ ਜਿਹਾ ਦੱਸਿਓ, ਪੌਦੇ ਵਗੈਰਾ ਕਿੰਨੇ ਲਾਏ, ਲਾਇਬ੍ਰੇਰੀਆਂ? ਹਾਂਜੀ ਸਰ, ਸਾਡੀਆਂ 7 ਲਾਇਬ੍ਰੇਰੀਆਂ ਚੱਲ ਰਹੀਆਂ ਨੇ ਜੀ ਪੂਰੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ, ਤੇ 2 ਨਰਸਰੀਆਂ ਚੱਲ ਰਹੀਆਂ ਨੇ, ਪਬਲਿਕ ਨਰਸਰੀਆਂ। ਅਸੀਂ ਲਗਭਗ 1000 ਸਰੰਜਣਾ ਦਾ ਬੂਟਾ ਲੌਂਗੋਵਾਲ 'ਚ ਲਵਾ ਚੁੱਕੇ ਹਾਂ, ਤੇ 5000 ਬੂਟਾ ਅਸੀਂ ਲਗਾਇਆ ਹੁਣ। ਤੇ ਹੁਣ ਜਦੋਂ ਪਰਾਲੀ ਨੂੰ ਅੱਗ ਲੱਗ ਰਹੀ ਹੈ, ਅਸੀਂ ਉਹਨਾਂ ਦਾ ਕੇਅਰ ਵੀ ਕਰ ਰਹੇ ਹਾਂ, ਰੋਡ ਤੇ ਜਾ ਕੇ ਉਹਨਾਂ ਨੂੰ ਅੱਗ ਨਹੀਂ ਲਾਉਣ ਦੇ ਜਾਂਦੇ, ਤੇ ਜਿਹੜਾ ਬੂਟਾ ਹੈ ਉਹਨਾਂ ਦੀ ਕੇਅਰ ਵੀ ਕਰਨੀ ਬਹੁਤ ਜ਼ਰੂਰੀ ਹੈ। ਹੁਣ ਅਸੀਂ ਜਾਣਾ 2-3 ਰੋਡਸ ਤੇ ਜਿੱਥੇ ਲੱਗੇ ਹੋਏ ਨੇ ਬੂਟੇ, ਅੱਗ ਲੱਗ ਰਹੀ ਹੈ, ਉਹਨਾਂ ਦੇ ਮਤਲਬ ਕਿ 20 ਫੁੱਟ ਦੇ ਉਹਨਾਂ ਨੂੰ ਪਹਿਲਾਂ ਬਹਾਇਆ ਟਰੈਕਟਰ ਦੇ ਨਾਲ, ਪਾਣੀ ਲੱਗੂਗੀ। ਤੇ ਉਸ ਤੋਂ ਇਲਾਵਾ ਅਸੀਂ ਜਿਹੜੇ ਸੰਗੀਤ ਦੇ ਬੱਚੇ ਨੇ ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ, ਉਹਨਾਂ ਦਾ ਇੱਕ ਪਲੇਟਫਾਰਮ ਸਾਡਾ ਸੰਗੀਤ ਦਾ ਸਕੂਲ ਚੱਲ ਰਿਹਾ ਹੈ। 18 ਬੱਚੇ ਸਟੇਟ ਲੈਵਲ ਦੇ ਜਿਹੜੇ ਫੰਕਸ਼ਨ ਨੇ, ਸਟੇਟ ਲੈਵਲ ਦੇ ਕੰਪੀਟੀਸ਼ਨ ਨੇ, ਉਹ ਪਾਰ ਕਰ ਚੁੱਕੇ ਨੇ ਗੌਰਮੈਂਟ ਸਕੂਲਾਂ ਦੇ। ਇੱਕ ਅਸੀਂ ਨੇ ਇੱਕ ਨਵਾਂ ਸਰਕਾਰੀ ਸਕੂਲ ਹੈ ਸਾਡੇ ਕੋਲ, ਬॉय ਸਕੂਲ ਹੈ ਮੁੰਡਿਆਂ ਵਾਲਾ, ਉਹ 'ਚ ਅਸੀਂ ਕੱਲ ਨਰਸਰੀ ਸਟਾਰਟ ਕਰਵਾਈ ਹੈ। ਫੋਰੈਸਟ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ 1000 ਬੂਟਾ ਉੱਥੇ ਤਿਆਰ ਕਰਨਾ ਹੈ। ਹਰੇਕ ਬੱਚੇ ਨੇ ਉੱਥੇ 1000 ਹੀ ਬੱਚਾ ਸਕੂਲ 'ਚ, ਹਰੇਕ ਬੱਚੇ ਨੇ ਉਹ ਇੱਕ ਬੂਟੇ ਨੂੰ ਅਡਾਪਟ ਕਰਾਉਣਾ ਸੀ ਉਹਨਾਂ ਨੂੰ, ਤੇ ਇਹ ਨਾਲ ਚੱਲ ਰਿਹਾ ਸਾਡਾ ਨਾਲ ਦੀ ਨਾਲ। ਬਹੁਤ ਅੱਛਾ। ਸੋ ਸਾਰੇ ਜਿਹੜੇ ਸ਼ਾਮਲ ਹੋਏ ਮੇਰੇ ਭਰਾ ਸਭ ਦਾ, ਭੈਣ ਭਰਾ ਸਭ ਦਾ ਧੰਨਵਾਦ। ਅਸੀਂ ਬਹੁਤ ਅੱਛਾ, ਬਹੁਤ ਲੰਬਾ ਸਫ਼ਰ ਅਸੀਂ ਬਿਨਾਂ ਇੱਕ ਪੈਸਾ ਖਰਚ ਕੀਤੇ ਤੈਅ ਕੀਤਾ ਹੈ, ਬਿਨਾਂ ਇੱਕ ਪੈਸਾ ਕਿਸੇ ਤੋਂ ਲਏ ਤੈਅ ਕੀਤਾ ਹੈ, ਬਿਨਾਂ ਕੋਈ ਪੋਲਿਟਿਕਸ ਦੀ ਗੱਲ, ਬਿਨਾਂ ਕੋਈ ਕੰਟਰੋਵਰਸੀ, ਬਿਨਾਂ ਕੋਈ ਨੈਗੇਟਿਵਿਟੀ, ਅਸੀਂ ਇੰਨਾ ਲੰਬਾ ਸਫ਼ਰ ਤੈਅ ਕਰ ਲਿਆ। ਅਸੀਂ ਬਹੁਤ ਸੈਂਕੜੇ ਅਸੀਂ ਮੈਂਬਰ ਹੋ ਗਏ, ਤੇ ਬਹੁਤ ਵਾਰ ਲੋਕ ਸਾਡੇ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੇ। ਸੋ ਸਾਰਿਆਂ ਦਾ ਧੰਨਵਾਦ। ਥੈਂਕ ਯੂ ਵੈਰੀ ਮਚ। ਫਤਿਹ।